हाँ जी फ्रेंड्स, सत श्री अकाल। ਸਿੰਪਲ ਇੰਟਰਸਟ ਦੇ ਨੈਕਸਟ ਪਾਰਟ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਆਪਾਂ ਗੱਲ ਕਰਾਂਗੇ ਕੁਐਸਚਨ ਨੰਬਰ 33 ਤੋਂ ਅਗਲੇ ਕੁਐਸਚਨਸ ਦੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਨੰਬਰ 33 ਤੱਕ ਆਪਾਂ ਕੁਐਸਚਨਸ ਆਲਮੋਸਟ ਕਰ ਚੁੱਕੇ ਸੀਗੇ। ਸੋ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ ਨੈਕਸਟ ਕੁਐਸਚਨਸ। ਤੇ ਅਗਲੇ ਕੁਐਸਚਨਸ ਦੇ ਉੱਪਰ ਜਾਣ ਤੋਂ ਪਹਿਲਾਂ ਕਹਾਂਗਾ ਕਿ ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਜੇਕਰ ਤੁਸੀਂ ਵੀਡੀਓ ਤੁਹਾਨੂੰ ਯੂਜ਼ਫੁਲ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਤੁਸੀਂ ਜ਼ਰੂਰ ਆਪਣੇ ਫਰੈਂਡ ਸਰਕਲ ਦੇ ਨਾਲ, ਜਿਹੜੇ ਵੀ ਤੁਹਾਡੇ ਫਰੈਂਡ ਸਰਕਲ ਹੈ ਉਹਨਾਂ ਦੇ ਨਾਲ ਜ਼ਰੂਰ ਕਰਨਾ ਹੈ, ਜੇਕਰ ਉਹ ਪਟਵਾਰੀ ਜਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ। ਸੋ ਗੱਲ ਕਰਦੇ ਹਾਂ ਵਿਦਆਊਟ ਵੇਸਟਿੰਗ ਐਨੀ ਟਾਈਮ ਅੱਜ ਦੇ ਕੁਐਸਚਨ ਨੰਬਰ ਫਸਟ ਦੀ, ਯਾਨੀ ਕਿ ਕੁਐਸਚਨ ਨੰਬਰ 34। ਸੋ ਕਹਿ ਰਿਹਾ ਹੈ ਦਾ ਸਿੰਪਲ ਇੰਟਰਸਟ ਔਨ ਅ ਸਮ ਆਫ ਮਨੀ ਵਿਲ ਬੀ ₹150 ਆਫਟਰ 4 ਈਅਰਸ। ਤਾਂ ਕਹਿ ਰਿਹਾ ਹੈ ਕਿ ਸਿੰਪਲ ਇੰਟਰਸਟ ਜੋ ਹੈ, ਸਿੰਪਲ ਇੰਟਰਸਟ 4 ਸਾਲ ਦੇ ਵਿੱਚ ਕਿੰਨਾ ਲੱਗੇਗਾ, ₹150 ਕਿਸੇ ਪਰਟੀਕੂਲਰ ਪ੍ਰਿੰਸੀਪਲ ਦੇ ਉੱਪਰ। ਅਗਰ ਆਪਾਂ ਨੂੰ ਕੋਈ ਪ੍ਰਿੰਸੀਪਲ ਦਿੱਤਾ ਹੋਏਗਾ ਤਾਂ ਉਸ ਪ੍ਰਿੰਸੀਪਲ ਦੇ ਉੱਪਰ 4 ਸਾਲਾਂ ਦੇ ਵਿੱਚ ₹150 ਸਿੰਪਲ ਇੰਟਰਸਟ ਲੱਗੇਗਾ। ਅੱਗੇ ਕਹਿ ਰਿਹਾ ਹੈ ਇਨ ਦਾ ਨੈਕਸਟ 4 ਈਅਰਸ, ਕਹਿੰਦਾ ਅਗਲੇ 4 ਸਾਲਾਂ ਦੇ ਵਿੱਚ ਪ੍ਰਿੰਸੀਪਲ ਬਿਕਮਜ਼ 5 ਟਾਈਮਸ, ਪ੍ਰਿੰਸੀਪਲ ਅਮਾਊਂਟ ਜਿਹੜੀ ਹੈ ਉਹ 5 ਗੁਣਾ ਹੋ ਜਾਂਦੀ ਆ। ਮਤਲਬ ਪਹਿਲਾਂ ਅਗਰ ਆਪਾਂ ₹1000 ਤੇ ਮੰਨ ਲਓ ਪਹਿਲੇ 4 ਸਾਲ ਜਿਹੜਾ ਪ੍ਰਿੰਸੀਪਲ ਸੀਗਾ ਉਹ ਕਿੰਨਾ ਸੀ, ₹1000, ਤਾਂ 4 ਸਾਲ ਤੋਂ ਬਾਅਦ ਉਹ ਅਮਾਊਂਟ ਕਿੰਨੀ ਹੋ ਜਾਏਗੀ, 4 ਸਾਲ ਤੋਂ ਬਾਅਦ ਉਹ 5 ਟਾਈਮਸ ਹੋ ਜਾਏਗੀ। ਮਤਲਬ 4 ਸਾਲ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਹੈ ਉਹ ਕਿੰਨਾ ਹੋ ਜਾਏਗਾ, 5000 ਹੋ ਜਾਏਗਾ। ਇਸ ਸਟੇਟਮੈਂਟ ਦਾ ਇਹ ਮੀਨਿੰਗ ਬਣ ਰਿਹਾ ਹੈ। ਸੋ ਅੱਗੇ ਚੱਲਦੇ ਹਾਂ। ਅੱਗੇ ਕਹਿ ਰਿਹਾ ਹੈ what will be the total interest at the end of 8th year। ਤਾਂ 8 ਸਾਲ ਦੇ ਬਾਅਦ, ਮਤਲਬ 8ਵਾਂ ਸਾਲ ਜਦੋਂ ਖਤਮ ਹੋਏਗਾ, ਮਤਲਬ ਜਦੋਂ 8 ਸਾਲ ਕੰਪਲੀਟ ਹੋ ਜਾਣਗੇ, ਉਦੋਂ ਤੁਹਾਨੂੰ ਪੁੱਛਿਆ ਗਿਆ ਹੈ ਕਿ ਸਿੰਪਲ ਇੰਟਰਸਟ ਕਿੰਨਾ ਹੋਏਗਾ। ਸੋ ਬਹੁਤ ਹੀ ਅੱਛਾ ਕੁਐਸਚਨ, ਤੇ ਉਮੀਦ ਕੀਤੀ ਜਾ ਸਕਦੀ ਹੈ ਇੱਦਾਂ ਦੇ ਕੁਐਸਚਨ ਦੀ ਵੀ ਐਗਜ਼ਾਮ ਦੇ ਵਿੱਚ। ਸੋ ਜਿੰਨੇ ਵੀ ਕੁਐਸਚਨ ਹਨ ਉਹ ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਹੁੰਦੇ ਨੇ। ਇੱਦਾਂ ਨਹੀਂ ਆ ਕਿ ਆਪਾਂ ਕੋਈ ਵੀ ਕੁਐਸਚਨ ਇੱਦਾਂ ਦਾ ਲੈ ਲੈਂਦੇ ਹਾਂ ਜਿਹੜਾ ਯੂਜ਼ ਨਾ, ਜਿਹੜਾ ਮਤਲਬ ਜਿਹਦਾ ਕੋਈ ਖਾਸ ਮੀਨਿੰਗ ਨਾ ਹੋਏ, ਜਿਹੜਾ ਕਿ ਇੰਪੋਰਟੈਂਟ ਨਾ ਹੋਏ। ਆਪਾਂ ਜਿੰਨੇ ਵੀ ਕੁਐਸਚਨ ਇੱਥੇ ਪੇਪਰ ਲੈਂਦੇ ਹਾਂ ਉਹ ਸਾਰੇ ਕੀ ਹੁੰਦੇ ਨੇ, ਇੰਪੋਰਟੈਂਟ ਹੁੰਦੇ ਨੇ। ਸੋ ਗੱਲ ਕਰਦੇ ਹਾਂ ਕੁਐਸਚਨ ਦੀ। ਕੁਐਸਚਨ ਕਿਵੇਂ ਹੋਏਗਾ ਸਟੂਡੈਂਟਸ, ਪਹਿਲਾਂ ਆਪਾਂ ਨੂੰ ₹150 ਗਿਵਨ ਹੈ। ਸੋ ਇਹ 150 ਕੀ ਹੈ, ਇਹ ਇੰਟਰਸਟ ਹੈ। ਵੈਨ ਇੰਟਰਸਟ ਕਿੰਨਾ, ਪ੍ਰਿੰਸੀਪਲ ਕਿੰਨਾ ਹੈ, P ਹੈ, R ਕਿੰਨਾ ਹੈ, ਵੀ ਡੋਂਟ ਨੋ ਅਬਾਊਟ R ਦੇ ਬਾਰੇ ਆਪਾਂ ਨੂੰ ਨਹੀਂ ਪਤਾ। ਐਂਡ ਜੋ ਆਪਣਾ T ਹੈ ਦੈਟ ਇਜ਼ 4 ਈਅਰਸ। ਸੋ ਟਾਈਮ 4 ਈਅਰਸ ਗਿਵਨ ਹੈ। ਐਂਡ PRT/100 ਵਾਲਾ ਫਾਰਮੂਲਾ ਅਗਰ ਆਪਾਂ ਯੂਜ਼ ਕਰੀਏ ਤਾਂ ਇੱਥੋਂ ਆਪਾਂ ਸਿੰਪਲ ਇਸ ਵੈਲਿਊ ਨੂੰ ਸਿੰਪਲ ਯਾਦ ਰੱਖਣਾ ਹੈ। ਦੂਜੀ ਗੱਲ ਕਰਦੇ ਹਾਂ, ਹੁਣ 4 ਸਾਲ ਦੇ ਬਾਅਦ ਇੱਕ ਪ੍ਰਿੰਸੀਪਲ ਕਿੰਨਾ ਹੋ ਗਿਆ, ਪ੍ਰਿੰਸੀਪਲ ਹੋ ਗਿਆ ਜੀ 5 ਟਾਈਮਸ। ਤਾਂ 4 ਸਾਲ ਦੇ ਬਾਅਦ ਮੈਂ ਸਿੰਪਲ ਇੰਟਰਸਟ ਨੂੰ ਕੀ ਲਿਖ ਸਕਦਾ, ਆਈ ਕੈਨ ਰਾਈਟ ਇਟ ਐਜ਼ SI। ਮੈਂ ਇਹਨੂੰ SI2 ਲਿਖ ਲਿਆ, ਸਿੰਪਲ ਇੰਟਰਸਟ 2। ਤਾਂ ਦਿਸ ਸਿੰਪਲ ਇੰਟਰਸਟ 2 ਵਿਲ ਬੀ, ਹੁਣ ਇਹ ਕਿਸ 'ਤੇ ਲੱਗੇਗਾ, ਪ੍ਰਿੰਸੀਪਲ ਹੋ ਚੁੱਕਾ ਹੈ ਜੀ 5 ਟਾਈਮਸ। ਸੋ ਇਟ ਵਿਲ ਬੀ 5P ਇੰਟੂ R। ਹੁਣ ਰੇਟ ਆਫ ਇੰਟਰਸਟ ਤਾਂ ਸੇਮ ਹੀ ਰਹੇਗਾ। ਐਂਡ T ਕਿੰਨਾ ਹੈ ਜੀ, T ਆਪਾਂ ਨੂੰ 4 ਸਾਲ ਦਿੱਤਾ ਹੋਇਆ ਹੈ। ਸੋ ਅਗਲੇ 4 ਸਾਲ, ਕਿਉਂਕਿ 8 ਸਾਲ ਪੂਰੇ ਹੋਣੇ ਨੇ ਨਾ, ਪਹਿਲਾਂ 4 ਸਾਲ ਦਿੱਤੇ ਹੋਏ ਨੇ, ਬਾਅਦ ਦੇ 4 ਸਾਲ ਦਿੱਤੇ ਹੋਏ ਨੇ। ਸੋ ਇੱਥੇ ਆ ਜਾਏਗਾ 5P ਇੰਟੂ R ਇੰਟੂ 4/100। ਹੁਣ ਧਿਆਨ ਦੇ ਨਾਲ ਦੇਖੋ, ਜਿਹੜੀ ਇੱਥੇ ਵੈਲਿਊ ਆ ਰਹੀ ਹੈ ਤੁਹਾਡੇ ਕੋਲ, ਕਿਹੜੀ ਵੈਲਿਊ, ਧਿਆਨ ਦੇ ਨਾਲ ਦੇਖੋ, ਇੱਥੇ ਵੈਲਿਊ ਆ ਰਹੀ ਹੈ P ਇੰਟੂ R ਇੰਟੂ 4 ਡਿਵਾਈਡਡ ਬਾਏ 100। ਇਸ ਵੈਲਿਊ ਦੀ ਤੁਹਾਡੇ ਕੋਲ ਵੈਲਿਊ ਕਿੰਨੀ ਹੈ, ਇਸ ਪਰਟੀਕੂਲਰ ਵੈਲਿਊ ਦੀ ਵੈਲਿਊ ਤੁਹਾਡੇ ਕੋਲ ₹150 ਪਈ ਹੈ ਪਹਿਲਾਂ। ਤਾਂ ਇੱਥੇ ਸਿੰਪਲ ਇੰਟਰਸਟ 2 ਕਿੰਨਾ ਆ ਜਾਏਗਾ, ਸਿੰਪਲ ਇੰਟਰਸਟ 2 ਵਿਲ ਬੀ 5 ਇੰਟੂ 150। ਠੀਕ ਹੈ ਜੀ, 5 ਨੂੰ 150 ਦੇ ਨਾਲ ਮਲਟੀਪਲਾਈ ਕਰ ਦੋਗੇ ਤਾਂ 15×5 = 75, ₹750 ਇੱਥੇ ਆ ਜਾਣਗੇ। ਸੋ ₹750 ਇੱਥੇ ਬਣ ਜਾਣਗੇ। ਮਤਲਬ ਜਿਹੜੇ ਪਹਿਲੇ 4 ਸਾਲ ਹੈ ਉਹ ਵਿਆਜ ਤੁਹਾਡਾ ਰਹੇਗਾ ₹150।
ਤੇ ਉਸ ਤੋਂ ਬਾਅਦ ਪ੍ਰਿੰਸੀਪਲ 5 ਟਾਈਮਸ ਹੋ ਗਿਆ, ਇਸ ਕਰਕੇ ਤੁਹਾਡਾ ਸਿੰਪਲ ਇੰਟਰਸਟ ਵੀ ਇਨਕਰੀਜ਼ ਹੋ ਗਿਆ। ਸੋ ਸਿੰਪਲ ਇੰਟਰਸਟ ਆ ਗਿਆ 750 ਰੁਪੀਜ਼। ਸੋ 750 ਦੇ ਵਿੱਚ 150 ਐਡ ਕਰ ਦੋਗੇ, ਤੁਹਾਡਾ ਟੋਟਲ ਸਿੰਪਲ ਇੰਟਰਸਟ ਬਣ ਜਾਏਗਾ। ਸੋ ਟੋਟਲ ਸਿੰਪਲ ਇੰਟਰਸਟ ਐਟ ਦਾ ਐਂਡ ਆਫ total simple interest at the end of 8th year will be 750 plus 150। सो थोड़ा आंसर आ जाएगा इस क्वेश्चन का 900 के 900 जो है दैट विल बी योर सिंपल इंटरेस्ट एट द एंड ऑफ 9 ईयर। सो 900 जो है दैट विल बी योर राइट आंसर। सो ऑप्शन नंबर 3 विल बी द राइट आंसर फॉर क्वेश्चन नंबर 34 क्वेश्चन का ऑप्शन नंबर 3 जो है राइट आंसर बन जाएगा। गल करते हैं नैक्सट क्वेश्चन की। नैक्सट क्वेश्चन जो है थोड़ी स्क्रीन के उत्ते डिस्पले हो रहा है, एक बार हाँ जी। सो क्वेश्चन नंबर 35 आ तो कह रहा है द सिंपल इंटरस्ट ऑन सम ऑफ मनी विल बी 220 आफ्टर 3 ईयरस। तो 225 रुपये आई थिंक 2-3 क्वेश्चन इको टाइप के ने, जल्दी जल्दी कर लेने। सो 225 रुपये जो है वो सिंपल इंटरस्ट रहेगा। 225 विल बी द सिंपल इंटरस्ट आफ्टर 3 ईयरस। तो 3 साल के बाद जो है सिंपल इंटरस्ट कितना होएगा 225 रुपये। सो इत्थे लिखिया आपां पी नाल आपां नूं रेट नहीं पता, रेट ऑफ इंटरस्ट वी डोंट नो एंड टाइम आपां नूं पता है स्टूडेंट्स दैट इज़ 3। आफ्टर दैट इत्थे 100 लिख सकते हो। ਹੁਣ दो मैथड ने, या तो तुसीं इत्थों पी एंड आर की मल्टीप्लीकेशन की वैल्यू फाइंड कर लो। वैसे इसकी जरूरत नहीं है क्योंकि अगले स्टैप के विच की है, अगले स्टैप के विच आपां SI2 फाइंड आउट कर रहे हैं जिसनों कह रहे हैं सिंपल इंटरस्ट फॉर द सैकेंड टाइम या सिंपल इंटरस्ट जिहड़ा अगले 4 सालों के लिए है उसनों। सो SI2 विल बी इन द नैक्सट ईयर, इन द नैक्सट 5 ईयरस। देखो कह रहे हैं अगले 5 सालों के विच प्रिंसीपल बिकम्स 3 टाइम्स। सो प्रिंसीपल कितना हो जाएगा 3 टाइम्स। हुण इत्थों हुण देखो टाइम थोड़ा चेंज हो गया, इस करके आपां नूं थोड़ा जिहा करना पएगा, देखते हैं की आएगा। हुण देखो इत्थे की आएगा, इत्थे आपां लिखते हैं प्रिंसीपल हो गया जी 3P, प्रिंसीपल 3P हो गया। रेट ऑफ इंटरस्ट सेम रहेगा, सो इट विल बी R इंटू हुण अगली गल की जाए तो अगे आ गया अपने को टाइम। सो टाइम आ गया जी 5 साल डिवाइडेड बाय 100। सो SI2 कितना हो गया। हुण SI2 तो SI इस 225 का कोई रिलेशन बन सकता है, बिल्कुल बन सकता है जी। प्रिंसीपल जरूर 3P है बट इत्थे टाइम 5 है, तो आप इस काम करते हैं 5 नूं अगे ले आने, 5 नूं अगे ले आवांगे तो बाद दे विच की बच जाएगा P इंटू R इंटू 3। सो P इंटू R इंटू 3 लिख सकते हैं आप इसनूं। This is divided by 100 and this PR into 3 divided by 100, P into R into 3 divided by 100। इसे दी वैल्यू कितनी है स्टूडेंट्स, इसे दी वैल्यू है 225। सो दैट मीनस इत्थे मैं सिंपल वर्ड्स दे विच अगले स्टैप दे विच की कह सकदा SI2 की वैल्यू इट विल बी 225 इंटू 5। तो 225 नूं मैं की करांगा 5 ਦੇ ਨਾਲ मल्टीप्लाई कर ਦਾਂਗਾ तो मेरे को सिंपल इंटरस्ट ਜਿਹੜਾ अगले 5 सालों के लिए उसकी वैल्यू आ जाएगी। सो इसनों मल्टीप्लाई करांगे अपने को बन जाएगा 225, ਇੱਥੇ आ जाएगा 225 ਨੂੰ 4 ਨਾਲ मल्टीप्लाई करांगे तो आ जाएगा 900 तो 900 ਦੇ ਵਿੱਚ 225 ऐड कर ਦਾਂਗੇ तो 1125 आ जाएगा। सो पहला जो सिंपल इंटरस्ट है दैट विल बी 225। सो 225 है। दूसरा जिहड़ा सिंपल इंटरस्ट अपने को बनया दैट इज़ 11, वो बनया अपने को 1125 रुपये। सो अगर आप इन्हां दोनों नूं ऐड कर देने तो अपने को पूरी अमाउंट आ जाएगी जिहड़ा आ जाएगा इंटरस्ट। सो इत्थों 25 ते 25 50 हो गए जी, ठीक है जी। सो इत्थों बन गए 1350 रुपये। सो इस क्वेश्चन के आंसर दे विच की है, तुसीं पता की करना है ਆਪਾਂ ਨੂੰ सिमिलर टाइप के क्वेश्चन है। ये कह रहा है वट विल बी द टोटल इंटरस्ट एट द एंड ऑफ 8th ईयर। तो 8 जो साल जो पूरे होंगे ने, पहला देखो 3 साल दिते हुए ने आपां नूं, उस तो बाद आपां नूं
5 ਸਾਲ ਦਿੱਤੇ ਹੋਏ ਨੇ। ਸੋ ਕਨਫਿਊਜ਼ ਨਹੀਂ ਹੋਣਾ ਹੈਗਾ, ਧਿਆਨ ਦੇ ਨਾਲ ਕੁਐਸਚਨ ਨੂੰ ਕਰਨਾ ਆ। ਸਿੰਪਲ ਕੰਸੈਪਟ ਯੂਜ਼ ਕਰਨੇ ਆ, ਜਾਂ ਤਾਂ ਜਿੱਦਾਂ ਮੈਂ ਦੱਸਿਆ ਉੱਦਾਂ ਕਰ ਲਓ, ਜਾਂ ਦੂਜਾ ਆਪਸ਼ਨ ਕੀ ਆ, ਕੁਐਸਚਨ ਦੇ ਵਿੱਚ P ਐਂਡ R ਦੀ ਵੈਲਿਊ ਤੁਸੀਂ ਫਾਈਂਡ ਆਊਟ ਕਰ ਲਓ। ਇੱਕ ਇਕੁਏਸ਼ਨ ਤੋਂ ਦੂਸਰੀ ਇਕੁਏਸ਼ਨ ਦੇ ਵਿੱਚ P ਐਂਡ R ਦੀ ਉਹ ਵੈਲਿਊ ਪੁੱਟ ਕਰ ਦਿਓ, ਤੁਹਾਡੇ ਕੋਲ ਉਸ ਤਰੀਕੇ ਨਾਲ ਵੀ ਸੋਲਿਊਸ਼ਨ ਦਾ ਕੁਐਸਚਨ ਦਾ ਜਿਹੜਾ ਹੈ ਸੋਲਿਊਸ਼ਨ ਮਿਲ ਜਾਏਗਾ। ਸੋ ਆਈ ਹੋਪ ਕੁਐਸਚਨ ਨੰਬਰ 34 ਐਂਡ 35 ਤੁਸੀਂ ਸਮਝ ਲਏ ਹੋਵੋਗੇ। ਹੈਗੀ ਹੈ ਸਟੂਡੈਂਟਸ, ਪਹਿਲਾਂ ਆਪਾਂ ਨੂੰ ਕੁਛ ਇੰਟਰਸਟ ਗਿਵਨ ਹੈ 2 ਜਾਂ 3 ਸਾਲ ਦੇ ਲਈ, ਉਸ ਤੋਂ ਬਾਅਦ ਆਪਾਂ ਨੂੰ ਕੀ ਹੈ, ਉਸ ਤੋਂ ਬਾਅਦ ਆਪਾਂ ਨੂੰ ਕਹਿ ਦਿੰਦਾ ਹੈ ਕਿ ਇੰਟਰਸਟ ਜਾਂ ਟਾਈਮ ਜੋ ਹੈ ਉਹ ਚੇਂਜ ਹੋ ਗਿਆ। ਠੀਕ ਹੈ, ਸੋ ਇੰਟਰਸਟ ਜਾਂ ਟਾਈਮ ਚੇਂਜ ਹੋਣ ਦੇ ਨਾਲ ਸਿੰਪਲ ਇੰਟਰਸਟ ਵੀ ਚੇਂਜ ਹੋ ਜਾਏਗਾ। ਲਾਈਕ ਜਿੱਦਾਂ ਪਹਿਲੇ 3 ਸਾਲ ਆਪਾਂ ਪਿਛਲੇ ਕੁਐਸਚਨ ਦੀ ਗੱਲ ਕਰਦੇ ਹਾਂ, ਪਿਛਲੇ ਕੁਐਸਚਨ ਦੇ ਵਿੱਚ ਕੀ ਸੀ, ਪਿਛਲੇ ਕੁਐਸਚਨ ਦੇ ਵਿੱਚ ਆਪਾਂ ਨੂੰ ਗਿਵਨ ਸੀਗਾ ਕਿ ਪਹਿਲੇ 4 ਸਾਲ ਇੰਟਰਸਟ ਕਿੰਨਾ ਹੈ 150 ਰੁਪੀਜ਼। ਉਸ ਤੋਂ ਬਾਅਦ ਉਹਨੇ ਕਹਿ ਦਿੱਤਾ ਬਈ ਅਗਲੇ 4 ਸਾਲ ਵਾਸਤੇ ਪ੍ਰਿੰਸੀਪਲ ਕੀ ਹੋ ਗਿਆ 5 ਟਾਈਮਸ, ਮੀਨਸ ਪ੍ਰਿੰਸੀਪਲ ਚੇਂਜ ਹੋ ਗਿਆ। ਅਤੇ ਜਦੋਂ ਪ੍ਰਿੰਸੀਪਲ ਚੇਂਜ ਹੋ ਗਿਆ, ਪ੍ਰਿੰਸੀਪਲ ਦੇ ਕੋਰਸਪੋਂਡਿੰਗ ਜਿਹੜੀ ਹੈ ਇੰਟਰਸਟ ਵੀ ਆਪਣਾ ਹੁੰਦਾ ਹੈ ਉਹ ਚੇਂਜ ਹੋ ਜਾਏਗਾ। ਸੋ ਇਸ ਤਰੀਕੇ ਨਾਲ ਕੁਐਸਚਨ ਨੰਬਰ 34 ਐਂਡ ਕੁਐਸਚਨ ਨੰਬਰ 35 ਸੋਲਵ ਹੋ ਜਾਂਦੇ ਨੇ। ਹੁਣ ਗੱਲ ਕਰਦੇ ਹਾਂ ਕੁਐਸਚਨ ਨੰਬਰ 36 ਦੀ। ਸੋ ਕੁਐਸਚਨ ਨੰਬਰ 36 ਤੁਹਾਡੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਹੈ। ਸੋ ਕੁਐਸਚਨ ਨੰਬਰ 36 ਜੋ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਹੁਣ ਡਿਸਪਲੇ ਹੋ ਰਿਹਾ ਹੈ। ਕੁਐਸਚਨ ਕੀ ਕਹਿ ਰਿਹਾ ਹੈ ਕੁਐਸਚਨ ਨੰਬਰ 36 ਦੀ ਅਗਰ ਗੱਲ ਕਰੀਏ, ਕਹਿੰਦਾ ਸਮ ਆਫ 2600 ਇਜ਼ ਲੈਂਟ ਆਊਟ ਇਨ 2 ਪਾਰਟਸ in such a way that one part at 10% for 5 years is equal to another part at 9% for 6 years. Find the sum। ਤਾਂ ਆਪਾਂ ਨੂੰ ਕੀ ਕਹਿ ਰਿਹਾ ਹੈ, ਦੇਖੋ ਆਪਾਂ ਨੂੰ ਕਹਿ ਰਿਹਾ ਹੈ ਜਿਹੜਾ 2600 ਰੁਪਏ ਹੈ, 2600 ਰੁਪਏ ਨੂੰ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲੈਂਦੇ ਆ। ਇੱਕ ਹਿੱਸਾ ਆ ਗਿਆ P1 ਲੈਟਸ ਸਪੋਜ਼, ਦੂਸਰਾ ਹਿੱਸਾ ਸਟੂਡੈਂਟਸ ਆਪਣੇ ਕੋਲ ਆ ਗਿਆ P2। ਸੋ ਆਪਾਂ ਨੂੰ ਕਹਿ ਰਿਹਾ ਹੈ ਕਿ P1 ਜੋ ਹੈ ਉਸ ਦੇ ਉੱਪਰ ਵੀ ਸੇਮ ਇੰਟਰਸਟ ਹੈ ਅਤੇ P2 ਦੇ ਉੱਪਰ ਵੀ ਸੇਮ ਇੰਟਰਸਟ ਹੈ ਵਿਦ ਸਮ ਕੰਡੀਸ਼ਨਸ ਇੱਦਾਂ ਦੀਆਂ ਨੇ, ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਕਿ ਪਹਿਲੇ ਪਾਰਟ ਦੇ ਉੱਪਰ ਮਤਲਬ P1 ਦੇ ਉੱਤੇ ਇੰਟਰਸਟ ਹੈ 10% ਅਤੇ 5 ਸਾਲਾਂ ਦੇ ਵਾਸਤੇ, ਅਤੇ ਦੂਜੇ ਪਾਰਟ ਦੇ ਉੱਪਰ ਇੰਟਰਸਟ ਰੇਟ ਹੈਗਾ ਹੈ ਜੀ 9% ਅਤੇ 6 ਸਾਲਾਂ ਦੇ ਵਾਸਤੇ। ਸੋ ਸਾਰੀਆਂ ਕੰਡੀਸ਼ਨਸ ਆਪਾਂ ਚੈੱਕ ਕਰਾਂਗੇ। ਹੁਣ ਮੈਥਡ ਕੀ ਨੇ, 2-3 ਮੈਥਡ ਨੇ ਕਰਨ ਦੇ ਕੁਐਸਚਨ। ਮੈਂ ਆਪਣਾ ਜਿਹੜਾ ਮੈਥਡ ਹੈ ਉਹ ਤੁਹਾਨੂੰ ਦੱਸਣਾ ਚਾਹਾਂਗਾ, ਅਤੇ ਆਈ ਹੋਪ ਤੁਸੀਂ ਓਬਵੀਅਸਲੀ ਤੁਹਾਨੂੰ ਵਧੀਆ ਲੱਗੇਗਾ ਉਹ ਮੈਥਡ। ਸੋ ਮੈਥਡ ਕੀ ਹੈ, ਦੇਖੋ ਪਹਿਲਾਂ ਮੈਂ ਪ੍ਰਿੰਸੀਪਲ ਲੈ ਲਿਆ P1, ਠੀਕ ਹੈ ਜੀ। P1 ਦੇ ਨਾਲ ਮੈਂ ਲਿਖ ਲਿਆ 10 ਰੇਟ ਆਫ ਇੰਟਰਸਟ ਐਂਡ ਨਾਲ ਲਿਖ ਲਿਆ 5 ਈਅਰਸ। ਸੋ P1 × 10 × 5 ਡਿਵਾਈਡਡ ਬਾਈ 100 ਇਹ ਸਿੰਪਲ ਇੰਟਰਸਟ ਹੋ ਜਾਏਗਾ P1 ਦੇ ਉੱਪਰ, ਜਿਹੜੀ ਇੱਕ ਅਮਾਊਂਟ ਹੈ P1। ਦੂਸਰਾ ਆਪਾਂ ਲਿਖ ਲਿਆ P2, ਇੱਥੇ ਲਿਖ ਲਿਆ ਆਪਾਂ P2 ਅਤੇ ਇੱਥੇ ਲਾਤਾ ਆਪਾਂ 9% ਇੰਟਰਸਟ, ਅਤੇ ਕਿੰਨੀ ਦੇਰ ਵਾਸਤੇ ਜੀ 6 ਸਾਲਾਂ ਦੇ ਵਾਸਤੇ। ਸੋ ਇੱਥੇ ਵੀ ਆਪਾਂ 100 ਲਿਖ ਲਿਆ। ਸੋ ਅੱਗੇ ਚੱਲਦੇ ਹਾਂ, ਅਗਲੇ ਸਟੈਪ ਦੇ ਵਿੱਚ ਕੀ ਹੈ, ਆਪਾਂ ਕੁਝ ਕੈਂਸਲੇਸ਼ਨ ਕਰ ਦਿੰਦੇ ਹਾਂ ਤਾਂ ਕਿ ਥੋੜ੍ਹਾ ਜਿਹਾ ਕੁਐਸਚਨ ਈਜ਼ੀ ਬਣ ਜੇ। ਠੀਕ ਹੈ ਜੀ, ਉਹ 100 ਦੇ ਨਾਲ ਮੈਂ 100 ਕੈਂਸਲ ਕਰਤਾ ਹੈ। ਇੱਥੇ ਮੇਰੇ ਕੋਲ ਆ ਗਿਆ ਜੀ 3 ਇੱਥੇ 50 ਆ ਜਾਏਗਾ ਅਤੇ ਇੱਥੇ ਆ ਜਾਏਗਾ 54। ਸੋ ਅਗਰ ਮੈਂ ਥੋੜ੍ਹਾ ਜਿਹਾ ਸੋਲਵ ਕਰਾਂ ਤਾਂ P1/P2, ਸੋ P1 ਇੱਕ ਮਿੰਟ ਵੇਟ ਕਰਿਓ ਜੀ, ਡਿਲੀਟ। ਸੋ P1/P2 ਜਿਹੜੀ ਰੇਸ਼ੋ ਹੈ, ਇਹ ਰੇਸ਼ੋ ਕਿਸ ਦੇ ਇਕੁਅਲ ਆ ਜਾਏਗੀ, ਦਿਸ ਰੇਸ਼ੋ ਵਿਲ ਬੀ ਇਕੁਅਲ ਟੂ 27। ਇਹ ਰੇਸ਼ੋ ਆ ਜਾਏਗੀ 27/25। ਹੁਣ ਦੇਖੋ ਕੀ ਹੈ, ਆਪਣੇ ਕੋਲ ਇੱਕ ਰੇਸ਼ੋ ਆ ਚੁੱਕੀ ਹੈ, ਆਪਣੇ ਕੋਲ 2 ਪਾਰਟਸ ਨੇ 27 ਐਂਡ 25। ਦੋਨਾਂ ਪਾਰਟਸ ਦਾ ਸਮ ਕਿੰਨਾ ਹੋ ਗਿਆ, ਦੇਖੋ 52। ਮਤਲਬ ਆਪਣੇ ਕੋਲ 2 ਵੈਲਿਊਜ਼ ਨੇ, ਇੱਕ ਵੈਲਿਊ 27 ਹੈ, ਇੱਕ ਦੇ ਕੋਲ 27 ਪਾਰਟਸ ਨੇ, ਇੱਕ ਦੇ ਕੋਲ 25 ਪਾਰਟਸ ਨੇ। ਸੋ ਦੋਨਾਂ ਨੂੰ ਟੋਟਲ ਪਾਰਟਸ ਆਪਣੇ ਕੋਲ ਕਿੰਨੇ ਹੋ ਗਏ, ਦੈਟ ਇਜ਼ ਇਕੁਅਲ ਟੂ 52 ਐਂਡ ਅਮਾਊਂਟ ਕਿੰਨੀ ਹੈ ਜੀ, ਟੋਟਲ ਪਾਰਟਸ ਆਪਣੇ ਕੋਲ 52 ਨੇ, ਅਮਾਊਂਟ ਹੈਗੀ ਹੈ 2600 ਰੁਪਏ। ਇੱਥੋਂ ਕੀ ਕਰੋਗੇ, 2600 ਰੁਪਏ ਤੋਂ ਤੁਸੀਂ
ਇੱਕ ਪਾਰਟ ਦੀ ਵੈਲਿਊ ਫਾਈਂਡ ਆਊਟ ਕਰ ਲਓਗੇ। ਸੋ 1 ਪਾਰਟ ਵੈਲਿਊ ਵਿਲ ਬੀ ਇਕੁਅਲ ਟੂ, ਇੱਥੋਂ ਮੇਰੇ ਖਿਆਲ ਨਾਲ ਕੈਂਸਲ ਆਊਟ ਕਰੋਗੇ ਤਾਂ 50 ਆ ਜਾਏਗੀ ਸਿੰਗਲ ਪਾਰਟ ਦੀ ਵੈਲਿਊ। ਸੋ 1 ਪਾਰਟ ਵੈਲਿਊ, ਇੱਕ ਪਾਰਟ ਦੀ ਵੈਲਿਊ ਕਿੰਨੀ ਆ ਜਾਏਗੀ 50। ਤੁਹਾਨੂੰ ਕੀ ਪੁੱਛਿਆ ਹੈ, ਫਾਈਂਡ ਦਾ ਟੂ ਸਮ ਜਿਹੜੇ ਦੋ ਨੇ ਉਹ ਫਾਈਂਡ ਆਊਟ ਕਰਨੇ ਨੇ ਕਿਹੜੇ ਕਿਹੜੇ ਨੇ। ਸੋ ਇੱਥੋਂ ਹੁਣ ਦੇਖੋ ਦੋ ਮੈਥਡ ਨੇ, ਠੀਕ ਆ ਜੀ, ਦੋ ਮੈਥਡ। ਵੈਸੇ ਤਾਂ ਇੱਥੋਂ ਵੀ ਆਈਡੀਆ ਲੱਗ ਹੀ ਸਕਦਾ ਤੁਹਾਨੂੰ, ਆਈ ਥਿੰਕ ਇੱਥੋਂ ਕਿਤੋਂ ਆਈਡੀਆ ਲੱਗ ਸਕਦਾ ਹੈ, ਬਾਕੀ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ। ਸੋ 27 ਨੂੰ 25 ਨਾਲ 50 ਦੇ ਨਾਲ ਗੁਣਾ ਕਰ ਦਾਂਗੇ। ਸੋ 27 ਨੂੰ 5 ਨਾਲ ਕਰਾਂਗੇ ਤਾਂ ਆਪਣੇ ਕੋਲ ਆਏਗਾ 27 5 ਹੈ 1350 ਰੁਪਏ। ਸੋ 1350 ਇੱਥੇ ਬਣ ਜਾਏਗਾ ਅਤੇ 25 5 ਹੈ 125, ਸੋ 1250 ਇੱਥੇ ਬਣ ਜਾਏਗਾ। ਸੋ ਇਸ ਤਰੀਕੇ ਨਾਲ ਇਸ ਕੁਐਸਚਨ ਨੂੰ ਆਪਾਂ ਅਟੈਂਪਟ ਕਰ ਸਕਦੇ ਸੀਗੇ ਕਿ ਪਹਿਲਾਂ ਆਪਾਂ ਸਿੰਪਲ ਇੰਟਰਸਟ ਦੋਨੋਂ ਦਾ ਇਕੁਅਲ ਕਰ ਲਿਆ, ਫਿਰ ਆਪਾਂ ਰੇਸ਼ੋ ਦੇਖ ਲਈ ਕਿ ਕਿਸ ਰੇਸ਼ੋ ਦੇ ਵਿੱਚ ਪ੍ਰਿੰਸੀਪਲਸ ਆਏ। ਦੈਟ ਵਾਰ ਇਨ ਰੇਸ਼ੋ ਇੱਥੋਂ ਆਪਣੀ P1 ਐਂਡ P2 ਦੀ ਰੇਸ਼ੋ ਆ ਰਹੀ ਸੀਗੀ 27:25। ਸੋ ਇਹ ਰੇਸ਼ੋ ਸੀਗੀ P1 ਦੀ ਐਂਡ P2 ਦੀ। ਹੁਣ ਜੇਕਰ ਆਪਾਂ ਨੂੰ ਇੱਥੇ P2 ਪੁੱਛਿਆ ਹੁੰਦਾ ਤਾਂ P2 ਆਪਣਾ ਬਣ ਜਾਂਦਾ 1250 ਰੁਪਏ। ਅਗਰ ਆਪਾਂ ਨੂੰ P1 ਪੁੱਛਿਆ ਹੁੰਦਾ ਫਿਰ ਬਣ ਜਾਂਦਾ 1350 ਰੁਪਏ। ਉਹਨੇ ਕੀ ਪੁੱਛਿਆ, ਉਹਨੇ ਦੋਨੋਂ ਸਮ ਪੁੱਛੇ ਨੇ, ਫਾਈਂਡ ਦਾ ਟੂ ਸਮ, ਤਾਂ ਇੱਥੋਂ ਇੱਕੋ ਹੀ ਆਪਸ਼ਨ ਬਣੇਗਾ ਜਿਸ ਦੇ ਵਿੱਚ 1350 ਐਂਡ 1250 ਹੈ। ਸੋ ਆਪਸ਼ਨ ਨੰਬਰ 1 ਵਿਲ ਬੀ ਦਾ ਰਾਈਟ ਆਂਸਰ ਫॉर ਦਾ ਗਿਵਨ ਕੁਐਸਚਨ ਨੰਬਰ 36। ਤਾਂ ਕੁਐਸਚਨ ਨੰਬਰ 36 ਦਾ ਆਂਸਰ ਬਣ ਜਾਏਗਾ ਆਪਸ਼ਨ ਨੰਬਰ ਏ। ਆਈ ਹੋਪ ਤੁਸੀਂ ਕੁਐਸਚਨ ਨੂੰ ਅੱਛੇ ਤਰੀਕੇ ਨਾਲ, ਇੱਕ ਤਰੀਕੇ ਨਾਲ ਸਮਝਿਆ ਹੋਏਗਾ ਕਿ ਕੁਐਸਚਨ ਨੂੰ ਕਿਵੇਂ ਆਪਾਂ ਦੇਖਣਾ ਹੈ, ਠੀਕ ਹੈ ਜੀ। ਸੋ ਬਿਲਕੁਲ ਧਿਆਨ ਰੱਖਣਾ ਹੈ ਕੁਐਸਚਨ ਦਾ, ਅਤੇ ਕੁਐਸਚਨ ਦੇ ਅਕੋਰਡਿੰਗ ਕਿਸ ਤਰੀਕੇ ਨਾਲ ਆਪਾਂ ਕੁਐਸਚਨ ਨੂੰ ਅੱਗੇ ਕਰਨਾ ਹੈ, ਉਹ ਸਾਰੀ ਚੀਜ਼ ਦਾ ਬਿਲਕੁਲ ਤੁਸੀਂ ਧਿਆਨ ਰੱਖਣਾ ਹੈ। ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਜੋ ਹੈ ਉਹ ਆਪਣਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ। ਗੱਲ ਕਰਦੇ ਹਾਂ ਸਟੂਡੈਂਟਸ ਨੈਕਸਟ ਕੁਐਸਚਨ ਦੀ। ਕੁਐਸਚਨ ਨੰਬਰ 37 ਜੋ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੈ, ਅਤੇ ਕੁਐਸਚਨ ਕੀ ਕਹਿ ਰਿਹਾ ਹੈ, ਸਰਟੇਨ ਆਫ ਮਨੀ ਅਮਾਊਂਟ ਟੂ ₹1020 at 9% in a time in which 720 amount to 880 at 4%. If the rate of interest is simple, find the sum। ਤਾਂ ਆਪਾਂ ਨੂੰ ਬਿਲਕੁਲ ਹੀ ਇੱਕ ਈਜ਼ੀ ਕੁਐਸਚਨ ਦਿੱਤਾ ਹੋਇਆ ਹੈ, ਬਟ ਫਿਰ ਵੀ ਹਰ ਕੁਐਸਚਨ ਦੇ ਵਿੱਚ ਕੀ ਹੁੰਦਾ ਹੈ, ਕੋਈ ਨਾ ਕੋਈ ਇੰਟਰਸਟਿੰਗ ਲੌਜਿਕ ਹੁੰਦਾ ਹੈ। ਸੋ ਉਹਨਾਂ ਸਾਰੇ ਲੌਜਿਕਸ ਨੂੰ ਕੰਸੀਡਰ ਕਰਕੇ ਹੀ ਕੁਐਸਚਨ ਨੂੰ ਪਾਇਆ ਜਾਂਦਾ ਹੈ। ਸੋ ਇੱਥੇ ਵੀ ਕੀ ਆ, ਇੱਥੇ ਵੀ ਜਿਹੜਾ ਕੁਐਸਚਨ ਹੈ ਉਹ ਬਹੁਤ ਹੀ ਇੰਟਰਸਟਿੰਗ ਵੇ ਦੇ ਨਾਲ ਉਹਨਾਂ ਨੇ ਪਾਇਆ ਹੈ, ਅਤੇ ਕੁਐਸਚਨ ਦੇ ਵਿੱਚ ਪੁੱਛਿਆ ਹੈ ਸੋ ਕੁਐਸਚਨ ਦੇ ਵਿੱਚ ਇਹ ਪੁੱਛਿਆ ਗਿਆ ਹੈ, ਮੈਂ ਇੱਕ ਵਾਰੀ ਐਕਸਪਲੇਨ ਕਰ ਦਿੰਦਾ ਕੁਐਸਚਨ ਨੂੰ, ਪਹਿਲਾਂ ਟਰਾਂਸਲੇਟ ਕਰ ਲੈਂਦੇ ਹਾਂ। ਸੋ ਕੁਐਸਚਨ ਆਪਾਂ ਨੂੰ ਕੀ ਕਹਿ ਰਿਹਾ ਹੈ, ਕੁਐਸਚਨ ਆਪਾਂ ਨੂੰ ਇਹ ਕਹਿ ਰਿਹਾ ਹੈ ਕਿ ਸਰਟੇਨ ਸਮ ਆਫ ਮਨੀ, ਕੁਛ ਆਪਣੇ ਕੋਲ ਅਮਾਊਂਟ ਹੈ, ਉਹ ਕਿੰਨੀ ਹੋ ਜਾਂਦੀ ਹੈ, ਉਹ 1020 ਰੁਪਏ ਹੋ ਜਾਂਦੀ ਹੈ ਐਟ 9% ਇਨ ਅ ਟਾਈਮ। ਕਿੰਨੇ ਟਾਈਮ ਦੇ ਵਿੱਚ? ਓਨੇ ਟਾਈਮ ਦੇ ਵਿੱਚ ਜਿੰਨੇ ਟਾਈਮ ਦੇ ਵਿੱਚ 720 ਰੁਪਏ 880 ਰੁਪਏ ਬਣ ਜਾਂਦੇ ਨੇ ਐਟ ਦਾ ਰੇਟ ਆਫ 4%। ਅਤੇ ਰੇਟ ਆਫ ਇੰਟਰਸਟ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਸਿੰਪਲ ਇੰਟਰਸਟ ਹੈ। ਤੁਸੀਂ ਕੀ ਕਰਨਾ ਹੈ, ਸਮ ਫਾਈਂਡ ਆਊਟ ਕਰਨਾ ਹੈ। ਕਿਹੜਾ ਮੀਨਸ ਤੁਸੀਂ ਪ੍ਰਿੰਸੀਪਲ ਫਾਈਂਡ ਆਊਟ ਕਰਨਾ ਹੈ। ਕਿਹੜੇ ਪ੍ਰਿੰਸੀਪਲ ਦੀ ਗੱਲ ਹੋ ਰਹੀ ਹੈ? ਉਸ ਪ੍ਰਿੰਸੀਪਲ ਦੀ ਗੱਲ ਹੋ ਰਹੀ ਹੈ ਜਿਸ 'ਤੇ ਵਿਆਜ ਲੱਗ ਕੇ ਅਮਾਊਂਟ ਬਣ ਰਹੀ ਹੈ 1020 ਰੁਪਏ। ਸੋ ਕੁਐਸਚਨ ਨੂੰ ਸਮਝ ਲੈਣਾ ਹੈ ਅੱਛੇ ਤਰੀਕੇ ਨਾਲ। ਬਿਲਕੁਲ ਜੀ। ਹੁਣ ਆਪਾਂ ਕੀ ਕਰਦੇ ਹਾਂ, ਹੁਣ ਆਪਾਂ ਇਸ ਕੁਐਸਚਨ ਨੂੰ ਪਹਿਲਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰੀਕੇ ਨਾਲ ਸੋਲਵ ਹੋ ਸਕਦਾ ਹੈ। ਜਿਹੜਾ ਆਪਾਂ ਨੂੰ 720 ਰੁਪਏ ਦਿੱਤਾ ਹੋਇਆ ਹੈ ਕਿ 720 ਜੋ ਹੈ ਉਹ 880 ਬਣ ਜਾਂਦਾ ਹੈ, ਤਾਂ ਇੱਥੋਂ ਆਪਾਂ ਕੀ ਕਰਦੇ ਹਾਂ, ਪਹਿਲਾਂ ਤਾਂ ਸਿੰਪਲ ਇੰਟਰਸਟ ਦੇਖ ਲੈਂਦੇ ਹਾਂ। ਸਿੰਪਲ ਇੰਟਰਸਟ ਕੀ ਹੋ ਜਾਏਗਾ, 880 ਰੁਪਏ ਦੇ ਵਿੱਚੋਂ 720 ਰੁਪਏ ਆਪਾਂ ਮਾਈਨਸ ਕਰ ਦਿੰਦੇ ਹਾਂ। ਸੋ 880 ਰੁਪਏ ਦੇ ਵਿੱਚੋਂ ਜਦੋਂ ਆਪਾਂ 720 ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਸਿੰਪਲ ਇੰਟਰਸਟ ਬਣ ਜਾਏਗਾ। ਅੱਗੇ ਆਪਣਾ ਆ ਜਾਏਗਾ ਪੀ ਆਪਾਂ ਨੂੰ ਕਿੰਨਾ ਪਤਾ ਹੈ, ਪੀ ਕਿੰਨਾ ਹੈ ਜੀ 720 ਰੁਪਏ। ਆਰ ਆਪਾਂ ਨੂੰ ਗਿਵਨ ਹੈ ਦੈਟ ਇਜ਼ 4%।
टाइम आपां नूं स्टूडेंट्स इत्थों नहीं पता, बट आपां नूं ये पता है कि आपां पी अगर आपां नूं पता होए, आर पता होए, सिंपल इंटरस्ट पता होए तो आपां टाइम इत्थों फाइंड आउट कर लांगे। सो 720 इंटू 4 इंटू टी डिवाइडिड बाय 100। ਹੁਣ ਲੈਫਟ हैंड साइड ਤੇ ਕੀ ਆ ਜਾਏਗਾ ਜੀ, ਲੈਫਟ हैंड साइड ਤੇ ਆਪਣਾ ਆ ਜਾਏਗਾ 160 रुपए। सो ਇੱਥੇ ਲਿਖ ਲੈਂਦੇ ਆ 160 रुपए। अगर मैं इसनूं कैंसल करदा तो 16 पहले तो 0 0 कैंसल कर देने इत्थों, जिहड़ी भी चीज़ कैंसल हो जाएगी 0 दे नाल 0 कैंसल हो गई जी। सो इत्थों आ गया 4 दे नाल 16 दे उपर कटता, 4 चौके 16, ठीक है जी। उस तो बाद इत्थों आ गया 18 चौके 72, ठीक है जी। इत्थे आ गया 18। सो टाइम अपने को कितना आ गया, टाइम इज़ इक्वल टू 100 बाय 18। टाइम अपने को आ गया स्टूडेंट्स 100 बाय 18। इस तो बाद की है, हुण आपां नूं कह रहा है जिन्ने टाइम दे विच 720 रुपए 880 हो रहे ने, मीनस टाइम आपां जिहड़ा फाइंड आउट किया दैट इज़ 100 बाय 18। इन्ने ही टाइम दे विच किसी पर्टिकुलर अमाउंट, पर्टिकुलर प्रिंसीपल तो अमाउंट बन रही है किन्नी, 1020 रुपए। तो हुण की करांगे, रेट आपां नूं 9% दिता होया है। हुण की करांगे स्टूडेंट्स, हुण आपां की करांगे, हुण आपां इत्थे लिखदे आ अमाउंट जिहड़ी है 1020। इस दे विचों की करांगे, इस दे विचों आपां प्रिंसीपल नूं माइनस कर दांगे। प्रिंसीपल आपां नूं पता नहीं है। इस तो बाद अगे चलते हैं, इत्थे अपना प्रिंसीपल आ जाएगा। प्रिंसीपल दे नाल अपने कोल 9% रेट ऑफ इंटरस्ट आ जाएगा। तो टाइम आपां हुणे कैलकुलेट करके हटे हैं, टाइम कितना आया सी स्टूडेंट्स 100 बाय 18। सो 100 बाय 18 की आ जाएगा, टाइम आ जाएगा। तो अगर इत्थे गल की जाए तो नाल PRT बाय 100 भी आएगा। सो बाकी जो पार्ट है दैट इज़ कैलकुलेशन पार्ट, बाकी जो है वो कैलकुलेशन का हिस्सा रह गया है। ऑलमोस्ट क्वेश्चन अपना खत्म है। सो 100 एंड 100 कैंसल आउट कर देने, 9 2s का 18 आ गया जी अपने को। सो इस तो बाद की है, इस तो बाद आप इस 2 नूं इस साइड क्रॉस मल्टीप्लाई कर देंगे। सो पहला 1020 राइट हैंड साइड से अपने को P आ जाएगा। सो राइट हैंड साइड से अपने को P है, लैफ्ट हैंड साइड के उपर 1020 नूं 4 ना करांगे तो 2040 आ जाएगा। सो 2040 माइनस, इस तो बाद माइनस आ जाएगा, माइनस दे विच आ जाएगा 2P। सो फाइनली अपने को की कह सकते हैं, नैक्सट स्टैप दे विच राइट हैंड साइड से आ जाएगा P, 3P हो जाएगा। मैं डिनोमीनेटर दे विच ले आ रहा 3 नूं। सो इट विल बी 2040 डिवाइडेड बाय 3। सो 2040 डिवाइडेड बाय 3 आ गया जी अपने को। इत्थों स्टूडेंट्स आप कैलकुलेट कर लाँगे P की वैल्यू, तो P की वैल्यू थोड़े को आ जाएगी 3 6 का 18, 24 680 रुपीज़। तो इस तरीके नाल भी कई बार क्वेश्चन पूछे जाते हैं पेपर दे विच। सो हर चीज़ के लिए की है, तुसीं हर क्वेश्चन के लिए, हर टाइप के क्वेश्चन के लिए तैयार रहना है कि किसी भी तरीके नाल जिहड़ा है क्वेश्चन नूं पुट किया जा सकता है। सो आई होप तुसीं क्वेश्चन नूं समझिया होएगा। अज की वीडियो का यह चौथा क्वेश्चन आ। ऑलमोस्ट आपां कोशिश करते हैं 10-12 क्वेश्चन आपां हर पार्ट दे विच करिए। सो 4 क्वेश्चन आपां कर चुके हैं। हुण आपां गल करते हैं नैक्सट क्वेश्चन की। तो इस क्वेश्चन का राइट आंसर बन जाएगा ऑप्शन नंबर ए ऑप्शन, पहला ऑप्शन 680 रुपए जिहड़ा है दैट विल बी द राइट आंसर फॉर द प्रिंसीपल। जिहड़ा प्रिंसीपल फाइंड आउट करना सीगा आपां, उसका आंसर बन जाएगा 680 रुपए। सो गल करते हैं नैक्सट क्वेश्चन की। क्वेश्चन नंबर 38 जो है वो तुहाडी स्क्रीन के उत्ते आ चुका है, दैट इज़ रीड करते हैं क्वेश्चन की कह रहा है। क्वेश्चन नंबर 38 कह रहा है अ सर्टेन सम ऑफ मनी अमाउंट टू ₹4800 इन 5 ईयरस। तो कोई अमाउंट अपने को प्रिंसीपल है, प्रिंसीपल तो कितनी अमाउंट बन रही है, प्रिंसीपल तो अमाउंट बन रही है 4800। ठीक है जी, ध्यान देना, समझ लेना है। कह रहा है प्रिंसीपल तो आपां नूं अमाउंट बन गई कितनी 4800।
टाइम दिता होया है, टाइम इज़ गिवन दैट इज़ 5 ईयरस, 5 साल का जो है टाइम दिता होया है। रेट ऑफ इंटरस्ट 4% पर एनम भी दिता होया है। अगे चलते हैं, अगे कह रहा है इन हाउ मैनी ईयरस, कितना टाइम लगेगा, इन हाउ मैनी ईयरस विल इट अमाउंट टू 5120 एट द सेम रेट। सेम रेट के उपर कहता 5120 रुपए होने दे विच उसनूं कितना टाइम लगेगा। सो इस तरीके का क्वेश्चन पूछा गया है। क्वेश्चन इन्ना सिंपल नहीं है, बेसिकली होएगा कि पहला इत्थों थोनों 4800 रुपए लेने पैणगे। 4800 रुपए की है अमाउंट है, मीनस सिंपल इंटरस्ट ते प्रिंसीपल का सम है जी। सो 4800 ਦੇ ਵਿੱਚੋਂ ਤੁਸੀਂ ਪਹਿਲਾਂ ਤਾਂ ਪ੍ਰਿੰਸੀਪਲ ਮਾਈਨਸ ਕਰ ਦੋਗੇ, ਇਹ ਤੁਹਾਡੇ ਕੋਲ ਸਿੰਪਲ ਇੰਟਰਸਟ ਬਣ ਜਾਏਗਾ। ਸਿੰਪਲ ਇੰਟਰਸਟ ਬਣੇਗਾ ਤਾਂ ਹੀ ਤੁਸੀਂ PRT ਦਾ ਫਾਰਮੂਲਾ ਲਗਾ ਸਕਦੇ ਹੋ। ਰੇਟ ਆਪਣੇ ਕੋਲ 4% ਹੈ, ਟਾਈਮ ਆਪਣੇ ਕੋਲ 5 ਸਾਲ ਹੈ। ਸੋ ਇੱਥੋਂ ਆਪਣੇ ਕੋਲ 4 × 5 ਡਿਵਾਈਡਡ ਬਾਈ 100 ਆ ਗਿਆ ਜੀ। ਸੋ ਇਹ ਆਪਣੇ ਕੋਲ ਹੋ ਗਿਆ 5 ਚੌਕਾ 20। ਸੋ 20 ਨੂੰ ਆਪਾਂ ਕੈਂਸਲ ਆਊਟ ਕਰ ਦਿੰਦੇ ਹਾਂ, 20 5 ਹੈ 100। ਸੋ ਇੱਥੇ 5 ਆ ਜਾਏਗਾ। ਇਸ ਤੋਂ ਬਾਅਦ ਕੰਮ ਕੀ ਆ, ਕ੍ਰੋਸ ਮਲਟੀਪਲਾਈ ਦਾ। ਸੋ 48 ਨੂੰ 5 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 8 5 40 ਅਤੇ 5 ਚੌਕਾ 20 ਤਾਂ 24,000 ਬਣ ਜਾਏਗਾ। ਸੋ 24,000। ਸੋ ਸਟੈਪ ਬਾਏ ਸਟੈਪ ਕੁਐਸਚਨ ਆਪਾਂ ਕਰ ਰਹੇ ਹਾਂ। ਸੋ ਦਿਸ ਇਜ਼ 24,000 ਮਾਈਨਸ 5p इज़ इक्वल टू p। तो इत्थों स्टूडेंट्स की है, इत्थों आपां की करांगे, p विल बी लैफ्ट, आपां p लिख लांगे राइट हैंड साइड से 6p हो जाएगा। सो p नूं मैं की करता, मैं 6 नूं डिनोमीनेटर दे विच ले गया। सो p विल बी इक्वल टू 24,000 डिवाइडेड बाय 24,000 नूं मैं 6 दे नाल डिवाइड कर दांगा, फिर मेरे को की है आंसर आ जाएगा। सो 6 चौका 24। सो हजे वैसे वो आंसर नहीं आया जोड़ा आप उम्मीद कर रहे हैं। सो इतों 6 चौका 24 के अकॉर्डिंग 4,000 रुपये स्टूडेंट्स मेरे को आ गया प्रिंसीपल। सो प्रिंसीपल फॉर द क्वेश्चन विल बी इक्वल टू, जो प्रिंसीपल है मूलधन वो कितना आ गया जी 4,000 रुपये। हुण मैनूं पूछा है 5120 रुपये सेम रेट के उपर किन्ने टाइम के विच बनणगे। सो दैट मीनस 5120 के विचों मैं हुण 4,000 माइनस करदा तां ही मेरे को आएगा ना 5120 माइनस 4,000 इक्वल टू, हुण देखो 4,000 आपां लिख लिया, उस तो बाद आ जाएगा हुण इंटरस्ट आपां नूं पता है, सॉरी प्रिंसीपल आपां नूं पता है कितना है, प्रिंसीपल आपां नूं पता है, प्रिंसीपल अपने कोल कितना है 4,000। सो प्रिंसीपल लिख लैंदे आ दैट इज़ इक्वल टू 4,000 नाल रेट ऑफ इंटरस्ट आपां नूं क्या है उही है जिहड़ा पहला सीगा। सो रेट ऑफ इंटरस्ट तो 4 ही है। टाइम आपां ने फाइंड आउट करना है। सो टाइम इत्थे t लिख लिया आपां, डिवाइडेड बाय 100 कर लिया जी। सो लैफ्ट हैंड साइड से जिहड़ा है अगर कैंसल आउट कर दोगे कुछ तो यह बन जाएगा जी 1100। थोड़ा जिहा इत्थों अगर इनू सर्कल नूं पूरा आपां इरेज कर दईए तो इत्थे आ जाएगा 1120 रुपये। तो चलो कुछ कैंसल आउट करते हैं पहला, इत्थों आ जाएगा 1120 रुपये। सो 1120 इत्थों बन जाएगा इस सबट्रैक्शन तो, 2 जीरोज़ कैंसल कर देने पहला तो, ठीक है जी। इत्थों आ जाएगा 1120 बटा 4 चौके। सो टाइम कट रहे हैं। सो टाइम विल बी इक्वल टू, इत्थों टाइम आ जाएगा दैट विल बी इक्वल टू 1120 बटा 160 या 40 गुणा 40 कह सकते हैं, 40 गुणा 4 सॉरी। सो इत्थों अपनी कैलकुलेशन अगे थोड़ी जी होर कर लैंदे, जीरो के नाल जीरो कैंसल आउट, तो इत्थों कैंसल कर लैंदे 4 दूनी 8 तो 8 चौका 32, 28 आ गया जी। 28 तो बाद फिर कैंसल आउट 4 के नाल हो जाएगा। सो 4 नूं कैंसल करांगे तो अपने कोल टाइम आ जाएगा स्टूडेंट्स, तो टाइम विल बी इक्वल टू 7 ईयर। सो 7 साल का टाइम आ जाएगा कि 7 साल के बाद जो है वो
ਜਿਹੜੀ ਅਮਾਊਂਟ ਸੀਗੀ 4000 ਉਹ ਕਿੰਨੀ ਹੋ ਜਾਏਗੀ, ਉਹ ਅਮਾਊਂਟ ਆਪਣੀ 5120 ਰੁਪਏ ਹੋ ਜਾਏਗੀ। ਸੋ ਇਸ ਕੁਐਸਚਨ ਦਾ ਆਨਸਰ ਬਣੇਗਾ ਆਪਸ਼ਨ ਨੰਬਰ 2। ਸੋ ਇਸ ਤਰੀਕੇ ਨਾਲ ਜਿਹੜੇ ਆਪਣੇ 5 ਕੁਐਸਚਨਸ ਨੇ ਉਹ ਕੰਪਲੀਟ ਹੁੰਦੇ ਨੇ। ਹੁਣ ਆਪਾਂ ਅਗਲੇ ਕੁਐਸਚਨਸ ਕਰਾਂਗੇ। ਸੋ ਜੇਕਰ ਵੀਡੀਓ ਤੋਂ ਕੁਝ ਸਿੱਖਣ ਨੂੰ ਤੁਹਾਨੂੰ ਮਿਲ ਰਿਹਾ ਹੈ, ਵੀਡੀਓ ਤੋਂ ਕੁਝ ਤੁਹਾਨੂੰ ਨੌਲੇਜ ਮਿਲ ਰਹੀ ਹੈ, ਤਾਂ ਵੀਡੀਓ ਨੂੰ ਜਿੰਨਾ ਹੋ ਸਕਦਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ, ਲਾਈਕ ਕਰੋ ਐਂਡ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰ ਲਓ, ਤਾਂ ਕਿ ਜਦੋਂ ਵੀ ਇੱਦਾਂ ਦੀ ਕੋਈ ਵੀਡੀਓ ਮੈਂ ਕੰਟੈਂਟ ਰਿਲੇਟਡ ਐਗਜ਼ਾਮ ਦੇ ਰਿਲੇਟਡ ਕੋਈ ਵੀ ਕੰਟੈਂਟ ਪਾਉਂਦਾ ਹਾਂ ਤਾਂ ਤੁਹਾਨੂੰ ਉਹ ਲੇਟੈਸਟ ਅਪਡੇਟ ਟਾਈਮਲੀ ਮਿਲਦੇ ਰਹਿਣ। ਸੋ ਉਸ ਦੇ ਲਈ ਕੀ ਆ, ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਵੀ ਹੈ ਅਪਡੇਟ ਮਿਲਦਾ ਰਹੇ। ਗੱਲ ਕਰਦੇ ਹਾਂ ਸਟੂਡੈਂਟਸ ਕੁਐਸਚਨ ਨੰਬਰ 39 ਦੀ। ਸੋ ਕੁਐਸਚਨ ਨੰਬਰ 39 ਜੋ ਹੈ ਤੁਹਾਡੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਹੈ। ਕੀ ਕਹਿ ਰਿਹਾ ਹੈ, ਅ ਪਰਸਨ ਲੈਂਟ ਅ ਸਰਟੇਨ ਸਮ ਆਫ ਮਨੀ ਐਟ 5% ਸਿੰਪਲ ਇੰਟਰਸਟ and in 6 years the interest amounted to rupees 350 less than the sum lent, find the sum lent। ਤਾਂ ਬਹੁਤ ਹੀ ਅੱਛਾ ਕੁਐਸਚਨ। ਕਈ ਵਾਰੀ ਕੀ ਹੁੰਦਾ ਹੈ, ਕੁਐਸਚਨ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਆ, ਬਟ ਕੀ ਹੈ ਤੁਸੀਂ ਕੁਐਸਚਨਸ ਦੀ ਪ੍ਰੈਕਟਿਸ ਹੀ ਇੰਨੀ ਕਰ ਲੈਣੀ ਹੈ ਸਟੂਡੈਂਟਸ ਕਿ ਜਦੋਂ ਪੇਪਰ ਦੇ ਵਿੱਚ ਕੁਐਸਚਨ ਆਏਗਾ ਤੁਸੀਂ ਬਿਲਕੁਲ ਉਸਨੂੰ ਜਦੀ ਕਰੈਕ ਕਰਨਾ ਹੈ ਕਿ ਕੁਐਸਚਨ ਕਿਸ ਮੈਥਡ ਦੇ ਨਾਲ ਆਪਾਂ ਕੀਤਾ ਸੀ ਅਤੇ ਕਿਸ ਮੈਥਡ ਨਾਲ ਆਪਾਂ ਹੁਣ ਪੇਪਰ ਦੇ ਵਿੱਚ ਕਰਨਾ ਆ। ਸੋ ਹਰ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਪਏਗਾ ਪੇਪਰ ਦੇ ਵਿੱਚ। ਇੱਦਾਂ ਨਹੀਂ ਹੁੰਦਾ ਕਿ ਤੁਸੀਂ ਪੇਪਰ ਦੇਣ ਚਲੇ ਜਾਓ ਬਟ ਤੁਹਾਡੀ ਉਸ ਤਰੀਕੇ ਨਾਲ ਤਿਆਰੀ ਨਾ ਹੋਵੇ। ਸੋ ਜੇਕਰ ਤੁਸੀਂ ਪੇਪਰ ਭਰਿਆ ਆ, ਪੇਪਰ ਕਰਨ ਦਾ ਸੋਚਿਆ ਹੈ, ਤਾਂ ਜ਼ਰੂਰ ਇੱਕ ਵਾਰੀ ਮੈਂ ਰਿਕੁਐਸਟ ਕਰਾਂਗਾ ਕਿ ਇੱਕ ਵਾਰੀ ਜ਼ਰੂਰ ਟਰਾਈ ਕਰੋ ਪੇਪਰ ਨੂੰ ਕਲੀਅਰ ਕਰਨ ਦੀ। ਬਾਕੀ ਦੀਆਂ ਗੱਲਾਂ ਬਾਅਦ 'ਚ ਕਰਾਂਗੇ। ਸੋ ਹੋਰ ਗੱਲਾਂ ਵਾਸਤੇ ਫਿਰ ਟਾਈਮ ਕੱਢਾਂਗੇ। ਸੋ ਗੱਲ ਕਰਦੇ ਹਾਂ ਕੁਐਸਚਨ ਦੀ। ਕਹਿ ਰਿਹਾ ਹੈ ਅ ਪਰਸਨ ਲੈਂਟ ਅ ਸਰਟੇਨ ਮਨੀ, ਕੁਐਸਚਨ ਤਾਂ ਆਪਣਾ ਹੋ ਚੁੱਕਾ ਹੈ। ਸੋ ਉਸਨੇ ਕੀ ਹੈ, ਇੱਕ ਪ੍ਰਿੰਸੀਪਲ ਲਿਆ, ਮਤਲਬ ਉਸਨੇ ਇੱਕ ਵਿਆਜ ਲਿਆ ਅਤੇ ਉਸਦਾ ਜਦੋਂ ਪੈਸੇ ਵਾਪਿਸ ਕਰਤੇ ਤਾਂ ਪੂਰਾ ਹਿਸਾਬ ਕਿਤਾਬ ਲਾਇਆ ਕਿ ਸਿੰਪਲ ਇੰਟਰਸਟ ਕਿੰਨਾ ਬਣਿਆ। ਸਿੰਪਲ ਇੰਟਰਸਟ ਜਿੰਨਾ ਉਸਨੇ ਕਰਜ਼ਾ ਲਿਆ ਸੀ ਜਾਂ ਜਿੰਨਾ ਉਸਨੇ ਪ੍ਰਿੰਸੀਪਲ ਲਿਆ ਸੀ, ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ, ਉਸ ਤੋਂ ਕਿੰਨਾ ਘੱਟ ਬਣਿਆ, 350 ਰੁਪਏ ਘੱਟ ਬਣਿਆ। ਜਾਂ ਇੱਦਾਂ ਕਹਿ ਲਓ ਕਿ ਮੈਂ ਬੈਂਕ 'ਚ ਪੈਸੇ ਜਮ੍ਹਾਂ ਕਰਾਏ ਮੰਨ ਲਓ 1000 ਰੁਪਏ, ਤਾਂ ਉਹ 350 ਮਤਲਬ 650 ਰੁਪਏ ਵਿਆਜ ਲੱਗ ਗਿਆ। ਸੋ ਇੱਦਾਂ ਇਸ ਤਰੀਕੇ ਨਾਲ ਕੀ ਹੈ, P ਮਾਈਨਸ 350 ਜਿਹੜਾ ਹੋਵੇਗਾ ਦੈਟ ਵਿਲ ਬੀ ਦਾ ਸਿੰਪਲ ਇੰਟਰਸਟ। ਤਾਂ ਇਹ ਕੀ ਬਣ ਗਿਆ ਜੀ, 6 ਸਾਲਾਂ ਦੇ ਵਿੱਚ ਇੰਟਰਸਟ ਇੰਨਾ ਬਣ ਗਿਆ। ਸੋ ਗੱਲ ਕਰਦੇ ਹਾਂ ਕੁਐਸਚਨ ਦੀ, ਕੁਐਸਚਨ ਕਿਵੇਂ ਹੋਵੇਗਾ। ਸੋ ਕੁਐਸਚਨ ਦੇ ਵਿੱਚ ਕੀ ਹੈ ਦੇਖੋ, ਪਹਿਲਾਂ ਤਾਂ ਆਪਾਂ ਇਹ ਮੰਨਦੇ ਹਾਂ ਕਿ ਸਿੰਪਲ ਇੰਟਰਸਟ ਹੈ। ਸਿੰਪਲ ਇੰਟਰਸਟ ਕਿੰਨਾ ਹੋ ਗਿਆ, ਦੈਟ ਇਜ਼ ਇਕੁਅਲ ਟੂ P ਮਾਈਨਸ 350। ਸੋ P ਦੇ ਵਿੱਚੋਂ 350 ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ, ਦੈਟ ਵਿਲ ਬੀ ਸਿੰਪਲ ਇੰਟਰਸਟ। ਦਿਸ ਸਿੰਪਲ ਇੰਟਰਸਟ ਇਜ਼ ਇਕੁਅਲ ਟੂ P ਇੰਟੂ ਰੇਟ ਆਫ ਇੰਟਰਸਟ ਆਪਾਂ ਨੂੰ ਇੱਥੇ ਦਿੱਤਾ ਹੋਇਆ ਹੈ ਦੈਟ ਇਜ਼ 5, ਟਾਈਮ ਦਿੱਤਾ ਹੋਇਆ ਹੈ ਦੈਟ ਇਜ਼ 6 ਐਂਡ ਇਹਨੂੰ ਆਪਾਂ ਡਿਵਾਈਡ ਕਰ ਦੇਣਾ ਹੈ ਬਾਏ 100 ਦੇ ਨਾਲ। ਠੀਕ ਹੈ ਜੀ। ਆਪਾਂ ਨੂੰ ਪੁੱਛਣਾ ਕੀ ਹੈ, ਆਪਾਂ ਨੂੰ ਇੱਥੇ ਪ੍ਰਿੰਸੀਪਲ ਪੁੱਛਿਆ ਗਿਆ ਹੈ। ਸੋ 5 ਨੂੰ ਇੱਥੇ ਗੱਲ ਕਰੀਏ ਤਾਂ ਇੱਥੇ 20 ਆ ਜਾਏਗਾ। ਠੀਕ ਹੈ ਜੀ। 20 ਤੋਂ ਬਾਅਦ ਕੁਝ ਕੈਂਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਥੇ 3 ਆ ਜਾਏਗਾ ਐਂਡ ਇੱਥੇ ਆਪਣਾ 10 ਆ ਜਾਏਗਾ। ਸੋ ਅਗਲੇ ਸਟੈਪ ਦੇ ਵਿੱਚ ਚੱਲਦੇ ਹਾਂ। ਅਗਲੇ ਸਟੈਪ 'ਚ ਕੀ ਹੋ ਜਾਏਗਾ, 10P ਇੱਥੇ ਆ ਜਾਏਗਾ 10P ਮਾਈਨਸ 3500, 350 ਸੀ। ਸੋ 350 10 ਦੇ ਨਾਲ ਮਲਟੀਪਲਾਈ ਹੋਗਾ ਦੈਟ ਵਿਲ ਬੀ 3500 ਇਕੁਅਲ ਟੂ 3P। ਦਿਸ ਇਜ਼ ਇਕੁਅਲ ਟੂ 3P। ਸੋ ਹੁਣ ਕੀ ਕਰਨਾ ਹੈ ਸਟੂਡੈਂਟਸ, ਇਸ ਨੂੰ ਲੈਫਟ ਹੈਂਡ ਸਾਈਡ 'ਤੇ ਲੈ ਜਾਂਦੇ ਹਾਂ। 10P ਮਾਈਨਸ 3P, ਸੋ ਤੁਹਾਡੇ ਕੋਲ ਕੀ ਆ ਜਾਏਗਾ, ਦੈਟ ਵਿਲ ਬੀ 7P ਇਕੁਅਲ ਟੂ 3500। ਸੋ 7P will be equal to 3500। then you can see कि ਇੱਥੋਂ ਕੁਝ ਕੈਂਸਲ ਆਊਟ ਹੋ ਜਾਏਗਾ। 7 5 ਦਾ 35। ਸੋ this principal amount
द प्रिंसीपल अमाउंट फॉर द गिवन क्वेश्चन विल बी इक्वल टू 500 रुपीज़। सो इस क्वेश्चन का आंसर बन जाएगा अपना ऑप्शन नंबर 2। सो इस तरीके नाल स्टूडेंट्स जिन्ने भी क्वेश्चन हो जाते हैं उन्होंने सारे क्वेश्चनस नूं तुसीं ट्राई जरूर कर लेना है। सो दिस इज़ क्वेश्चन नंबर 2 एंड द आंसर फॉर द गिवन क्वेश्चन इज़ ₹500। सो 500 रुपये इस दा आंसर आ जाएगा क्वेश्चन का। सो गल करते हैं स्टूडेंट्स नैक्सट क्वेश्चन की। नैक्सट क्वेश्चन थोड़ी स्क्रीन के उत्ते जो है डिस्पले हो रहा है, क्वेश्चन नंबर 40। बिल्कुल बहुत ही इंटरस्टिंग क्वेश्चन, पढ़ो एक बारी एंड फिर की करो, पढ़न तो बाद वीडियो नूं पॉज करके क्वेश्चन नूं एक बारी अपने एंड के उत्ते ट्राई जरूर करो। सो स्टूडेंट्स नैक्सट क्वेश्चन थोड़ी स्क्रीन के उत्ते है, क्वेश्चन नंबर 40। क्वेश्चन नंबर 40 की कह रहा है, ये कह रहा है द सिंपल इंटरस्ट ऑन ₹1250 विल बी लैस दैन द इंटरस्ट ऑन 1400 एट 3% सिंपल इंटरस्ट बाय 45। तो 1250 रुपये के उपर जो इंटरस्ट लग रहा है वो 1450 रुपये के उपर जो इंटरस्ट लग रहा है उस तो 45 रुपये घट है। टाइम आपां फाइंड आउट करने नूं कहा है तो रेट आपां दिता होया है 3%। ठीक है जी। सो टाइम ही आपां फाइंड आउट करना है बेसिकली। देखो हुण इस दे विच की है 1400 रुपये के उपर सिंपल इंटरस्ट लगेगा। सो 1400 रुपये आपां लिख ले, 1400 के उपर भी सिंपल इंटरस्ट लगेगा, 1250 के उत्ते भी सिंपल इंटरस्ट लगेगा। सो इत्थे मैं लिख लिया 1400 तो 1250। मैं डायरैक्ट माइनस करते क्योंकि इत्थे जो है इंटरस्ट दोनों के रेट ऑफ इंटरस्ट इकट्ठा दिता होया है 3% साझा, मतलब दोनों के उपर 3% लग रहा, तां करके मैं 3% इकट्ठा लिख लिया। सो टाइम आपां फाइंड आउट करना है। ठीक है जी, टाइम लिख लिया। सो डिवाइडेड बाय 100 आ जाएगा। सो 1400 के विचों 1250 PRT वाला फार्मूला ला रहे हैं। सो दिस इज़ इक्वल टू, हुण डिफरेंस दोनों का देखो 1400 के उपर कोई इंटरस्ट बन जाएगा, 1250 के उपर भी इंटरस्ट बन जाएगा। उन्होंने दोनों का डिफरेंस ही गिवन सीगा आपां नूं कि 45 है, तो इस करके मैं पहला ही इन्हां दा डिफरेंस ले लिया। इत्थे आ जाएगा मेरे को जी 45। तो जे 1400 के विचों 1250 माइनस करोगे तो बन जाएगा 1300, एक मिनट 1350 तो 1400, 150 बन जाएगा जी इत्थे। सो हुण कैलकुलेशन करनी आपां, इत्थे बन जाएगा अपने कोल 150। सो मैं इरेज कर रहा जी इसनूं। सो इत्थे आ जाएगा 150 गुणा 3, 150 गुणा 3 गुणा टाइम टी, दिस विल बी इक्वल टू, इत्थे आ जाएगा जी 45, जिहड़ा 45 रुपीज़ का डिफरेंस है, तो डिनोमीनेटर दे विच 100 एज इट इज़ रहेगा। सो 100 एज इट इज़ रहेगा। उस तो बाद कैलकुलेशन देख लेने, इत्थे आ जाएगा 15 × 45। सो 15 दे नाल पहला कैंसल आउट कर देने, फिर कैंसल आउट कर देंगे 15 नूं 10 दे नाल, इत्थे 10 आ जाएगा, तो फरदर 10 नूं कैंसल कर देने 10 10 × 100। सो फाइनली जो टाइम आएगा अपने को, टाइम विल बी इक्वल टू 10 ईयर्स आ जाएगा। सो 10 साल का टाइम लगेगा अगर ये आपां नूं रिक्वायरमेंट चाहिए है। सो आंसर फॉर दिस क्वेश्चन विल बी 10 ईयर्स। सो 10 ईयर्स इस क्वेश्चन का आंसर बन जाएगा। सो इस तरीके नाल स्टूडेंट्स जिहड़े क्वेश्चनस ने वो डिफरेंट टाइप्स के पूछे जाते हैं। सो अज आपां 7 क्वेश्चन कर चुके हैं, कुछ और क्वेश्चन करांगे तो कोशिश करांगे कि अज आपां सिंपल इंटरस्ट के ऑलमोस्ट जिन्ने भी इंपॉर्टेंट क्वेश्चन हैं उन्होंने एक तरीके नाल खत्म कर दिए। सो इस क्वेश्चन का राइट आंसर बन जाएगा 10 ईयर्स। तो ऑप्शन नंबर 1 जो है दैट विल बी द राइट आंसर। सो आई होप क्वेश्चन तुसीं समझिया होएगा अच्छे तरीके नाल। तां जेकर तुसीं समझिया तो वधिया गल है, तो जेकर समझिया तो चैनल नूं जो है लाइक कर लो, शेयर कर लो वीडियो नूं, ते सबसक्राइब कर लो, ताकि जिन्ने भी तुहानूं अपडेट्स ने वो चैनल के उत्ते जिद्दों भी आपां कोई वीडियो अपलोड करिए तो सारे अपडेट्स जिहड़े ने तुहानूं टाइम टू टाइम मिलते रहन। सो गल करते हैं क्वेश्चन नंबर 41 की। 41 क्वेश्चन थोड़ी स्क्रीन के उत्ते। क्वेश्चन की कह रहा है, क्वेश्चन कह रहा है द सिंपल इंटरस्ट ऑन अ certain sum of money at 4% per annum for 4 years is ₹80 more than the interest on the same sum for 3 years at 5% per annum, find the sum। देखो कि सिंपल जा क्वेश्चन है, कह रहा है एक प्रिंसीपल है अपने को, ठीक है जी, एक प्रिंसीपल है उसके उत्ते 4% ब्याज लग रहा है 4 सालों के लिए,
ਤੇ ਇਹ ਜਿਹੜਾ ਸਿੰਪਲ ਇੰਟਰਸਟ ਆ ਰਿਹਾ ਹੈ ਇਹ 80 ਮੋਰ ਹੈ, ਇਹ 80 ਰੁਪੀਜ਼ ਜ਼ਿਆਦਾ ਹੈ ਐਜ਼ ਕੰਪੇਅਰ ਟੂ ਦੂਸਰਾ ਇੱਕ ਸਿੰਪਲ ਇੰਟਰਸਟ ਲੱਗ ਰਿਹਾ ਹੈ, ਉਹ ਵੀ ਸੇਮ ਪ੍ਰਿੰਸੀਪਲ ਦੇ ਉੱਪਰ ਲੱਗ ਰਿਹਾ। ਦੇਖੋ ਸੇਮ ਸਮ ਹੈ, ਕਿੰਨੀ ਦੇਰ ਵਾਸਤੇ ਹੈ, 3 ਸਾਲਾਂ ਦੇ ਵਾਸਤੇ ਹੈ, ਤੇ ਰੇਟ ਆਫ ਇੰਟਰਸਟ ਆਪਾਂ ਨੂੰ ਦਿੱਤਾ ਹੋਇਆ ਹੈ 5%। ਸੋ ਇਸ ਤਰੀਕੇ ਨਾਲ ਕੰਡੀਸ਼ਨ ਹੈ ਕਿ ਇੱਕ ਅਮਾਊਂਟ ਮੰਨ ਲਓ ਆਪਾਂ 1000 ਰੁਪਏ ਜਮ੍ਹਾਂ ਕਰਾਇਆ 4% ਤੇ 4 ਸਾਲਾਂ ਦੇ ਲਈ, ਉਸਦਾ ਜਿਹੜਾ ਸਿੰਪਲ ਇੰਟਰਸਟ ਹੈ ਉਹ 80 ਰੁਪਏ ਜ਼ਿਆਦਾ ਹੈ। ਠੀਕ ਹੈ ਜੀ, ਐਜ਼ ਕੰਪੇਅਰ ਟੂ ਦੂਜਾ ਕੇਸ ਆਪਾਂ ਲਿਖ ਲਿਆ ਤੇ ਇੱਥੇ ਆ ਜਾਏਗਾ 100। ਸੋ ਦਿਸ ਅਮਾਊਂਟ, ਇਹਨਾਂ ਦੋਨਾਂ ਦਾ ਡਿਫਰੈਂਸ ਕਿਸ ਦੇ ਇਕੁਅਲ ਹੈ, ਇਹ ਇਕੁਅਲ ਹੈ ਜੀ 80 ਦੇ। ਸੋ ਇੱਥੋਂ ਸਿੰਪਲ ਕੁਐਸਚਨ ਹੋ ਜਾਏਗਾ। ਹੁਣ ਆਪਾਂ ਨੂੰ ਪ੍ਰਿੰਸੀਪਲ ਹੀ ਆਈ ਥਿੰਕ ਪੁੱਛਿਆ ਗਿਆ ਹੈ। ਸੋ ਇੱਥੋਂ ਆ ਜਾਏਗਾ 4 ਚੌਕੇ 16 ਤੇ ਇੱਥੋਂ ਆ ਗਿਆ 5 ਤੀਏ 15, ਤਾਂ 16 ਦੇ ਵਿੱਚੋਂ 15 ਮਾਈਨਸ ਕਰ ਦਾਂਗੇ ਤਾਂ 1 ਆ ਜਾਏਗਾ, ਮੀਨਸ P/100 ਆ ਜਾਏਗਾ। ਸੋ P/100 ਵਿਲ ਬੀ ਇਕੁਅਲ ਟੂ ਦਿਸ ਵੈਲਿਊ ਇਜ਼ ਇਕੁਅਲ ਟੂ 80 ਆ ਜਾਏਗਾ। ਸੋ P ਦੀ ਵੈਲਿਊ ਅਗਰ ਫਾਈਂਡ ਆਊਟ ਕਰੋਗੇ ਤਾਂ 80 ਦਾ ਮਲਟੀਪਲਾਈ ਹੀ ਹੋ ਗਿਆ 100 ਦੇ ਨਾਲ। ਦੈਟ ਮੀਨਸ ਸਿੰਪਲੀ ਤੁਹਾਡੇ ਕੋਲ ਪ੍ਰਿੰਸੀਪਲ ਕਿੰਨਾ ਆ ਗਿਆ। ਸੋ ਪ੍ਰਿੰਸੀਪਲ ਫॉर ਦਿਸ ਕੁਐਸਚਨ ਵਿਲ ਬੀ ਇਕੁਅਲ ਟੂ 8000। ਦੇਖੋ ਮਿੰਟਾਂ ਦੇ ਵਿੱਚ ਕਈ ਵਾਰੀ ਕੁਐਸਚਨ ਹੋ ਜਾਂਦਾ ਹੈ, ਜੇਕਰ ਕੁਐਸਚਨ ਈਜ਼ੀ ਹੋਵੇ ਜਾਂ ਕੁਐਸਚਨ ਦੇ ਵਿੱਚ ਮੈਥਡ ਕਲੀਅਰ ਹੋਵੇ ਕਿ ਕਿਸ ਤਰੀਕੇ ਨਾਲ ਕੁਐਸਚਨ ਕਰਨਾ ਹੈ। ਸੋ ਇਸ ਤਰੀਕੇ ਨਾਲ ਦੇਖੋ ਬਿਲਕੁਲ 8000 ਆਨਸਰ ਬਣ ਜਾਏਗਾ। ਸਕਿੰਟਾਂ ਦੇ ਵਿੱਚ ਕਹਿ ਸਕਦੇ ਹਾਂ ਕੁਐਸਚਨ ਆਪਾਂ ਜਿਹੜਾ ਹੈ ਉਹ ਬਿਲਕੁਲ ਜਲਦੀ ਨਾਲ ਕਰ ਦਿੱਤਾ ਹੈ। ਤੇ ਜਦੋਂ ਤੁਸੀਂ ਪੇਪਰ, ਹੁਣ ਇੱਥੇ ਤਾਂ ਮੈਂ ਤੁਹਾਨੂੰ ਫਿਰ ਵੀ ਟੱਚ ਪੈਡ ਦੇ ਨਾਲ ਮੈਂ ਲਿਖ ਰਿਹਾ ਹਾਂ, ਤੁਹਾਨੂੰ ਫਿਰ ਵੀ ਟਾਈਮ ਲੱਗ ਰਿਹਾ, ਬਟ ਜਦੋਂ ਪੇਪਰ ਦੇ ਵਿੱਚ ਤੁਸੀਂ ਕਰਨਾ ਹੈ ਤਾਂ ਪੇਪਰ ਦੇ ਵਿੱਚ ਬਿਲਕੁਲ ਸਕਿੰਟਾਂ ਦੇ ਵਿੱਚ ਕੁਐਸਚਨ ਆ ਜਾਏਗਾ, ਪੜ੍ਹ ਕੇ ਨਾਲ ਦੀ ਨਾਲ ਤੁਸੀਂ ਕੁਐਸਚਨ ਨੂੰ ਕਰ ਸਕਦੇ ਹੋ। ਸੋ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਜੀ ਆਪਸ਼ਨ ਨੰਬਰ 8000 ਵਾਲਾ ਆਪਸ਼ਨ। ਹਾਂਜੀ, ਆਪਸ਼ਨ ਨੰਬਰ 1 ਵਿਲ ਬੀ ਦਾ ਰਾਈਟ ਆਨਸਰ ਫॉर ਕੁਐਸਚਨ ਨੰਬਰ 41। ਤਾਂ 41 ਕੁਐਸਚਨ ਦਾ ਆਪਸ਼ਨ ਨੰਬਰ 1 ਜੋ ਹੈ ਦੈਟ ਵਿਲ ਬੀ ਦਾ ਰਾਈਟ ਆਨਸਰ। ਸੋ ਗੱਲ ਕਰਦੇ ਹਾਂ ਅਗਲੇ ਕੁਐਸਚਨ ਦੀ। ਅਗਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਕੁਐਸਚਨ ਨੰਬਰ 42, ਦਾ ਡਿਫਰੈਂਸ ਬਿਟਵੀਨ ਦਾ ਇੰਟਰਸਟ ਰਿਸੀਵਡ ਔਨ 2 ਡਿਫਰੈਂਟ ਬੈਂਕ। ਤਾਂ 2 ਡਿਫਰੈਂਟ ਬੈਂਕ ਨੇ ਔਨ ₹200 ਫॉर 3 ਈਅਰਸ ਇਜ਼ 60। ਤਾਂ ਦੇਖੋ ਕੀ ਹੈ, ਕਹਿੰਦਾ 2 ਡਿਫਰੈਂਟ ਬੈਂਕ ਨੇ, ਮੰਨ ਲਓ ਇੱਕ ਬੈਂਕ B1 ਹੈ, ਦੂਸਰਾ ਬੈਂਕ B2 ਹੈ। ਸੋ ਇਹ ਕੀ ਹੈ, ਕਹਿ ਰਿਹਾ 200 ਰੁਪਏ ਦੇ ਉੱਤੇ 3 ਸਾਲ ਦੇ ਵਾਸਤੇ ਜੋ ਇੰਟਰਸਟ ਹੈ ਉਹ ਕਿੰਨਾ, ਇੰਟਰਸਟ ਦਾ ਡਿਫਰੈਂਸ ਕਿੰਨਾ ਆ ਰਿਹਾ ਹੈ 60 ਰੁਪਏ ਦਾ। ਮਤਲਬ ਇਹਨਾਂ ਨੇ ਕਿਸੇ ਇੱਕ ਬੈਂਕ ਨੇ 60 ਰੁਪਏ ਜ਼ਿਆਦਾ ਦਿੱਤੇ ਨੇ। ਫਾਈਂਡ ਦਾ ਡਿਫਰੈਂਸ ਬਿਟਵੀਨ ਦੇਅਰ ਰੇਟ, ਉਹਨਾਂ ਦੇ ਰੇਟ ਦੇ ਵਿੱਚ ਡਿਫਰੈਂਸ ਦਾ ਕਿੰਨਾ ਡਿਫਰੈਂਸ ਹੋਏਗਾ ਉਹ ਤੁਸੀਂ ਫਾਈਂਡ ਆਊਟ ਕਰਨਾ। ਮੰਨ ਲਓ ਆਪਾਂ ਨੂੰ ਇੱਕ ਬੈਂਕ ਦੇ ਰਿਹਾ ਇੰਟਰਸਟ 200 ਰੁਪਏ ਆਪਣੇ ਕੋਲ, ਟਾਈਮ ਦਿੱਤਾ ਹੋਇਆ ਜੀ 3 ਸਾਲ। ਸੋ 200 ਰੁਪਏ ਗਿਵਨ ਹੈ, 3 ਸਾਲ ਗਿਵਨ ਹੈ, ਤੇ ਇਹਨਾਂ ਦਾ ਰੇਟ ਆਪਾਂ ਮੰਨ ਲਿਆ R2। ਠੀਕ ਹੈ ਜੀ, ਇਟ ਇਜ਼ R2। ਤੇ ਇਹ ਆਪਣਾ ਸਿੰਪਲ ਇੰਟਰਸਟ ਦਾ ਫਾਰਮੂਲਾ ਬਣ ਗਿਆ 200 × 3 × R2 ਡਿਵਾਈਡਡ ਬਾਈ 100। ਇਹ ਸਿੰਪਲ ਇੰਟਰਸਟ ਹੋ ਗਿਆ ਦੂਸਰੇ ਬੈਂਕ ਦਾ। ਉਸ ਤੋਂ ਬਾਅਦ ਕੀ ਹੈ, ਪਹਿਲੇ ਬੈਂਕ ਦੀ ਗੱਲ ਕਰ ਲੈਂਦੇ ਹਾਂ। ਪਹਿਲਾ ਬੈਂਕ ਕਿੰਨਾ ਦੇਵੇਗਾ 200 × 3। ਠੀਕ ਹੈ ਜੀ, ਹੈ ਤਾਂ ਇਹ ਵੀ 3 ਸਾਲਾਂ ਦੇ ਵਾਸਤੇ ਹੀ ਹੈ। ਅਤੇ ਇੱਥੇ ਕੀ ਆ ਗਿਆ, ਰੇਟ ਦਾ R1, R2 ਅਤੇ R1 ਕੀ ਹੋ ਗਏ, ਬੈਂਕ ਦੇ ਰੇਟ ਹੋ ਗਏ, ਡਿਵਾਈਡਡ ਬਾਏ 100। ਸੋ ਅਗਰ ਇਸ ਨੂੰ ਆਪਾਂ ਦੇਖੀਏ, ਦਿਸ ਵੈਲਿਊ ਵਿਲ ਬੀ ਇਕੁਅਲ ਟੂ, ਇਹ ਵੈਲਿਊ ਕਿਸ ਦੇ ਇਕੁਅਲ ਆ ਜਾਏਗੀ, ਦਿਸ ਵੈਲਿਊ ਵਿਲ ਬੀ ਇਕੁਅਲ ਟੂ 60, ਕਿਉਂਕਿ 60 ਰੁਪਏ ਦਾ ਹੀ ਡਿਫਰੈਂਸ ਹੈ। ਮੰਨ ਲਓ ਇਹਨਾਂ ਦਾ ਸਿੰਪਲ ਇੰਟਰਸਟ ਜ਼ਿਆਦਾ ਹੈ ਇਸ ਬੈਂਕ ਦਾ, ਤਾਂ ਇਸ ਬੈਂਕ ਦੇ ਵਿੱਚੋਂ ਦੂਸਰੇ ਬੈਂਕ ਦਾ ਸਿੰਪਲ ਇੰਟਰਸਟ ਮਾਈਨਸ ਕਰ ਦਾਂਗੇ ਤਾਂ 60 ਰੁਪਏ ਆ ਜਾਏਗਾ। ਹੁਣ ਗੱਲ ਕਰਦੇ ਹਾਂ ਸੋਲਵ ਕਿੱਦਾਂ ਕਰਾਂਗੇ। ਸੋਲਵ ਕਰਨ ਦੇ ਲਈ ਕੀ ਹੈ, 60 ਇੱਕ ਸਾਈਡ ਹੋ ਗਿਆ ਜੀ, ਅਤੇ ਰਾਈਟ ਹੈਂਡ ਸਾਈਡ 'ਤੇ ਆਪਣੇ ਕੋਲ ਉੱਪਰ ਕਾਮਨ ਕੱਢ ਲਾਂਗੇ ਤਾਂ ਕਾਮਨ ਆ ਜਾਏਗਾ 200 ਡਿਵਾਈਡਡ ਬਾਏ 100 × 3 ਆ ਗਿਆ ਜੀ ਇੱਥੇ, ਅਤੇ ਨਾਲ ਆਪਣਾ ਆ ਗਿਆ R2 - R1, ਜਿਹੜਾ ਡਿਫਰੈਂਸ ਹੈ ਉਹ ਬੜਾ ਡਿਫਰੈਂਸ ਆ ਗਿਆ R2 - R1। ਸੋ ਅੱਗੇ ਚੱਲਦੇ ਹਾਂ ਜੀ। ਅੱਗੇ ਕੀ ਹੈ, ਅੱਗੇ ਤਾਂ ਸਿੰਪਲ ਕੈਲਕੂਲੇਸ਼ਨ ਹੈ, ਅਤੇ 200 ਦੇ ਨਾਲ ਆਪਾਂ 100 ਕੈਂਸਲ ਕਰਤਾ ਤਾਂ ਇੱਥੇ ਆ ਗਿਆ ਜੀ 2। ਸੋ 2 3 ਦਾ 6, ਸੋ ਇੱਥੇ ਆ ਗਿਆ ਜੀ 10। ਸੋ ਰੇਟ ਦਾ ਡਿਫਰੈਂਸ ਕਿੰਨਾ ਆ ਗਿਆ, 10% ਦਾ ਰੇਟ ਦਾ ਡਿਫਰੈਂਸ ਆਇਆ ਦੋਨਾਂ ਦੇ ਰੇਟ ਦੇ ਵਿੱਚ। ਮੀਨਸ ਇੱਕ ਬੈਂਕ ਦਾ ਰੇਟ ਜੋ ਹੈ ਦੂਸਰੇ ਬੈਂਕ ਨਾਲੋਂ 10% ਜ਼ਿਆਦਾ ਹੈ। ਸੋ ਬਿਲਕੁਲ ਜੀ ਆਪਸ਼ਨਸ ਦੇ ਅਕੋਰਡਿੰਗ ਤੁਹਾਡਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ 3 ਵਿਲ ਬੀ ਦਾ ਰਾਈਟ ਆਨਸਰ। ਤਾਂ ਆਪਸ਼ਨ ਨੰਬਰ 3 ਜੋ ਹੈ ਉਹ ਰਾਈਟ ਆਨਸਰ ਬਣ ਜਾਏਗਾ
10% विल बी द राइट आंसर। सो बिल्कुल कैलकुलेशन चैक कर लेनी है, कितने कोई गलती होने के चांसिस नहीं होने चाहिए। सो बिल्कुल जी क्वेश्चन नंबर 42 का जो आंसर आया है दैट विल बी 10%। सो आई होप तुसीं क्वेश्चन नूं समझ लिया होएगा। गल करते हाँ नैक्सट क्वेश्चन की। सो नैक्सट क्वेश्चन जो है दैट इज़ डिस्पलेइंग ऑन यूअर स्क्रीन। क्वेश्चन थोड़ी स्क्रीन के उत्ते डिस्पले हो रहा है। सो गल करते हैं क्वेश्चन की। कह रहा है की कह रहा है एग्जामिनर, कह रहा है अ सर्टेन सम ऑफ मनी एट सिंपल इंटरस्ट अमाउंट टू ₹1012 इन 2.5 ईयरस एंड 21067 इन 4 ईयरस। तो बिल्कुल कह रहा है देखो सर्टेन सम ऑफ मनी एट सिंपल इंटरस्ट अमाउंट टू 1012 इन 2.5 ईयरस एंड 21067 इन 4 ईयरस। तो देखो बिल्कुल ही सिंपल जा क्वेश्चन कह सकते हैं हम, या कितना कह सकते हैं इस बारे देखना होएगा। देखो हो की रहा है बेसिकली कोई अपने को प्रिंसीपल है उसते 2.5 सालों के कोई ब्याज लग के अमाउंट कितनी होगी जी 1012 तो यही 1000 स्टार्ट हो जाती है 4 सालों के। सो देखो 1.5 साल के इदा कह सकते हैं कि 1.5 साल के कितनी 1.5 साल के किन्ने रुपीज़ का इंटरस्ट लग्या दैट इज़ 67 के 12 घटा देंगे 55 रुपये 20 पैसे। 1.5 साल के या इदा कह सकते हैं कि जो 1.5 साल है 1.5 साल को आप लिख दें 3/2। सो 3/2 के अपना कितना इंटरस्ट लग्या 55 रुपये 20 पैसे। ठीक है जी 55 रुपये 20 पैसे। हुण देखो अगे गल करते हैं 1 साल के ब्याज कितना सॉरी 6 महीने के कितना लगेगा। 1.5 साल का देखिया ना आप 1.5 साल के 55 रुपये तो 6 महीने के 6 मंथ के जे आप गल करिए तो 6 मंथ के कितना लग जाएगा दैट विल बी इक्वल टू वैसे अपन 2.5 साल का चाहिए है तो 2.5 साल का भी कढ़ लेने हैं, नहीं तो चलो एक बार चैक कर लेने। 6 महीने के लग जाएगा 18.18 54। सो 54 तो उपर सी 18.40। सो 18.40 रुपीज़ ब्याज लग रहा है जी हर 6 महीने के बाद। पहला तो ये चीज़ नोट कर लेनी है। हुण रेट ऑफ इंटरस्ट पर एनम आप कढ़ना है इन्ना ब्याज लग रहा है। ठीक है जी अपन प्रिंसीपल हजे भी नहीं पता। प्रिंसीपल कढ़न लई आपां की करांगे अपने कोल एक ऑप्शन है कि आपां 2.5 साल के देख लैंदे कितना लगता। 2.5 साल का मतलब 6 महीने कितनी बारी आएंगे 5 बारी 6 महीने 5 बारी आएंगे ना। सो आप 2.5 साल के कितना ब्याज कढ़ लाँगे 2.5 साल के 18.40 या तुसी डायरैक्टली भी 55 तो कढ़ सकते सीगे। सो 18.40 की अगर आप गल करिए तो इसनूं 5 नाल मल्टीप्लाई कर देंगे तो 18 5 90 तो 5 चौका 20। सो 92 रुपये जो है वो इंटरस्ट बन जाएगा। ध्यान देना समझ लो क्वेश्चन नूं 92 रुपये जो है वो 2.5 साल के सिंपल इंटरस्ट बन जाएगा प्रिंसीपल के उपर। या इदा कह सकते हैं जोड़ा 1012 रुपये है इस दे विच प्रिंसीपल भी है एंड 92 रुपये सिंपल इंटरस्ट भी है। इदा कह सकते हैं ना जोड़ा 1012 रुपये है यह अमाउंट है आपां नूं दित्ती हुई कि सम ऑफ मनी कितना हो जाता है 1012 रुपये। मतलब इस दे विच की है 1012 दे विच सिंपल इंटरस्ट भी है 92 रुपये तो प्रिंसीपल भी है। सो इस दे विचों 92 पहला माइनस कर देने आ। जे इस दे विचों 92 माइनस कर देंगे तो अपने कोल बचणगे 920 रुपये। ठीक है जी। सो 920 रुपये बने अपने को। हुण बिल्कुल क्वेश्चन ईजी हो चुका है। देखो प्रिंसीपल अपने को आ चुका है 920 रुपये। 920 रुपये दे उपर इंटरस्ट लगता है 92 रुपये। सो 920 दिस इज़ इक्वल टू 92। सो 92 बराबर हो गया जी 920। पी की वैल्यू अपने को होगी। सो दिस इज़ पी
इनटू आर, आर ਆਪਾਂ ਨੇ फाइंड आउट करना है रेट ऑफ इंटरस्ट। टाइम ਆਪਾਂ ਨੂੰ गिवन है, टाइम कितना है जी गिवन, ਜਦੋਂ ਇਹ 920 ਤੋਂ 1012 ਬਣ ਰਿਹਾ ਹੈ ਉਹ टाइम गिवन है। 2.5 साल, 2.5 साल ਨੂੰ ਆਪਾਂ ਕੀ ਲਿਖ ਸਕਦੇ ਹਾਂ 5/2 ਈਅਰਸ, ਤੇ ਨਾਲ ਆਪਣਾ ਇੱਥੇ ਆ ਗਿਆ PRT/100। ਸੋ ਇਹ ਆਪਣਾ ਆ ਗਿਆ PRT/100। ਸੋ ਬਾਕੀ ਕੰਮ ਕੈਲਕੂਲੇਸ਼ਨ ਦਾ ਹੀ ਰਹਿ ਗਿਆ। 0 ਦੇ ਨਾਲ 0 ਕੈਂਸਲ ਆਊਟ ਕਰ ਦਿੰਦੇ ਹਾਂ। ਇੱਥੋਂ 5 ਦੇ ਨਾਲ 2 ਕੈਂਸਲ ਹੋ 5 ਦੂਣੀ 10 ਹੋ ਜਾਏਗਾ। ਸੋ 92 ਦੇ ਨਾਲ 92 ਕੈਂਸਲ ਆਊਟ, 1 ਮਿੰਟ ਵੇਟ ਕਰਿਓ ਜੀ। ਸੋ 92 ਦੇ ਨਾਲ ਜੋ ਹੈ ਉਹ 92 ਕੈਂਸਲ ਆਊਟ ਹੋ ਜਾਏਗਾ। 92 ਦੇ ਨਾਲ 92 ਕੈਂਸਲ ਆਊਟ, ਬਿਲਕੁਲ ਜੀ 92 ਦੇ ਨਾਲ 92 ਨੂੰ ਕੈਂਸਲ ਆਊਟ ਕਰ ਦੇਣਾ ਹੈ ਤੁਸੀਂ। ਤੇ ਬਾਕੀ ਆਪਣੇ ਕੋਲ ਬਚਦਾ ਹੈ, ਹੁਣ ਦੇਖੋ ਰੇਟ ਬਚਿਆ 2 ਐਂਡ 2, ਸੋ 2 × 2, ਸੋ 2 × 2 ਕਿੰਨਾ ਹੋ ਗਿਆ ਸਟੂਡੈਂਟਸ, ਦੈਟ ਇਜ਼ ਇਕੁਅਲ ਟੂ 4%। ਸੋ ਰੇਟ ਆਫ ਇੰਟਰਸਟ ਧਿਆਨ ਦੇਣਾ, ਸਮਝ ਲੈਣਾ ਹੈ। ਹਾਂਜੀ ਗਗਨ ਜੀ। ਸੋ ਆਪਣੇ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਜੀ 4%। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ। ਆਪਸ਼ਨਸ ਦੇ ਅਕੋਰਡਿੰਗ ਇਸ ਕੁਐਸਚਨ ਦਾ ਆਨਸਰ ਆਪਸ਼ਨ ਨੰਬਰ C 3 ਨੰਬਰ 3rd ਆਪਸ਼ਨ ਬਣ ਜਾਏਗਾ। ਸੋ ਆਪਸ਼ਨ ਨੰਬਰ 3 ਵਿਲ ਬੀ ਦਾ ਰਾਈਟ ਆਨਸਰ। 4% ਆਪਣਾ ਜੋ ਹੈ ਉਹ ਰੇਟ ਆਫ ਇੰਟਰਸਟ ਇਸ ਕੁਐਸਚਨ ਦੇ ਵਿੱਚ ਆ ਜਾਏਗਾ। ਸੋ ਇਸ ਤਰੀਕੇ ਨਾਲ ਕੁਐਸਚਨ ਨੰਬਰ 43 ਜਿਹੜਾ ਆਪਣਾ ਉਹ ਸੋਲਵ ਹੁੰਦਾ ਹੈ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ, ਕੁਐਸਚਨ ਨੰਬਰ 44 ਦੀ। ਸੋ ਕੁਐਸਚਨ ਨੰਬਰ 44 ਜੋ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਕਹਿ ਰਿਹਾ ਹੈ ਕਿ ਆਊਟ ਆਫ ਸਰਟੇਨ ਸਮ, ਕੁਛ ਅਮਾਊਂਟ ਹੈ ਆਪਣੇ ਕੋਲ, ਕੁਛ ਵੈਲਿਊ ਹੈ, ਉਸਦਾ 1/3 ਇਜ਼ ਇਨਵੈਸਟਡ ਐਟ 3%, ਉਸਦਾ 1/3 ਹਿੱਸਾ ਜੋ ਹੈ ਉਹ 3% ਤੇ, 1/6 ਹਿੱਸਾ 6% ਐਂਡ ਜੋ ਬਾਕੀ ਬਚਦਾ ਹੈ ਉਹ 8% ਤੇ ਇਨਵੈਸਟ ਕੀਤਾ ਜਾਂਦਾ ਹੈ। If the simple interest for 2 years from all these investment amount to ₹600, find the original sum। ਤਾਂ ਬਹੁਤ ਹੀ ਅੱਛਾ ਕੁਐਸਚਨ, ਕਈ ਵਾਰੀ ਇੱਦਾਂ ਦਾ ਕੁਐਸਚਨ ਵੀ ਪੇਪਰ ਦੇ ਵਿੱਚ ਜੋ ਹੈ ਉਹ ਜ਼ਰੂਰ ਪੁੱਛਿਆ ਜਾਂਦਾ ਹੈ। ਸੋ ਦੇਖਦੇ ਹਾਂ ਇਸ ਕੁਐਸਚਨ ਨੂੰ ਕਿਵੇਂ ਕਰਨਾ ਹੈ ਆਪਾਂ। ਸੋ ਕੁਐਸਚਨ ਦੇ ਵਿੱਚ ਕੀ ਆ ਸਟੂਡੈਂਟਸ ਕਿ 1/3 ਆਫ ਪ੍ਰਿੰਸੀਪਲ, ਆਪਣੇ ਕੋਲ ਇੱਕ ਪ੍ਰਿੰਸੀਪਲ ਅਮਾਊਂਟ ਹੈ, 1 ਮਿੰਟ ਜੀ ਹੋਲਡ ਕਰਿਓ। ਸੋ ਆਪਣੇ ਕੋਲ ਇੱਕ ਅਮਾਊਂਟ ਹੈ, ਵੈਲਿਊ ਹੈ, ਉਸਦਾ 1/3 ਹਿੱਸਾ ਕਿੰਨੇ ਤੇ ਲਗਾਤਾ ਆਪਾਂ, 1/3 ਹਿੱਸਾ 3% ਤੇ ਲਗਾਤਾ, 1/6 ਹਿੱਸਾ ਜੋ ਹੈ ਪ੍ਰਿੰਸੀਪਲ ਦਾ ਉਹ 6% ਦੇ ਉੱਤੇ ਲਗਾਤਾ, ਤੇ ਜਿਹੜਾ ਬਾਕੀ ਬਚਿਆ, ਬਾਕੀ ਹੁਣ ਕਿੰਨਾ ਬਚੇਗਾ, ਬਾਕੀ ਬਚਿਆ ਵੀ ਦੇਖਣਾ ਹੋਏਗਾ। ਪਹਿਲਾਂ ਇਹਨਾਂ ਦੋਨਾਂ ਨੂੰ ਐਡ ਕਰ ਦਿੰਦੇ ਹਾਂ ਤੇ ਉਸ ਨੂੰ P ਦੇ ਵਿੱਚੋਂ ਮਾਈਨਸ ਕਰ ਦਾਂਗੇ। ਸੋ P ਦੇ ਵਿੱਚੋਂ ਇਹਨਾਂ ਦੋਨਾਂ ਨੂੰ ਐਡ ਕਰਾਂਗੇ, ਫਿਰ ਆਪਣੇ ਕੋਲ LCM ਆ ਜਾਏਗਾ 6 ਤੇ ਉੱਪਰ ਆ ਜਾਏਗਾ 3, 3 ਦੂਣੀ 6 ਤੇ 1, ਠੀਕ ਹੈ ਜੀ। ਸੋ ਇਹ ਆ ਜਾਏਗਾ 3/6P। ਸੋ ਇਹਨੂੰ ਕੈਂਸਲ ਆਊਟ ਕਰਕੇ ਆ ਜਾਏਗਾ ਆਪਣੇ ਕੋਲ 1/2P। ਮਤਲਬ ਅਗਰ ਆਪਾਂ ਗੱਲ ਕਰੀਏ ਤਾਂ ਜੋ 3 ਅਮਾਊਂਟਸ ਆਪਣੇ ਕੋਲ ਬਣ ਰਹੀਆਂ ਨੇ, ਸੋ ਜਿਹੜੀਆਂ 3 ਅਮਾਊਂਟਸ ਆਪਣੇ ਕੋਲ ਬਣਦੀਆਂ ਨੇ ਉਹ ਕੀ ਨੇ, ਇੱਕ ਤਾਂ ਬਣ ਜਾਏਗੀ 1/3P, ਇਸ 'ਤੇ ਇੰਟਰਸਟ ਲੱਗੇਗਾ 3%, ਇੱਕ ਬਣ ਜਾਏਗੀ 1/6P, ਇਸ 'ਤੇ ਇੰਟਰਸਟ ਲੱਗੇਗਾ 6%, ਤੇ ਇੱਕ ਆਪਣੇ ਕੋਲ ਬਣ ਜਾਏਗੀ 1/2P, ਇਸ 'ਤੇ ਇੰਟਰਸਟ ਲੱਗੇਗਾ 8%। ਸੋ ਇਹ 3 ਆਪਣੇ ਕੋਲ ਵੈਲਿਊ ਪ੍ਰਿੰਸੀਪਲਸ ਹੋ ਗਏ। ਹੁਣ ਗੱਲ ਕਰਦੇ ਹਾਂ ਕੁਐਸਚਨ ਦੀ। ਕੁਐਸਚਨ ਕਿਵੇਂ ਹੋਏਗਾ, ਕੁਐਸਚਨ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਇੱਥੇ ਲਿਖਿਆ ਆਪਾਂ P ਦੀ ਕਿੰਨਾ ਪ੍ਰਿੰਸੀਪਲ ਹੈ 1/3। ਸੋ 1/3P ਰੇਟ ਆਫ ਇੰਟਰਸਟ ਆਪਾਂ ਨੂੰ ਪਤਾ ਹੈ ਕਿੰਨਾ ਹੈ 3 ਤੇ ਟਾਈਮ ਆਪਾਂ ਨੂੰ ਦਿੱਤਾ ਹੋਇਆ ਹੈ 2 ਸਾਲ। ਸੋ ਆਪਾਂ ਲਿਖ ਲਿਆ 1/3P × 3 × 2 ਡਿਵਾਈਡਡ ਬਾਏ 100। ਇਸ ਦੇ ਵਿੱਚ ਦੂਸਰੀ ਇਹ ਸਿੰਪਲ ਇੰਟਰਸਟ ਹੋ ਗਿਆ
ਜਿਹੜੀ ਅਮਾਊਂਟ 1/3 ਪੀ ਸੀ। ਹੁਣ ਗੱਲ ਕਰਦੇ ਹਾਂ ਦੂਸਰੀ ਅਮਾਊਂਟ ਦੀ। ਦੂਸਰੀ ਅਮਾਊਂਟ ਕਿੰਨੀ ਹੈ ਜੀ? ਦੂਸਰੀ ਅਮਾਊਂਟ ਹੈ ਆਪਣੇ ਕੋਲ 1/6 ਪੀ। ਇਸ ਦੇ ਉੱਤੇ ਇੰਟਰਸਟ ਕਿੰਨਾ ਹੈ? ਇਸ ਦੇ ਉੱਤੇ ਇੰਟਰਸਟ ਹੈ 6%। ਟਾਈਮ ਇੱਥੇ ਵੀ 2 ਸਾਲ ਹੀ ਹੈ, ਅਤੇ ਨੀਚੇ ਆ ਜਾਏਗਾ PRT/100। ਗੱਲ ਕਰਦੇ ਹਾਂ ਨੈਕਸਟ ਟਰਮ ਦੀ। ਨੈਕਸਟ ਟਰਮ ਕਿਹੜੀ ਹੈ ਜੀ? ਨੈਕਸਟ ਦੇ ਵਿੱਚ ਕੀ ਹੈ? ਆਪਣੇ ਕੋਲ ਅਮਾਊਂਟ ਬਚੀ ਸੀ 1/2। ਜਿਹੜੀ ਰੈਸਟ ਹੈ, ਰੈਸਟ ਆਪਾਂ ਫਾਈਂਡ ਆਊਟ ਕਰ ਲਈ ਨਾ। ਰੈਸਟ ਕਿੰਨੀ ਆਈ ਸੀ? 1/2 ਪੀ। ਸੋ 1/2 ਪੀ, ਸੋ ਇਹ ਆਪਣੇ ਕੋਲ ਆ ਜਾਏਗੀ ਅਮਾਊਂਟ 1/2 ਪੀ। ਸੋ ਇਸ ਦੇ ਉੱਤੇ ਇੰਟਰਸਟ ਕਿੰਨਾ ਲੱਗੇਗਾ? ਇਸ ਦੇ ਉੱਪਰ ਇੰਟਰਸਟ ਲੱਗੇਗਾ 8%, ਅਤੇ ਲੱਗੇਗਾ ਕਿੰਨੀ ਦੇਰ ਵਾਸਤੇ? 2 ਸਾਲ ਦੇ ਵਾਸਤੇ ਹੀ। ਸੋ ਆਪਾਂ ਇਸ ਪੂਰੀ ਕੈਲਕੂਲੇਸ਼ਨ ਨੂੰ ਹੁਣ ਕੀ ਕਰਦੇ ਹਾਂ, ਇੱਕ ਵਾਰੀ ਸੋਲਵ ਕਰ ਲੈਂਦੇ ਹਾਂ। ਮੈਂ ਕੀ ਕਰਾਂਗਾ, ਮੈਂ 2 ਨੂੰ ਕੈਂਸਲ ਨਹੀਂ ਕਰਾਂਗਾ, ਮੈਂ ਡਿਨੋਮੀਨੇਟਰ ਦੀ ਟਰਮ ਨੂੰ ਕੈਂਸਲ ਕਰਾਂਗਾ। ਲਾਈਕ ਇੱਥੇ 3 ਨੂੰ ਮੈਂ ਕੈਂਸਲ ਕਰਤਾ, ਇੱਥੇ ਮੈਂ 6 ਨੂੰ ਕੈਂਸਲ ਕਰਤਾ, ਅਤੇ ਇੱਥੇ ਮੈਂ 4 2s ਦਾ 8 ਕਰਤਾ। ਮੀਨਸ ਮੈਂ ਡਿਨੋਮੀਨੇਟਰ ਦੇ ਵਿੱਚ 100 ਰੱਖਣਾ ਹੈ। ਡਿਨੋਮੀਨੇਟਰ ਦੇ ਵਿੱਚ 100 ਮੈਂ ਕੈਂਸਲ ਨਹੀਂ ਕਰ ਰਿਹਾ, ਮੈਂ ਕੀ ਕੈਂਸਲ ਕਰ ਰਿਹਾ ਹਾਂ? ਬਾਕੀ ਦੀਆਂ ਟਰਮਸ। ਸੋ ਇੱਥੋਂ ਕੀ ਆ ਜਾਏਗਾ? ਦੇਖੋ ਇੱਥੋਂ ਆ ਗਿਆ ਆਪਣੇ ਕੋਲ 2p, ਇੱਥੋਂ ਆ ਗਿਆ ਜੀ p, ਇੱਥੋਂ ਵੀ 2p ਆ ਗਿਆ, ਅਤੇ ਇੱਥੋਂ 4 2s ਦਾ 8p ਆ ਗਿਆ। ਸੋ ਇੱਥੋਂ ਕੀ ਆ ਗਿਆ? ਆਪਾਂ ਅਗਰ ਮੈਂ ਇਸਨੂੰ ਅਰੇਜ਼ ਕਰਕੇ ਲਿਖਦਾ, ਇੱਥੋਂ ਆ ਗਿਆ ਮੇਰੇ ਕੋਲ 2p, ਇੱਥੇ ਵੀ ਮੇਰੇ ਕੋਲ 2p ਆ ਗਿਆ ਜੀ। ਐਂਡ ਅਗਰ ਮੈਂ ਥਰਡ ਦੀ ਗੱਲ ਕਰਾਂ ਤਾਂ ਥਰਡ ਮੇਰੇ ਕੋਲ ਆ ਜਾਏਗਾ 4 2s ਦਾ 8p, ਅਤੇ ਡਿਨੋਮੀਨੇਟਰ ਦੇ ਵਿੱਚ 100 ਐਜ਼ ਇਟ ਇਜ਼ ਰਹੇਗਾ। ਸੋ ਡਿਨੋਮੀਨੇਟਰ ਦੇ ਵਿੱਚ 100 ਐਜ਼ ਇਟ ਇਜ਼ ਰਹੇਗਾ। ਸੋ ਦਿਸ ਵਿਲ ਬੀ ਇਕੁਅਲ ਟੂ, ਇਹ ਕਿਸ ਦੇ ਇਕੁਅਲ ਆ ਜਾਏਗਾ? ਅਮਾਊਂਟ ਇੰਟਰਸਟ ਕਿੰਨਾ ਹੋ ਗਿਆ ਜੀ? ਸਿੰਪਲ ਇੰਟਰਸਟ 600 ਰੁਪਏ। ਸੋ ਇਹ ਹੋ ਗਿਆ ਜੀ 12p। ਅਗਰ ਇਸ ਨੂੰ ਕੈਂਸਲ ਕਰ ਦਈਏ, ਸੋ 12p divided by 100, this will be equal to 600। ਸੋ ਇੱਥੋਂ ਕੁਝ ਕੈਂਸਲ ਆਊਟ ਜੋ ਵੀ ਹੁੰਦਾ ਉਹ ਕਰ ਦੇਣਾ ਹੈ। ਸੋ 12 5 60, ਸੋ ਇੱਥੋਂ 50 ਆ ਜਾਏਗਾ, ਅਤੇ P ਕਿੰਨਾ ਆ ਜਾਏਗਾ ਜੀ? 50 into 100 ਕਰ ਦਾਂਗੇ ਤਾਂ 5000 ਆ ਜਾਏਗਾ। ਸੋ ਪ੍ਰਿੰਸੀਪਲ ਕਿੰਨਾ ਆ ਜਾਏਗਾ ਇਸ ਕੁਐਸਚਨ ਦੇ ਲਈ? 5000 ਆ ਜਾਏਗਾ ਜੀ। ਠੀਕ ਹੈ, ਸੋ ਦੇਖਦੇ ਹਾਂ ਹੁਣ ਕਿਹੜਾ ਆਪਣਾ ਆਨਸਰ ਬਣਦਾ ਹੈ। ਸੋ ਆਪਸ਼ਨ ਨੰਬਰ 1 ਵਿਲ ਬੀ ਦਾ ਰਾਈਟ ਆਨਸਰ ਫॉर ਕੁਐਸਚਨ ਨੰਬਰ 44। ਕੁਐਸਚਨ ਨੰਬਰ 44 ਦਾ ਜਿਹੜਾ ਆਨਸਰ ਆ ਜਾਏਗਾ ਆਪਸ਼ਨ ਨੰਬਰ 1 ਆ ਜਾਏਗਾ ਜੀ ਰਾਈਟ ਆਨਸਰ। ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਦੀ। ਨੈਕਸਟ ਕੁਐਸਚਨ ਨੰਬਰ 45 ਤੁਹਾਡੀ ਸਕਰੀਨ ਦੇ ਉੱਤੇ ਕਹਿ ਰਿਹਾ ਹੈ ਦਾ ਸਿੰਪਲ ਇੰਟਰਸਟ ਔਨ ਅ ਸਰਟੇਨ ਸਮ ਆਫ ਮਨੀ ਇਜ਼ ਨੈਕਸਟ ਕੁਐਸਚਨ ਕਹਿ ਰਿਹਾ ਹੈ ਦਾ ਸਿੰਪਲ ਇੰਟਰਸਟ ਔਨ ਅ ਸਰਟੇਨ ਸਮ of rupees 160 is rupees 40 and the number of years is equal to rate of interest per annum। ਸੋ ਇੱਥੇ ਕੀ ਹੈ? ਦੇਖੋ 160 ਰੁਪਏ ਦੇ ਉੱਤੇ ਕਹਿ ਰਿਹਾ ਹੈ ਇੰਟਰਸਟ ਲੱਗ ਰਿਹਾ ਹੈ, ਤਾਂ ਕਿੰਨਾ ਲੱਗ ਰਿਹਾ ਇੰਟਰਸਟ? 40 ਰੁਪੀਜ਼। ਤਾਂ 160 ਕੀ ਆ ਗਿਆ ਜੀ? 160 ਆਪਣੇ ਕੋਲ ਆ ਗਈ ਅਮਾਊਂਟ, ਸੌਰੀ 160 ਪ੍ਰਿੰਸੀਪਲ ਆ ਗਿਆ। ਨੰਬਰ ਰੇਟ ਆਫ ਇੰਟਰਸਟ ਐਂਡ ਟਾਈਮ ਕੀ ਹੈ? ਇਕੁਅਲ, ਮਤਲਬ ਅਗਰ ਰੇਟ 2% ਹੈ ਤਾਂ ਟਾਈਮ 2 ਈਅਰਸ ਹੈ, ਮਤਲਬ ਰੇਟ ਨੂੰ ਮੈਂ ਟਾਈਮ ਦੇ ਇਕੁਅਲ ਪੁੱਟ ਕਰ ਸਕਦਾ ਹਾਂ। ਸੋ PRT/100, ਦਿਸ ਇਜ਼ ਇਕੁਅਲ ਟੂ 40 ਰੁਪੀਜ਼ ਆ ਜਾਏਗਾ। ਸੋ ਇੱਥੋਂ ਆ ਜਾਏਗਾ ਜੀ 40 ਚੌਕਾ 160, ਅਤੇ ਇੱਥੋਂ ਆ ਜਾਏਗਾ 25 ਚੌਕਾ 100। ਸੋ R² ਵਿਲ ਬੀ ਇਕੁਅਲ ਟੂ 25। ਸੋ R² ਵਿਲ ਬੀ ਇਕੁਅਲ ਟੂ 25। ਇਸ ਤੋਂ ਬਾਅਦ ਕੀ ਹੈ? ਦੇਖੋ ਜੇ ਤੁਹਾਨੂੰ ਟਾਈਮ ਵੀ ਪੁੱਛਿਆ ਹੈ ਚਾਹੇ ਰੇਟ ਪੁੱਛਿਆ, ਦੋਨੋਂ ਸੇਮ ਹੈ, ਤਾਂ ਇੱਥੋਂ
आर की वैल्यू आ जाएगी 5। सो दोनों साइड अंडर रूट ले लोगे तो थोड़े को रेट आ जाएगा, रेट विल बी इक्वल टू 5। सो अगर इतों टाइम भी पूछ लेंदा है, वो भी 5 साल हो जाएगा, तो रेट पूछेगा तो रेट 5% हो जाएगा। थोनों ही पूछा, थोड़ा रेट पूछा गया, सो फाइंड द रेट परसेंट। तो रेट परसेंट इस क्वेश्चन के लिए आंसर बन जाएगा ऑप्शन नंबर ए। 45वें क्वेश्चन का आंसर बन जाएगा ऑप्शन नंबर ए, आंसर आ जाएगा 5%। सो गल करते हैं नैक्सट क्वेश्चन की। क्वेश्चन नंबर 45 अपना हो चुका है, आंसर अपना आया है 5%। गल करते हैं क्वेश्चन नंबर 46 की। 46 की है, अ सर्टेन सम ऑफ मनी इज़ बोरोड बाय द person at 5% simple interest for 5 years. If he has to pay rupees 100 as interest, find the total amount he has to pay। तो कह रहा है कि अगर उसने 11 उसने की लिया कुछ मनी बोरो किया किन्ने परसेंट के उत्ते 5% सिंपल इंटरस्ट के उत्ते किन्ने सालों के लिए 5 सालों के लिए। तो उन्हें कहा कि उन्होंने अगर 100 रुपये सिंपल इंटरस्ट देना पै रहा है तो टोटल अमाउंट पता करो जी वो वापस करेगा, मतलब जिन्ना उन्हें पैसे ले, मान लो जिन्ने भी पैसे ले उसके कोरसपोंडिंग उसनों किन्ने वापस करने पैणगे 5 सालों के बाद, वो उन्हें पूछा गया है। तो इंटरस्ट आपां नूं गिवन है, इंटरस्ट आपां नूं 100 रुपये गिवन है। सो गल करते हैं क्वेश्चन की। क्वेश्चन के की है 100 रुपये इंटरस्ट गिवन है, मतलब 100 रुपये इंटरस्ट किस ते लग्या होएगा, 100 रुपये इंटरस्ट प्रिंसीपल के उत्ते लग्या होएगा। सो 100 विल बी इक्वल टू पी इंटू रेट ऑफ इंटरस्ट गिवन है 5 तो टाइम भी गिवन है दैट इज़ ऑल्सो 5। सब रेट ऑफ इंटरस्ट से सम गिवन पी इंटू 5 डिवाइडेड बाय 100। तो इतों अगर आप देखिए तो 5 5 25 तो 25 चौका 100, तो प्रिंसीपल अपना आ गया जी 400 रुपये। सो प्रिंसीपल अपना आ गया जी 400 रुपये। हम देखो 400 रुपये उन्हें लए सीगे, 5 सालों के बाद वो उत्ते 100 रुपये ब्याज लग गया। सो 400 रुपये तो उन्हें वापस करने ही करने ने, नाल की करेगा वो 100 रुपये ब्याज दे भी वापस करेगा। सो 400 के 100 ऐड होके जिहड़ी अमाउंट बनेगी जिहड़ी उन्हें वापस करनी है वो अमाउंट कितनी बनेगी जी, वो अमाउंट अपनी जिहड़ी है वो 500 रुपये बनेगी। सो जिहड़ी अमाउंट उन्हें वापस करनी है वो कितनी बनेगी, दैट अमाउंट विल बी इक्वल टू 500 रुपीज़। तो कई बार इत्थे प्रिंसीपल पूछा जाता है, कई बार अमाउंट भी पूछी जाती है। सो बिल्कुल ध्यान रखना क्वेश्चन का, इत्थे थोड़ा आंसर जिहड़ा आएगा दैट विल बी रुपीज़, दैट विल बी रुपीज़ 500 500 रुपये थोड़ा आंसर आएगा इस क्वेश्चन के विच। गल करते हैं क्वेश्चन नंबर 47 की। सो दोस्तों गल करते हैं नैक्सट क्वेश्चन की। नैक्सट क्वेश्चन थोड़ी स्क्रीन के उत्ते डिस्पले हो रहा है। कह रहा है ए लेंट रुपीज़ 600 टू बी फॉर 2 years and रुपीज़ 150 टू सी फॉर 4 years and received all together from both रुपीज़ 90 as simple interest। तो बिल्कुल ही ईजी क्वेश्चन है, एक बार तुम अपने एंड के उत्ते भी ट्राई कर लेना है। कह रहा है द रेट ऑफ इंटरस्ट इज़, तो देखो दोनों दो जने पैसे देते हैं, ए ने तो बी नूं देते हैं 600 रुपये। सो 600 रुपये इत्थे लिख लिया आपां, ठीक है जी। 600 रुपये 2 साल के लिए दिते, तो 600 इंटू 2 करता, नाल आपां आर रेट ऑफ इंटरस्ट कॉमन रखना है। सो रेट ऑफ इंटरस्ट इत्थे भी आएगा तो रेट ऑफ इंटरस्ट अगली टर्म दे विच भी आएगा। सो 150 रुपये उन्हें देते ने सी नूं कितनी देर ले लई, 150 देते ने 4 सालों के लिए, ठीक है जी। सो 150 गुणा 4 तो डिवाइड दे विच 100 कॉमन रहेगा तो नाल रेट ऑफ इंटरस्ट भी कॉमन रहेगा, मीनस इत्थे भी आर आएगा एंड इत्थे भी अगली टर्म दे विच आर आएगा, ठीक है जी। सो वो आर आर इकट्ठे लिखने सी या अलग अलग लिख लो, थोड़ी चॉइस है। दिस टोटल इज ये सारा इंटरस्ट कितना बन जाएगा, सिंपल इंटरस्ट आ जाएगा 600 रुपये तो ये सिंपल इंटरस्ट आ जाएगा 150 रुपये तो ये सारा कि इक्वल बन रहा है, ये सारा बन रहा है जी जाके 90 रुपये के इक्वल। सो कैलकुलेट कर लैने 6 दूनी 12 तो 15 चौके 60 तो 12 तो 6 1200 तो 600 1800 हो गया जी। सो 1800 आर 1800 आर विल बी इक्वल टू 1800 इंटू आर डिवाइडेड बाय 100। दिस इज इक्वल टू एक इक्वल आ गया जी 90 दे।
कुछ कैंसलेशन कर लेने हैं या कुछ इदा कह लें कि कुछ पार्ट जो है वो कैंसल कर लें या सॉल्व आउट कर लें। सो जीरोज़ विल कैंसल आउट। तो अगर 18 की गल की जाए तो 18 5 का 90 आ जाएगा। मीनस थोड़ा रेट ऑफ इंटरस्ट कितना आ जाएगा, दोनों सेम रेट से उन्हें पैसे दिते होंगे। सो रेट ऑफ इंटरस्ट विल बी इक्वल टू 5%। सो 5% इत्थों रेट ऑफ इंटरस्ट इस क्वेश्चन के लिए बन जाएगा। आई होप तुसी क्वेश्चन नूं समझिया होएगा वधिया तरीके नाल। सो क्वेश्चन नंबर 47 का आंसर बन जाएगा अपना 5%। सो 5% विल बी द राइट आंसर। ऑप्शन नंबर 3 विल बी द राइट आंसर फॉर क्वेश्चन नंबर 47। 47th क्वेश्चन का आंसर बन जाएगा 5%। 6-7 क्वेश्चन होर बचे ने सिंपल इंटरस्ट के, कोशिश करांगे अज ही कवर कर लीए। सो गल करते हैं नैक्सट क्वेश्चन की। नैक्सट क्वेश्चन जो थोड़ी स्क्रीन के उत्ते डिस्पले हो रहा है दैट इज़ सो क्वेश्चन नंबर 48 जो है दैट इज़ डिस्पलेइंग ऑन यूर स्क्रीन। की कह रहा है क्वेश्चन के कह रहा है ऑन ₹3000 इन्वेस्टड एट सिंपल इंटरस्ट 6% पर एनम ₹9,900 इज़ ऑबटेन्ड इन सर्टेन ईयर्स। तो कुछ टाइम के बाद उसनों 900 रुपये मिलते हैं सिंपल इंटरस्ट के उपर 6% के नाल। अगे कह रहा है इन ऑर्डर टू अर्न ₹1600 एज इंटरस्ट ऑन 4000 इन द सेम नंबर ऑफ ईयर्स वट शुड बी द रेट ऑफ सिंपल इंटरस्ट। तो बिल्कुल बहुत ही अच्छा क्वेश्चन है। सो क्वेश्चन के की है, ध्यान देना, समझ लो क्वेश्चन की है। क्वेश्चन स्टूडेंट्स ये है कि अपने को जो अमाउंट है, मतलब अपने को जो प्रिंसीपल है, जिदा इतने 3000 गिवन है। सो क्वेश्चन के की है, कह रहा है 3000 जो है वो सिंपल इंटरस्ट के उपर 6% के नाल कितना इंटरस्ट बन जाता है उसके उपर 900 रुपये। ठीक है जी। टाइम आपां नूं नहीं पता, सो इत्थे सर्टेन ईयर लिखिया ने, पहला आपां टाइम फाइंड आउट करांगे। फिर आपां नूं कह रहा है इन ऑर्डर टू अर्न ₹1600 एज एन इंटरस्ट ऑन ₹4000 इन द सेम नंबर ऑफ ईयर्स। तो पहला नंबर ऑफ ईयर्स कैलकुलेट करने पैणगे, फिर अगे क्वेश्चन होएगा। सो शुरुआत करते हैं क्वेश्चन की। क्वेश्चन के विच प्रिंसीपल कितना गिवन है जी? प्रिंसीपल गिवन है 3000। सो 3000 की है इत्थे, 3000 जिहड़ा है प्रिंसीपल गिवन है। इस दे उत्ते 6% आपां इंटरस्ट लाया। टाइम आपां नूं पता नहीं हैगा कि किन्ने नंबर ऑफ ईयर्स दे लिए आया, तो आपां टाइम टी लिख लिया, डिवाइडेड बाय 100 आ जाएगा। सो दिस इज़ P इंटू R इंटू टी डिवाइडेड बाय 100 एंड दिस इज़ इक्वल टू, है कि इक्वल, देखो सिंपल इंटरस्ट जिहड़ा आया सी, सिंपल इंटरस्ट कितना आया सी, दैट वाज 900। सो बिल्कुल स्टैप बाय स्टैप आप क्वेश्चन नूं कर रहे हैं। फिर भी जे तुहानूं किते कोई प्रॉब्लम लगती है, किते कोई दिक्कत आती है, तो तुसीं क्वेश्चन दे विच जरूर पूछनी है, ताकि आप उस डाउट नूं भी, जिहड़ा भी थोड़ा डाउट होए, उस डाउट नूं क्लीयर कर सकीए। सो गल करते हैं अगे। सो दिस इज़ कुछ कैंसल जो भी हुंदा वो कैंसल कर देने, जीरो के नाल जीरो कैंसल आउट हो जाएगी। टाइम थोड़ा आ जाएगा 30 के नाल, इत्थे कैंसल कर देने, 30 है 900, तो फिर 6 के नाल भी कैंसल हो जाएगा। सो 6 के नाल करांगे तो 5 6 का 30, सो 5 आ जाएगा टाइम। सो टाइम विल बी 5 ईयर्स। पहला ये स्टैप है कि अपना टाइम आ गया है जी 5 ईयर्स। ठीक है जी। सो टाइम विल बी इक्वल टू 5 ईयर्स। दूसरा स्टैप की ले लेना है हुण। दूसरे स्टैप के विच आपां नूं कह रहा है रेट पता करना है जिस दे नाल सिंपल इंटरस्ट कितना हो जाए। सिंपल इंटरस्ट अपना हो जाए 1600 रुपये, किस दे उपर? 4000 रुपये के उपर। सेम नंबर ऑफ ईयर्स दे विच, हुण नंबर ऑफ ईयर्स आपां कैलकुलेट कर लिया, दैट आर 5। सो प्रिंसीपल अपना हो गया जी 4000। सो इस तरीके नाल कई बार लॉन्ग क्वेश्चन भी पूछा जा सकता है। सो 4000 रुपये हो गए जी। इस दे उत्ते रेट आपां पता करना है कितना लगेगा। टाइम आपां नूं किया होया है जिन्ने सालां दे विच पहलां होए आ उसे दी गल कर रहे। सो टाइम आ जाएगा 5 साल डिवाइडेड बाय 100 एंड दिस विल बी इक्वल टू, इंटरस्ट कितना है जी 1600 रुपये।
सो इस तरीके नाल क्वेश्चन जो है वो बनता है। सो इत्थे अपने कोल 1600 रुपये आ जाएगा। 1600 इक्वल टू 4000, कुछ कैंसल वगैरह होंदा वो कर दिंने आ। सो जीरोज़ 2 जीरोज़ कैंसल हो जाएगियाँ पहले तो, फिर इत्थों आ जाएगा 40 नूं 5 है, 40 5 है 200, तो 200 नूं कैंसल कर देंगे 1600 दे नाल 8 दे नाल, ठीक है जी। 200 नूं 8 ना करांगे तो 1600 आ जाएगा। मीनस रेट ऑफ इंटरस्ट कितना आ गया जी अपने कोल 8%। सो रेट ऑफ इंटरस्ट इस क्वेश्चन दे विच कितना होना चाहिए है 8% होएगा, तो 4000 रुपये जो है वो 1600 रुपये आपां नूं सिंपल इंटरस्ट देणगे 5 सालां दे विच। सो रेट ऑफ इंटरस्ट इस क्वेश्चन दे लई आपां नूं पुछया गया सी। सो रेट ऑफ इंटरस्ट दे लई तुहाडा आंसर बनेगा 8%। ऑप्शन देख लैंदे आ किहड़ा राइट आंसर बनेगा। सो ऑप्शन नंबर 2 विल बी द राइट आंसर फॉर क्वेश्चन नंबर 48। क्वेश्चन नंबर 48 दे लई अपना जिहड़ा आंसर बनेगा वो 8% राइट आंसर बन जाएगा। ऑप्शन नंबर 2 विल बी द राइट आंसर। सो गल करते हैं अगले क्वेश्चन की, क्वेश्चन नंबर 49 की। अज की वीडियो के विच आपां सिंपल इंटरस्ट नूं ऑलमोस्ट खत्म करने की कोशिश करनी है, ठीक है जी। अगला क्वेश्चन है, कह रहा इफ एक्स इज़ द सिंपल इंटरस्ट ऑन वाई। कह रहा है अगर अपने कोल एक्स जो है वो सिंपल इंटरस्ट है ऑन वाई एंड वाई इज़ द सिंपल इंटरस्ट ऑन जेड and rate percent and time being kept in same being the same in both cases, what is the relation between x y and z। सो गल करते हैं क्वेश्चन की। कह रहा है टाइम भी सेम है तो रेट भी सेम है। सो गल करते हैं क्वेश्चन की। पहले क्वेश्चन के की है, कहता एक्स की है सिंपल इंटरस्ट। सो एक्स नूं आपां लैफ्ट हैंड साइड पर लिख लिया, इट इज़ सिंपल इंटरस्ट है किस ते है, इट इज़ सिंपल इंटरस्ट ऑन वाई। तो वाई दे नाल आपां आर एंड टी लिख लिया, ठीक है। सो आर इंटू टी डिवाइडेड बाय 100 लिख लैंने आ। सो दूसरे की है, देखो दूसरी कंडीशन की है, दूसरा आपां नूं गिवन है कि जो अपना वाई इज़ द सिंपल इंटरस्ट ऑन जैड, तो वाई नूं आपां इत्थे लिख लिया वाई इज़ इक्वल टू, वाई किस ते इक्वल हो गया, वाई इज़ इक्वल टू सिंपल इंटरस्ट ऑन जैड। सो जैड दे नाल भी आपां आर टी मल्टीप्लाई करता तो इत्थे भी डिवाइड बाय 100 करता, क्योंकि रेट ऑफ इंटरस्ट एंड टाइम की है आर एंड टी दोनों के लिए सेम है। सो ये आ गया जी। इस तो बाद हुण की करना है, आपां एक काम करते हैं, दोनों इक्वेशनस नूं डिवाइड कर दिंने आ, ठीक है जी। लैफ्ट हैंड साइड भी डिवाइड हो जाएगी, मीनस लैफ्ट हैंड साइड से की आ जाएगा एक्स डिवाइडेड बाय वाई एंड राइट हैंड साइड से आर टी कैंसल हो जाएगा, 100 कैंसल हो जाएगा। राइट हैंड साइड से आ जाएगा वाई डिवाइडेड बाय जेड। सो अगर कैलकुलेट करोगे तो वाई स्क्वेयर विल बी इक्वल टू एक्स जेड। सो वाई स्क्वेयर विल बी इक्वल टू एक्स जेड। ऑप्शन नंबर जिहड़ा है 2, ऑप्शन नंबर 2 विल बी द राइट आंसर फॉर दिस क्वेश्चन। ऑप्शन नंबर 2 जिहड़ा है वो 49th क्वेश्चन का राइट आंसर बनेगा। सो इस तरीके नाल स्टूडेंट्स तुसीं क्वेश्चनस नूं समझते रहना है, फिर क्वेश्चनस नूं करना है। किते भी कोई भी डाउट तुहानूं लगता है किसी भी क्वेश्चन दे विच, तां तुसीं उस डाउट नूं जरूर क्लीयर करना है। सो आई होप तुसीं क्वेश्चन नूं समझिया होएगा। किता कुछ नहीं, 2 इक्वेशनस लिखियां उन्होंने डिवाइड करता, अपने को आंसर आ गया वाई स्क्वेयर इक्वल टू एक्स इंटू जेड। ऑप्शन नंबर 2 जो है दैट विल बी द राइट आंसर फॉर क्वेश्चन नंबर 49। क्वेश्चन नंबर 50 गल करते हैं। क्वेश्चन नंबर 50 की है, कहता द सिंपल इंटरस्ट अमाउंट ऑफ 2 सक्सैसिव ईयर आर 10,000 एंड 11,000 रिस्पैक्टिवली। फाइंड प्रिंसीपल एंड रेट ऑफ इंटरस्ट। तो कह रहा है सिंपल इंटरस्ट अपने 2 सक्सैसिव ईयर का की है 10,000 एंड 11,000 है। फाइंड द प्रिंसीपल एंड रेट ऑफ इंटरस्ट। एक बार चेक करते हैं क्वेश्चन की है। कह रहा है एट सिंपल इंटरस्ट अमाउंट ऑफ 2 सक्सैसिव ईयर्स इज आर इक्वल टू
10,000 एंड 11,000। फाइंड द प्रिंसीपल एंड रेट ऑफ इंटरस्ट। तो इत्थों आपां कुछ मेरे ख्याल नाल तो फाइंड आउट कर नहीं सकते, क्योंकि ना आपां नूं कुछ टाइम गिवन है ना रेट गिवन है। फिर भी एक बारी चैक कर लैंदे आ। इत्थों तो ज़्यादा कुछ नहीं पता लग पाएगा क्वेश्चन का, सो इस क्वेश्चन को स्किप करके चलते हैं। मेरे ख्याल नाल अगे चलते हैं। कह रहा एट सिंपल इंटरस्ट अमाउंट ऑफ 4th ईयर एंड 5th ईयर आर ₹7,000 एंड ₹7,500 रिस्पैक्टिवली। प्रिंसीपल थोनू फाइंड आउट करने लई कहा गया है। ये अच्छा क्वेश्चन है, इस क्वेश्चन नू इग्नोर तुसी नहीं करना है। क्वेश्चन नंबर 51 वेरी इंपॉर्टेंट क्वेश्चन, बहुत ही इंपॉर्टेंट क्वेश्चन है। तो इस क्वेश्चन नू पूरी डिटेल दे नाल तुसी सॉल्व करना है। एक बारी नोट भी कर लो पहला क्वेश्चन नू, किते कोई डाउट लगता है तुसी जरूर पूछना है इस क्वेश्चन दे विच। सो क्वेश्चन स्टूडेंट्स आपां नू की कह रहा है इस क्वेश्चन की, अगर पर्टिकुलर गल करिए क्वेश्चन नंबर 51 की, तो क्वेश्चन नंबर 51 आपां नू कह रहा है कि सिंपल इंटरस्ट की जिहड़ी अमाउंट है, अमाउंट का मतलब हुंदा है प्रिंसीपल प्लस सिंपल इंटरस्ट। सो प्रिंसीपल प्लस हुण देखो 4 साल की अमाउंट कह रहा है, मतलब 4 साल की लग्या होएगा, 4 साल सिंपल इंटरस्ट लग्या होएगा, मतलब 4 साल का सिंपल इंटरस्ट तो प्रिंसीपल किस दे इक्वल है 7,000 रुपए दे। सो ये बहुत ही अच्छा क्वेश्चन पूछा जाता है। मैं काफ़ी देर तक कोशिश कर रहा सी कि इस टाइप का एक क्वेश्चन मिल जाता तो आप उसमें इनकलूड करते। सो एक अच्छा क्वेश्चन मिलया। सो ये जे इक्वल है जी, ये 7,000 के इक्वल है। जेकर दूजी गल की जाए प्रिंसीपल प्लस, हुण देखो 5 साल की गल कर रहा है, कहता 5 ईयर, तो मतलब 5 साल की लग्या होएगा सिंपल इंटरस्ट। सो 5 साल का सिंपल इंटरस्ट प्लस प्रिंसीपल किस दे इक्वल हो गया, दिस इज इक्वल टू 7,500। हुण इत्थों देखो की है, अगर मैं फस्ट इक्वेशन नू सैकेंड दे विचों माइनस करदा, ठीक है जी, मैं की करना है, मैं ए वाली फस्ट इक्वेशन ले ली, फस्ट इक्वेशन नू मैं सैकेंड दे विचों माइनस करांगा तो पी एंड पी कैंसल आउट हो जाएगा, तो 5SI दे विचों 4SI माइनस करांगे, मीनस 1 साल का सिंपल इंटरस्ट मेरे को आ जाएगा एंड दैट सिंपल इंटरस्ट विल बी इक्वल टू 500 रुपीज़। जिहड़ा 1 साल का सिंपल इंटरस्ट आ जाएगा वो किस दे इक्वल आ जाएगा, दैट इंटरस्ट विल बी इक्वल टू 500 रुपीज़। हुण अगले स्टैप दे विच देखो की करोगे, अगले स्टैप दे विच की है, ये अपने को 500 रुपये आ चुकिया है। हुण देखो 1 साल का ये, अगर 4 साल की गल करांगे तो 4 सालों के इंटरस्ट कितना हो जाएगा, 4 सालों के इंटरस्ट हो जाएगा 4 × 500, दैट विल बी इक्वल टू 2,000। सो अगर 4 साल की गल करदा तो 4 साल के सिंपल इंटरस्ट कितना हो जाता, दैट विल बी इक्वल टू 2,000 रुपीज़। हुण देखो 4 साल वाली अमाउंट है किहड़ी अपने कोल, 4 साल वाली अमाउंट स्टूडेंट्स हैगी है जिहड़ी अपने कोल, दैट इज़ ₹7,000। सो 7,000 रुपए दे विचों 2,000 7,000 रुपए कदों बनते हैं, जदों 4 साल इंटरस्ट लग जाता है प्रिंसीपल के उपर, मीनस 2,000 रुपए इंटरस्ट लग गया। सिंपल जी गल ये कह सकते हैं कि 7,000 दे विचों जेकर आपां 2,000 माइनस कर दईए, 7,000 दे विचों आपां 2,000 माइनस कर दिंने आ, फिर अपने को जिहड़ी अमाउंट वैल्यू आएगी दैट विल बी, वो की आएगा जी, वो अपने को प्रिंसीपल आ जाएगा। सो प्रिंसीपल फॉर दिस क्वेश्चन, इस क्वेश्चन के लिए प्रिंसीपल की आ जाएगा, प्रिंसीपल आ जाएगा अपना जी 5,000 रुपये। सो 5,000 का आंसर बन जाएगा ऑप्शन नंबर 1। सो इस तरीके नाल कई बारी क्वेश्चन पूछा जरूर जाता है। सो आई होप तुसीं क्वेश्चन नू नोट कर लिया होगा। क्वेश्चन का आंसर आ जाएगा 7,000 के विचों 2,000 माइनस करके 5,000 विल बी द आंसर फॉर फस्ट पार्ट ऑफ 51st क्वेश्चन। 51वें क्वेश्चन का पहला जिहड़ा पार्ट है उसका आंसर बन जाएगा
₹5000। ਗੱਲ ਕਰਦੇ ਹਾਂ ਜੀ ਦੂਜੇ ਪਾਰਟ ਦੀ। ਦੂਜਾ ਪਾਰਟ ਕੀ ਹੈ, ਕਹਿ ਰਿਹਾ ਹੈ ਰੇਟ ਆਫ ਇੰਟਰਸਟ ਤੁਸੀਂ ਫਾਈਂਡ ਆਊਟ ਕਰਨਾ। ਤਾਂ ਰੇਟ ਆਫ ਇੰਟਰਸਟ ਵੀ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ। ਰੇਟ ਆਫ ਇੰਟਰਸਟ ਲਈ ਕੀ ਹੈ, ਆਪਣੇ ਕੋਲ ਕਿੰਨੇ ਪੈਸੇ ਨੇ, ਆਪਣੇ ਕੋਲ ਹੈਗੇ ਨੇ ਜੀ, ਆਪਣੇ ਕੋਲ ਸੀਗੇ 5000 ਰੁਪਏ। 5000 ਰੁਪਏ ਦੇ ਉੱਪਰ ਵਿਆਜ ਕਿੰਨਾ ਲੱਗਿਆ, ਵਿਆਜ ਲੱਗਿਆ ਜੀ 2000 ਰੁਪਏ। ਸੋ ਇਹਨੂੰ ਆਪਾਂ ਲਿਖ ਲਿਆ 5000 ਇਕੁਅਲ ਟੂ 2000। ਰੇਟ ਆਫ ਇੰਟਰਸਟ ਆਪਾਂ ਨੂੰ ਪੁੱਛਿਆ ਗਿਆ ਹੈ, ਸੋ ਉਹ ਤਾਂ ਆਪਾਂ ਫਾਈਂਡ ਆਊਟ ਕਰਨਾ ਹੈ। ਸੋ ਰੇਟ ਆਫ ਇੰਟਰਸਟ ਆਪਾਂ ਐਜ਼ ਇਟ ਇਜ਼ ਲਿਖ ਲਿਆ। ਟਾਈਮ ਆਪਾਂ ਨੂੰ ਪਤਾ ਹੈ, ਟਾਈਮ ਆਪਣੇ ਕੋਲ ਕਿੰਨਾ ਆ ਜੀ 4 ਸਾਲ। ਸੋ 4 ਸਾਲ ਦੇ ਵਿੱਚ ਜੋ ਹੈ ਉਹ 2000 ਹੋ ਗਿਆ। ਇੱਥੋਂ ਆਪਣੇ ਕੋਲ 100 ਆ ਗਿਆ, PRT/100। ਸੋ ਇੱਥੋਂ ਕੁਛ ਕੈਂਸਲ ਆਊਟ ਜੋ ਵੀ ਹੋ ਰਿਹਾ ਉਹਦੇ ਅਕੋਰਡਿੰਗ ਤੁਹਾਡਾ ਆਨਸਰ ਬਣ ਜਾਏਗਾ। 0 ਨਾਲ ਜ਼ੀਰੋਜ਼ ਕੈਂਸਲ ਆਊਟ ਹੋ ਗਈਆਂ। ਸੋ 50 ਚੌਕੇ 200, ਅਤੇ 200 ਨੂੰ ਅਗਰ ਤੁਸੀਂ ਕੈਂਸਲ ਕਰੋਗੇ 2000 ਦੇ ਨਾਲ ਤਾਂ ਰੇਟ ਆਪਣੇ ਕੋਲ ਆ ਜਾਏਗਾ 10%। ਸੋ ਰੇਟ ਆਫ ਇੰਟਰਸਟ ਸਟੂਡੈਂਟਸ ਇਸ ਕੁਐਸਚਨ ਦੇ ਵਿੱਚ ਕਿੰਨਾ ਆ ਜਾਏਗਾ, ਦੈਟ ਇੰਟਰਸਟ ਰੇਟ ਆਫ ਇੰਟਰਸਟ ਵਿਲ ਬੀ ਇਕੁਅਲ ਟੂ 10%। ਤੁਹਾਡਾ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ। ਸੋ ਕੁਐਸਚਨ ਨੰਬਰ 51 ਦੀ ਆਪਾਂ ਗੱਲ ਕਰ ਰਹੇ ਸੀਗੇ। ਕੁਐਸਚਨ ਨੰਬਰ 51 ਦੇ ਵਿੱਚ ਜਿਹੜਾ ਪਹਿਲਾ ਪ੍ਰਿੰਸੀਪਲ ਪੁੱਛਿਆ ਗਿਆ ਹੈ ਦੈਟ ਵਿਲ ਬੀ 5000, ਅਤੇ ਰੇਟ ਆਫ ਇੰਟਰਸਟ ਆਪਣਾ ਆ ਜਾਏਗਾ ਸੈਕਿੰਡ ਆਪਸ਼ਨ ਦੈਟ ਇਜ਼ 10%। ਸੋ ਆਈ ਹੋਪ ਤੁਸੀਂ ਕੁਐਸਚਨ ਨੂੰ ਸਮਝਿਆ ਹੋਏਗਾ ਅੱਛੇ ਤਰੀਕੇ ਨਾਲ। ਕੁਐਸਚਨ ਨੰਬਰ 51 ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਅਗਲਾ ਟੌਪਿਕ ਆਪਣਾ ਆਏਗਾ ਜੀ ਕੰਪਾਊਂਡ ਇੰਟਰਸਟ। ਅੱਜ ਸ਼ਾਮ ਨੂੰ ਸਟਾਰਟ ਕਰ ਦਾਂਗੇ, ਕੋਸ਼ਿਸ਼ ਕਰਾਂਗੇ, ਅਤੇ ਬਾਕੀ ਦੇਖਦੇ ਹਾਂ। ਕੰਪਾਊਂਡ ਇੰਟਰਸਟ ਇਸ ਦੇ ਵਿੱਚ ਵੀ ਕਾਫੀ ਸ਼ਾਰਟਕਟ ਯੂਜ਼ ਹੁੰਦੇ ਨੇ, ਬਾਕੀ ਦੇਖਾਂਗੇ, ਕਿਉਂਕਿ ਇੰਟਰਸਟ ਦੇ ਨਾਲ ਉਹਨਾਂ ਨੇ ਕੁਛ ਇਹ ਨਹੀਂ ਲਿਖਿਆ ਵੀ ਸਿੰਪਲ ਇੰਟਰਸਟ ਜਾਂ ਕੰਪਾਊਂਡ ਇੰਟਰਸਟ। ਤਾਂ ਉਮੀਦ ਕਰਾਂਗੇ ਕਿ ਸਿੰਪਲ ਇੰਟਰਸਟ ਦੇ ਵੀ ਕੁਐਸਚਨ ਪੁੱਛੇ ਜਾਣਗੇ ਐਂਡ ਕੰਪਾਊਂਡ ਇੰਟਰਸਟ ਦੇ ਕੁਐਸਚਨ ਵੀ ਪੁੱਛੇ ਜਾ ਸਕਦੇ ਨੇ ਪੇਪਰ ਦੇ ਵਿੱਚ। ਸੋ ਗੱਲ ਕਰਦੇ ਹਾਂ ਹੁਣ ਅਗਲੇ ਕੁਐਸਚਨ ਦੀ। 3-4 ਕੁਐਸਚਨਸ ਬਚੇ ਨੇ, ਉਹਨਾਂ ਦੀ ਵੀ ਡਿਸਕਸ਼ਨ ਕਰ ਲੈਂਦੇ ਹਾਂ। ਕਹਿ ਰਿਹਾ ਏ ਅ ਮੈਨ ਹੈਜ਼ ₹5000 and he deposited some money for 2 years and rest for 3 years. If amount on both becomes equal, if amount of both becomes equal, find the amount invested for 2 years where rate of simple interest is 10% पर ईयर। ਤਾਂ ਬਹੁਤ ਹੀ ਅੱਛਾ क्वेश्चन है, देखते हैं की है। कहता a man has ₹5000 and he deposited some money for 2 years and rest for 3 years. If amount on both becomes equal, find the amount invested for 2 years where rate of simple interest is 10% per year। ठीक है जी। ਇੱਥੇ ਕੀ ਹੈ ਦੇਖੋ, ਕੁਐਸਚਨ ਦੇ ਵਿੱਚ ਕੀ ਹੈ, ਅਮਾਊਂਟ ਜਿਹੜੀ ਆ ਉਹ ਸੇਮ ਹੈ। ਮੀਨਸ ਅਗਰ ਮੈਂ ਇੱਥੇ ਇੱਕ ਵੈਲਿਊ ਲੈ ਲਾਂ x, ਜਾਂ ਇੱਥੇ ਇੱਕ ਚਲੋ x ਲੈ ਲੈਂਦੇ ਹਾਂ, ਠੀਕ ਹੈ। ਇੱਕ ਵੈਲਿਊ ਲਈ x, ਅਤੇ x ਦੇ ਵਿੱਚ ਜੋ ਸਿੰਪਲ ਇੰਟਰਸਟ ਆਇਆ, ਠੀਕ ਹੈ ਜੀ, x ਪਲਸ ਐਸ ਆਈ, ਇਹ ਅਮਾਊਂਟ ਕਿਸ ਦੇ ਇਕੁਅਲ ਆਈ, y ਪਲਸ ਐਸ ਆਈ ਦੇ, ਠੀਕ ਹੈ ਜੀ। ਸੋ ਇਟ ਇਜ਼ y ਪਲਸ ਐਸ ਆਈ। ਬਟ ਹੁਣ ਹੈ ਕੀ ਹੈ ਐਕਚੁਅਲ ਦੇ ਵਿੱਚ, ਥੋੜ੍ਹਾ ਜਿਹਾ ਧਿਆਨ ਨਾਲ ਆਪਾਂ ਦੇਖੀਏ ਤਾਂ ਇਹ ਬਣ ਕੀ ਰਿਹਾ ਹੈ ਆਪਣੇ ਕੋਲ, x ਪਲਸ x ਇੰਟੂ ਰੇਟ ਆਫ ਇੰਟਰਸਟ ਆਪਾਂ ਨੂੰ 10% ਦੇ ਦਿੱਤਾ ਹੈ, ਚਲੋ, ਅਤੇ ਟਾਈਮ ਆਪਾਂ ਨੂੰ ਦੇ ਦਿੱਤਾ ਹੈ, ਕਿੰਨੇ ਸਾਲ ਦੇ ਦਿੱਤੇ ਸੀਗੇ ਇੱਥੇ ਜੀ, ਦੇਖੋ ਇੱਥੇ ਆਪਾਂ ਨੂੰ ਦੇ ਦਿੱਤੇ ਸੀ 2 ਸਾਲ। ਸੋ ਇੱਥੇ ਇਹ ਲਿਖ ਸਕਦੇ ਹਾਂ ਕਿ x ਇੰਟੂ 10 ਇੰਟੂ 2 ਡਿਵਾਈਡਡ ਬਾਏ 100। ਸੋ ਧਿਆਨ ਦੇਣਾ, ਕੁਐਸਚਨ ਕਰਨਾ ਹੈ। ਕੁਐਸਚਨ ਕੀ ਹੈ, x ਇੰਟੂ 10 ਇੰਟੂ 2, ਇੱਥੇ ਮਲਟੀਪਲਾਈ ਵੀ ਲਿਖ ਲਓ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਏ। ਸੋ x ਇੰਟੂ 10 ਇੰਟੂ 2 ਡਿਵਾਈਡਡ ਬਾਈ 100, ਇਹ ਲੈਫਟ ਸਾਈਡ ਦੀ ਅਮਾਊਂਟ ਬਣ ਜਾਏਗੀ। ਗੱਲ ਕਰਦੇ ਹਾਂ ਰਾਈਟ ਸਾਈਡ ਦੀ। ਸੋ ਰਾਈਟ ਸਾਈਡ ਆਪਾਂ ਲਿਆ ਸੀ y, ਸੋ ਦਿਸ ਇਜ਼ y ਪਲਸ, ਹੁਣ y ਦੇ ਵਿੱਚ ਕਿਹੜਾ ਇੰਟਰਸਟ ਐਡ ਹੋ ਜਾਏਗਾ, ਜਿਹੜਾ y ਦੇ ਉੱਤੇ ਲੱਗੇਗਾ। ਸੋ y ਇਨ ਪਲਸ y ਇੰਟੂ 10 ਪਲਸ 3, 10 ਇੰਟੂ 3 ਐਂਡ ਡਿਵਾਈਡ ਦੇ ਵਿੱਚ ਕੀ ਆ ਜਾਏਗਾ, ਡਿਵਾਈਡ ਦੇ ਵਿੱਚ ਆ ਜਾਏਗਾ 100।
ਸੋ ਇੱਥੋਂ ਜੋ ਵੀ ਕੈਂਸਲ ਆਊਟ ਹੋ ਰਿਹਾ ਉਹ ਕਰ ਦਿੰਦੇ ਆ, ਜਿੱਦਾਂ 10 ਟੈਨਸ ਦਾ 100, ਇੱਥੇ ਵੀ 10 ਟੈਨਸ ਦਾ 100 ਕਰ ਦਿੰਦੇ ਆ ਪਹਿਲਾਂ। ਸੋ ਇੱਥੋਂ ਆ ਜਾਏਗਾ 10x ਪਲੱਸ 2x। ਸੋ ਇਹ ਹੁਣ ਆਪਾਂ LCM ਲੈ ਕੇ ਸੋਲਵ ਕਰਨੇ ਆ। ਇੱਥੋਂ ਆ ਜਾਏਗਾ 10y ਪਲੱਸ, ਸੋ ਇੱਥੋਂ ਆ ਜਾਏਗਾ 12x/10, ਸੋ 12x/10 ਐਂਡ ਅੱਗੇ ਆ ਜਾਏਗਾ 13y/10, 13y ਡਿਵਾਈਡਡ ਬਾਏ 10। 10 ਦੇ ਨਾਲ 10 ਵੀ ਕੈਂਸਲ ਆਊਟ ਕਰ ਦਿੰਦੇ ਆ। ਸੋ x/y ਕਿੰਨਾ ਆ ਗਿਆ, x/y that is equal to 13/12। so this is equal to 13/12। ਹੁਣ ਦੇਖੋ ਕੀ ਹੈ, x ਐਂਡ ਰੇਸ਼ੋ y ਦੋਨਾਂ ਦੀ ਰੇਸ਼ੋ ਆ ਗਈ ਆਪਣੇ ਕੋਲ 13/12। ਦੋਨਾਂ ਦਾ ਸਮ ਕਰ ਦਾਂਗੇ, ਕਿੰਨਾ ਆ ਜਾਏਗਾ, ਸਮ ਵਿਲ ਬੀ ਇਕੁਅਲ ਟੂ 25। ਸਮ ਆਪਣੇ ਕੋਲ ਸਟੂਡੈਂਟਸ ਕਿੰਨਾ ਆ ਜਾਏਗਾ 25। ਹੁਣ 25 ਕਿਸ ਦੇ ਇਕੁਅਲ ਹੈ, 25 ਇਕੁਅਲ ਟੂ ਹੈਗਾ ਹੈ 5000 ਦੇ, ਮਤਲਬ 5000 ਦੇ 25 ਪਾਰਟਸ ਕਰੀਏ ਤਾਂ ਆਪਣੇ ਕੋਲ ਸਿੰਗਲ ਪਾਰਟ ਦੀ ਵੈਲਿਊ ਕਿੰਨੀ ਆ ਗਈ, ਸਿੰਗਲ ਪਾਰਟ ਦੀ ਵੈਲਿਊ ਆਪਣੇ ਕੋਲ ਆ ਗਈ 200। ਸਿੰਗਲ ਪਾਰਟ ਦੀ ਵੈਲਿਊ ਆ ਗਈ ਜੀ ਆਪਣੇ ਕੋਲ 200। ਸੋ ਆਪਾਂ ਨੂੰ ਪੁੱਛਿਆ ਕੀ ਹੈ, ਇਫ ਅਮਾਊਂਟ ਔਨ ਬੋਥ ਬਿਕਮਸ ਅਮਾਊਂਟ ਇਨਵੈਸਟਡ ਫॉर 2 years। ਤਾਂ ਦੇਖੋ ਹੁਣ ਆਪਣੇ ਕੋਲ x ਐਂਡ y ਦੀ ਰੇਸ਼ੋ ਆਪਾਂ ਫਾਈਂਡ ਆਊਟ ਕਰ ਲਈ ਸੀ। x ਐਂਡ y ਦੀ ਜਿਹੜੀ ਰੇਸ਼ੋ ਆਈ ਸੀ ਆਪਣੇ ਕੋਲ ਕਿੰਨੀ ਆਈ ਸੀ 13/12। ਇੱਕ ਪਾਰਟ ਦੀ ਵੈਲਿਊ ਵੀ ਆਪਾਂ ਕੈਲਕੂਲੇਟ ਕਰ ਲਈ ਸੀ, ਉਹ ਕਿੰਨੀ ਆਈ ਸੀ ਆਪਣੇ ਕੋਲ, ਦੈਟ ਵਾਜ਼ 200। ਸੋ x ਕੋ ਕਿੰਨੇ ਪਾਰਟਸ ਨੇ, x ਦੇ ਕੋਲ 13 ਪਾਰਟਸ ਨੇ, ਤਾਂ 13 ਨੂੰ 200 ਨਾਲ ਮਲਟੀਪਲਾਈ ਕਰ ਦਾਂਗੇ, 13 ਦੂਣਾ 2600 ਰੁਪਏ ਆਨਸਰ ਆ ਜਾਏਗਾ। ਜੇਕਰ ਆਪਾਂ ਨੂੰ ਪੁੱਛਿਆ ਹੁੰਦਾ ਕਿ ਅਮਾਊਂਟ ਜਿਹੜੀ ਹੈ ਉਹ 3 ਸਾਲ ਵਾਸਤੇ, ਜਿਹੜੀ ਇੱਥੇ 3 ਸਾਲਾਂ ਵਾਸਤੇ ਇਨਵੈਸਟ ਕੀਤੀ ਹੁੰਦੀ ਉਹ ਫਾਈਂਡ ਆਊਟ ਕਰਦੇ, ਫਿਰ ਜਿਹੜੀ y ਅਮਾਊਂਟ ਸੀਗੀ ਉਹ 3 ਸਾਲਾਂ ਵਾਸਤੇ ਇਨਵੈਸਟ ਕੀਤੀ ਸੀ, ਉਹ ਅਮਾਊਂਟ ਬਣਦੀ 200 ਗੁਣਾ 12, ਸੋ ਦੈਟ ਵਿਲ ਬੀ 2400 ਰੁਪਏ। ਬਟ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਜੋ ਪੁੱਛਿਆ ਗਿਆ ਹੈ ਕਿ ਜਿੰਨੀ ਆਪਾਂ ਵੈਲਿਊ ਡਿਪੋਜ਼ਿਟ ਕੀਤੀ ਹੈ, ਇਨਵੈਸਟ ਕੀਤੀ ਹੈ 2 ਸਾਲ ਦੇ ਵਾਸਤੇ, ਉਹ ਵਾਲੀ ਵੈਲਿਊ ਫਾਈਂਡ ਆਊਟ ਕਰਨੀ ਹੈ, ਤਾਂ ਇਸ ਕੁਐਸਚਨ ਦੇ ਵਿੱਚ ਆਪਣਾ ਆਨਸਰ ਬਣੇਗਾ 2600 ਰੁਪਏ। ਸੋ ਇਸ ਤਰੀਕੇ ਨਾਲ ਜਿਹੜਾ ਹੈ ਸਟੂਡੈਂਟਸ ਤੁਸੀਂ ਇਸ ਕੁਐਸਚਨ ਨੂੰ ਅਪਰੋਚ ਕਰ ਸਕਦੇ ਹੋ। ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਜ਼ਰੂਰ ਲੱਗੇਗਾ, ਬਟ ਕੰਸੈਪਟ ਨੂੰ ਕਲੀਅਰ ਕਰਕੇ ਜੇ ਤੁਸੀਂ ਕਰੋਗੇ ਫਿਰ ਤੁਹਾਨੂੰ ਪੇਪਰ ਦੇ ਵਿੱਚ ਕੋਈ ਦਿੱਕਤ ਨਹੀਂ ਆਉਣ ਵਾਲੀ। ਅਦਰਵਾਈਜ਼ ਪੇਪਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਜਦੋਂ ਤੁਸੀਂ ਇਸ ਟਾਈਪ ਦਾ ਕੁਐਸਚਨ ਕਰਦੇ ਹੋ। ਸੋ 4 ਕੁਐਸਚਨਸ ਬਚੇ ਨੇ ਸਟੂਡੈਂਟਸ ਆਪਣੇ ਕੋਲ। ਸੋ 4 ਕੁਐਸਚਨਸ ਬਚੇ ਨੇ, ਹੁਣ ਆਪਾਂ ਇਹ ਕਰਾਂਗੇ ਜੀ। ਸੋ ਕੁਐਸਚਨ ਨੰਬਰ 53 ਦੀ ਗੱਲ ਕਰਦੇ ਹਾਂ। ਹਾਂਜੀ ਦੋਸਤੋ, ਸੋ ਕੁਐਸਚਨ ਨੰਬਰ 53 ਤੁਹਾਡੀ ਸਕਰੀਨ ਦੇ ਉੱਤੇ ਹੈ ਅਤੇ ਕੁਐਸਚਨ ਦੇ ਵਿੱਚ ਕਹਿ ਕੀ ਰਿਹਾ ਹੈ, ਕਹਿ ਰਿਹਾ ਹੈ ਅ ਮੈਨ ਹੈਜ਼ ₹5000, he deposited some money for 2 years and rest for 3 years. If the rate of interest is 7% per annum, then simple interest on of both becomes equal। ਤੇ ਪੁੱਛਿਆ ਹੈ find the money invested for 2 years। ਤਾਂ ਦੇਖੋ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ, ਕਿਸ ਤਰ੍ਹਾਂ ਕਰਨਾ ਹੈ। ਆਪਾਂ ਨੂੰ ਕਹਿ ਰਿਹਾ ਹੈ ਸਿੰਪਲ ਇੰਟਰਸਟ ਦੋਨਾਂ ਦਾ ਸੇਮ ਹੈ। ਅਗਰ ਰੇਟ ਆਫ ਇੰਟਰਸਟ 7% ਹੈ ਅਤੇ ਇੱਕ ਅਮਾਊਂਟ ਜਿਹੜੀ ਇਨਵੈਸਟ ਕੀਤੀ ਜਾਂਦੀ 2 ਸਾਲ ਦੇ ਲਈ, ਦੂਜੀ ਇਨਵੈਸਟ ਕੀਤੀ ਜਾਂਦੀ ਹੈ 3 ਸਾਲ ਦੇ ਲਈ। ਸੋ ਆਪਾਂ ਕਿਵੇਂ ਕਰਾਂਗੇ, P1 ਲੈਟਸ ਸਪੋਜ਼ 5000 ਦੇ ਵਿੱਚੋਂ ਕੁਝ ਅਮਾਊਂਟ ਉਸਨੇ ਉਸ ਦੇ ਲਈ ਲਗਾਤੀ, ਇੱਕ ਪ੍ਰਿੰਸੀਪਲ ਲੈ ਲਿਆ, ਦੂਸਰਾ ਪ੍ਰਿੰਸੀਪਲ, ਅਤੇ ਇਸ ਪ੍ਰਿੰਸੀਪਲ ਦੇ ਉੱਪਰ ਰੇਟ ਲੱਗਿਆ 7% ਅਤੇ ਟਾਈਮ ਹੈਗਾ ਸੀ ਜੀ 2 ਸਾਲ। ਸੋ ਦਿਸ ਵਿਲ ਬੀ ਦਾ ਸਿੰਪਲ ਇੰਟਰਸਟ ਔਨ ਪ੍ਰਿੰਸੀਪਲ P1 ਅਤੇ ਡਿਵਾਈਡ ਬਾਈ 100 ਹੋ ਜਾਏਗਾ, PRT/100 ਫਾਰਮੂਲਾ। ਦਿਸ ਵਿਲ ਬੀ ਇਕੁਅਲ ਟੂ, ਇਹ ਕਿਸ ਦੇ ਇਕੁਅਲ ਹੋ ਜਾਏਗਾ, P2 × 7 × 3। ਹੁਣ ਦੇਖੋ 7 ਕਿਉਂ ਯੂਜ਼ ਕਰ ਰਹੇ ਹਾਂ, ਕਿਉਂਕਿ 7 ਕੀ ਹੈ, ਰੇਟ ਆਫ ਇੰਟਰਸਟ। ਦੋਨਾਂ ਕੇਸਿਸ ਦੇ ਵਿੱਚ ਸੇਮ ਰੇਟ ਆਫ ਇੰਟਰਸਟ ਆਏਗਾ ਐਂਡ ਉਸਨੇ ਇਹੀ ਕਿਹਾ ਹੈ ਦੋਨਾਂ ਕੇਸਿਸ ਦੇ ਵਿੱਚ ਸਿੰਪਲ ਇੰਟਰਸਟ ਜਿਹੜਾ ਹੈ ਉਹ ਇਕੁਅਲ ਆਏਗਾ।
सो दोनों इक्वेट करता आपां 7 ਦੇ ਨਾਲ 7 कैंसल आउट हो जाएगा 100 ਦੇ ਨਾਲ 100 भी कैंसल आउट हो जाएगा। सो स्टूडेंट्स P1 बाय P2 P2 ਦੀ ਜਿਹੜੀ ਰੇਸ਼ੋ ਆ ਜਾਏਗੀ ਆਪਣੇ ਕੋਲ दिस रेशो विल बी इक्वल टू 3/2। ये रेशो अपने को किस दे इक्वल आ जाएगी, ये रेशो अपने को इक्वल आ जाएगी 3/2 दे, या इस तरह कह सकते हैं कि P1 रेशो P2 किस रेशो आ जाएंगे 3/2। सो दिस इज़ द रेशो ऑफ P1 इज़ टू P2। P1 एंड P2 की जी रेशो आएगी वो ये आ जाएगी। इस तो बाद टोटल पार्ट्स देखो किन्ने हो गए, टोटल पार्ट्स अपने को हो गए 3 and 2, टोटल पार्ट्स हो गए स्टूडेंट्स 5। सो आउट ऑफ दैट 5 एक पार्ट की वैल्यू हुण आपां फाइंड आउट कर लांगे। सो इट इज़ 5000। सो 5000 बाय 5 करके सिंगल पार्ट की वैल्यू अपने को आ जाएगी, दैट विल बी 1000। हुण इस तो बाद आपां नूं पुछिया है फाइंड द मनी इन्वैसटड फॉर 2 ईयर्स। तो 2 साल के वास्ते मनी किहड़ा इन्वैसट किया सी आपां P1 मन्निया सी 2 साल लई, तो 2 साल के लिए अमाउंट कितनी इन्वैसट की है उसने 3 पार्ट्स, दैट मीनस 100 × 3। सिंगल पार्ट की वैल्यू कितनी है जी 1000 × 3। सो 1000 × 3 करांगे तो 3000 जो है दैट विल बी द अमाउंट इन्वैसटड फॉर 2 ईयर्स। 2 साल के वास्ते जी अमाउंट इन्वैसट की है वो आ जाएगी अपनी 3000। अगर अपन पूछदा कि 3 साल के लिए कितनी अमाउंट इन्वैसट की है दैन अपना आंसर आ जाता 2000। सो इस क्वेश्चन का आंसर बन जाएगा जी 53rd क्वेश्चन का आंसर बन जाएगा 3000। जेकर अपन पूछा जाता 3 साल वास्ते अमाउंट जी है 3 साल वास्ते ओबवियसली अपना आंसर फिर 2000 होंदा। सो इस केस के अपना आंसर आ जाएगा ऑप्शन नंबर 2 ₹3000। कोई भी डाउट किसी भी क्वेश्चन के किते भी थोनों लगता है तो तुसीं वो डाउट जरूर क्लीयर करना है। 3 क्वेश्चन अपने बचे ने सिंपल इंटरस्ट के, तो 56 क्वेश्चन सिंपल इंटरस्ट के मैं करवाए ने। वो 56 क्वेश्चन तुसीं जरूर देख के जाने ने पेपर के जाने तो पहला। क्वेश्चन नंबर 54 की गल करते हैं। कह रहा है अ मैन इन्वैसटड सम मनी एंड सम फॉर सम टाइम। कुछ पैसे एक बंदे ने इन्वैसट किए ने कुछ टाइम के लिए एट द रेट ऑफ 6% पर एनम, एंड ही इन्वैसटड सेम मनी 7% पर एनम फॉर 6 मंथ लैस दैन प्रीवियस टाइम। तो पिछला टाइम जिहड़ा सी उस तो 6 महीने घट लई इन्वैसट किया दूजी वारी। इफ टोटल इंटरस्ट फॉर बोथ बिकम्स इक्वल दैट इज़ 315। कहना जो दोनों के लिए इंटरस्ट बन जाता है सेम तो बन जाता है इंटरस्ट 315 रुपये। पूछ रहा है फाइंड द मनी इन्वैसटड इन ईच स्कीम। हरेक दोनों स्कीमां दे विच कहता जिस किन्ने पैसे लगाए गए वो आपां फाइंड आउट करने ने। सो एक वधिया क्वेश्चन कह सकते हो। सो गल करते हैं जी क्वेश्चन की पहला। सो क्वेश्चन की कह रहा सी आ मैन इन्वैसटड कुछ अमाउंट इन्वैसट की उन्हें मान लो P अमाउंट इन्वैसट की कुछ टाइम के लिए रेट अपन दिता है 6%। ठीक है जी। सो PRT। सो R अपन 6% है, टाइम अपन नहीं पता आप T लिख लिया। सो उस तो बाद की है एक होर अमाउंट इन्वैसट की है उसने सेम अमाउंट तो 6 महीने घट वो वास्ते कोई फर्क चलो देखते हैं की फर्क पैंदा है। दूसरी इस ते ये अपने कि इक्वल है दिस इज़ इक्वल टू 315। सो 315 अपने को हो गया जी। तो एक दूसरी फिर होर स्कीम दी हुई है उस दे विच की है आपां कह रहा है जिहड़ा अपना टाइम आपां कढ सकते हैं एक मेरे ख्याल नाल किसी मैथड नाल। सो वेट करो एक मिनट, पहला आपां नूं P गिवन है, एक मिनट वेट करो। हाँ जी स्टूडेंट्स आपां नूं की गिवन है P गिवन है
सो P ਦੇ ਨਾਲ ਰੇਟ ਆਫ ਇੰਟਰਸਟ 6% ਗਿਵਨ ਹੈ, ਨਾਲ ਟਾਈਮ ਗਿਵਨ ਹੈ T, ਡਿਵਾਈਡਡ ਬਾਈ 100 ਕਰ ਲੈਂਦੇ ਆ। ਸੋ ਦਿਸ ਇਜ਼ ਡਿਵਾਈਡਡ ਬਾਈ 100। ਹੁਣ ਇੱਕ ਕੰਮ ਕਰਦੇ ਹਾਂ, ਫਿਰ ਆਪਾਂ ਨੂੰ ਕੀ ਹੈ, ਸੇਮ ਅਮਾਊਂਟ ਇਨਵੈਸਟ ਕੀਤੀ 7% ਦੇ ਉੱਪਰ, ਬਟ ਟਾਈਮ ਕਿੰਨਾ ਕਰਤਾ ਇਸ ਵਾਰੀ, ਟਾਈਮ ਕਰਤਾ T ਮਾਈਨਸ, ਹੁਣ ਇੱਥੇ T ਮਾਈਨਸ 1/2 ਲਿਖ ਰਿਹਾ ਮੈਂ, ਕਿਉਂਕਿ ਮੈਂ ਇੱਥੇ ਕੀ ਲੈ ਰਿਹਾ, ਟਾਈਮ ਨੂੰ ਈਅਰਸ ਦੇ ਵਿੱਚ ਲੈ ਰਿਹਾ ਹਾਂ। ਅਗਰ ਮੈਂ ਟਾਈਮ ਨੂੰ ਮੰਥ ਦੇ ਵਿੱਚ ਲੈਂਦਾ ਫਿਰ ਤਾਂ ਮੈਂ 6 ਮੰਥ ਲਿਖ ਦਿੰਦਾ, ਬਟ ਇੱਥੇ ਮੈਂ ਈਅਰਸ ਦੇ ਵਿੱਚ ਲੈਂਦੇ ਆਪਾਂ ਟਾਈਮ ਨੂੰ, ਤਾਂ ਇੱਥੇ 100 ਆ ਜਾਏਗਾ ਡਿਵਾਈਡ ਬਾਏ। ਹੁਣ ਇੱਥੋਂ ਕੀ ਹੈ, 100 ਕੈਂਸਲ ਕਰ ਦਿਓ, P ਕੈਂਸਲ ਕਰ ਦਿਓ, ਤੁਹਾਡੇ ਕੋਲ ਕੀ ਆ ਜਾਏਗਾ 6T। ਹੁਣ ਦੇਖੋ ਧਿਆਨ ਦੇ ਨਾਲ ਕੀ ਆ ਜਾਏਗਾ, 6T will be equal to, this will be equal to 7T ਮਾਈਨਸ T ਬਾਏ ਇੱਥੇ ਆ ਜਾਏਗਾ 7/2। ਸੋ ਇਹਨਾਂ ਨੂੰ ਥੋੜਾ ਜਿਹਾ ਰੀਅਰੇਂਜ ਕਰਾਂਗੇ, ਦੈਨ ਵੀ ਗੈਟ T ਇਕੁਅਲ ਟੂ 7/2, ਮਤਲਬ ਟਾਈਮ ਕਿੰਨਾ ਆ ਜਾਏਗਾ ਜੀ, ਟਾਈਮ ਆ ਜਾਏਗਾ ਆਪਣੇ ਕੋਲ 3.5 ਸਾਲ। ਸੋ ਦਿਸ ਟਾਈਮ ਵਿਲ ਬੀ ਇਕੁਅਲ ਟੂ 7/2। ਹੁਣ ਆਪਣੇ ਕੋਲ ਦੋ ਆਪਸ਼ਨਸ ਨੇ, ਪਤਾ ਕੀ ਕਰਨਾ ਆਪਾਂ ਪਤਾ ਕਰਨਾ ਪ੍ਰਿੰਸੀਪਲ। ਸੋ ਪ੍ਰਿੰਸੀਪਲ ਲਈ ਕੀ ਕਰਾਂਗੇ, P ਇੰਟੂ R ਆਪਣੇ ਕੋਲ ਗਿਵਨ ਹੈ 6%, ਟਾਈਮ ਆਪਣੇ ਕੋਲ ਹੁਣ ਹੋ ਗਿਆ ਜੀ 7/2, 3.5 ਸਾਲ। ਸੋ ਨਾਲ ਆਪਣਾ ਆ ਜਾਏਗਾ PRT ਬਾਏ 100 ਇੱਥੇ ਆ ਜਾਏਗਾ। ਸੋ P ਇੰਟੂ R ਇੰਟੂ T ਡਿਵਾਈਡਡ ਬਾਈ 100, ਦਿਸ ਵਿਲ ਬੀ ਇਕੁਅਲ ਟੂ 315। ਇਹ 315 ਦੇ ਇਕੁਅਲ ਆ ਜਾਏਗਾ, ਕਿਉਂਕਿ ਇੰਟਰਸਟ ਦੋਨਾਂ ਕੇਸਿਸ ਦੇ ਵਿੱਚ ਸੇਮ ਹੈ, ਚਾਹੇ ਆਪਾਂ ਇਹਨਾਂ ਇਸ ਦੀ ਗੱਲ ਕਰੀਏ ਚਾਹੇ ਆਪਾਂ ਦੂਸਰੇ ਦੀ ਗੱਲ ਕਰੀਏ। ਸੋ ਇੱਥੋਂ ਕੁਝ ਕੈਂਸਲ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਥੇ ਆ ਜਾਏਗਾ 3 ਤੇ ਇਹ ਹੋ ਗਿਆ ਜੀ 7 ਜਾਂ 21 ਤੇ 21 ਏਕਮ 21, 21 5 ਹੈ 105, ਸੋ 15 ਆ ਜਾਏਗਾ ਇੱਥੇ। ਸੋ ਪ੍ਰਿੰਸੀਪਲ ਆਪਣਾ ਆ ਜਾਏਗਾ ਜੀ 15 ਗੁਣਾ 100, ਦੈਟ ਵਿਲ ਬੀ ਇਕੁਅਲ ਟੂ 1500। ਸੋ ਪ੍ਰਿੰਸੀਪਲ ਆਪਾਂ ਇਸ ਕੁਐਸਚਨ ਦੇ ਵਿੱਚ ਫਾਈਂਡ ਆਊਟ ਕਰਨਾ ਸੀ। ਫਾਈਨਲੀ ਆਪਣੇ ਕੋਲ ਪ੍ਰਿੰਸੀਪਲ ਜੋ ਹੈ ਉਹ ਆ ਚੁੱਕਾ ਹੈ, ਦੈਟ ਇਜ਼ ਇਕੁਅਲ ਟੂ 1500 ਰੁਪੀਜ਼। ਸੋ 1500 ਰੁਪਏ ਜੋ ਆਇਆ ਹੈ, ਦੈਟ ਇਜ਼ ਪ੍ਰਿੰਸੀਪਲ ਫॉर ਦਾ ਕੁਐਸਚਨ ਨੰਬਰ 54। ਤਾਂ 54 ਨੰਬਰ ਕੁਐਸਚਨ ਦੇ ਲਈ ਆਪਣਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ 3, ਤੇ ਆਨਸਰ ਆਪਣਾ ਆ ਗਿਆ ਜੀ ਆਪਸ਼ਨ ਨੰਬਰ 3 ਐਂਡ 1500 ਵਿਲ ਬੀ ਦਾ ਰਾਈਟ ਆਨਸਰ ਫॉर ਦਿਸ ਪਾਰਟੀਕੂਲਰ ਕੁਐਸਚਨ। ਦੋ ਕੁਐਸਚਨ ਬਾਕੀ ਬਚੇ ਨੇ ਜੀ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਖਿਆਲ ਨਾਲ। ਅ ਮੈਨ ਇਨਵੈਸਟਡ some money in two schemes, in the first 6% per annum and in later 7% per annum for 6 months less than the previous scheme। ठीक है जी। if amount on both becomes equal, that in rupees 1815 find the money invested in both schemes। बिल्कुल जिद्दां दा क्वेश्चन आपां पहलां करके हटे हैं, बिल्कुल उसे टाइप का क्वेश्चन है, तो हुण देखना होएगा किवें करना है। देखो है की है, कह रहा मैन इन्वेस्टेड सेम मनी इन टू स्कीम्स, इन द फर्स्ट 6% पर एनम एंड इन लेटर 7% पर एनम फॉर 6 months less than previous scheme। इफ अमाउंट ऑफ बोथ बिकम्स इक्वल, दैट इज रुपीज़ 1815। देखो हुण इत्थों की है, मतलब पहला तो ये समझो कि उन्हें 6% पर एनम एक इंटरस्ट लगाया, दूसरा इंटरस्ट सी 7% पर एनम, बट 7% वाला की सी 6 महीने घट सी एज कंपेयर टू प्रीवियस स्कीम। जी प्रीवियस स्कीम सी उसके नालों पहला वाली 6% वाली स्कीम है उसके उपर ज़्यादा टाइम ਲਈ इन्वेस्ट किया है, बट जो दूसरा है उसके उत्ते घट टाइम के लिए इन्वेस्ट किया है। सो एक्चुअल दे विच की है, हुण देखो इत्थों 2-3 चीज़ां फाइंड आउट करनियां ने। पहला तो यह है कि सेम मनी उन्हें अमाउंट सेम जोड़ा है मनी वो इन्वेस्ट किया है, दैट मीनस जो इंटरस्ट लगेगा तो इंटरस्ट भी सेम लगेगा, तो ही अमाउंट सेम आएगी। मीनस पहला तो ये देखो कि दोनों के उपर इंटरस्ट सेम लगेगा, सो P इंटू मनी भी सेम लगा रहा है, दैट मीनस इत्थे लिख लिया आप P इंटू रेट ऑफ इंटरस्ट अपने को 6% हो गया, तो टाइम आप ले लिया T ईयरस। इनू डिवाइड कर देंगे 100 के नाल। सो फॉर्मूला किहड़ा यूज़ कर रहे हैं, PRT बाई 100
ਆਲਮੋਸਟ ਆਪਣੇ ਸਾਰੇ ਕੁਐਸਚਨ ਇਸ ਫਾਰਮੂਲੇ ਦੇ ਨਾਲ ਹੀ ਸੋਲਵ ਆਊਟ ਹੋ ਜਾਂਦੇ ਨੇ। ਸੋ ਪੀ ਆਰ ਟੀ ਬਾਈ 100 ਇਸ ਨੂੰ ਕਿਸ ਦੇ ਇਕੁਅਲ ਲਿਖ ਦਾਂਗੇ, ਦਿਸ ਵਿਲ ਬੀ ਇਕੁਅਲ ਟੂ ਪੀ ਇੰਟੂ 7 ਇੰਟੂ ਟੀ ਮਾਈਨਸ ਹਾਫ, ਕਿਉਂਕਿ ਇੱਥੇ ਕੀ ਆ 6 ਮਹੀਨੇ ਘੱਟ ਲਈ ਇਹ ਯੂਜ਼ ਕੀਤਾ ਹੈ। ਹੁਣ ਆਪਣੇ ਕੋਲ ਕੀ ਆ ਗਿਆ, ਡਿਵਾਈਡਡ ਬਾਏ 100। ਫਰਕ ਆਈ ਥਿੰਕ ਇੱਥੇ ਇਹ ਹੋਏਗਾ ਕਿ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਅਮਾਊਂਟ ਦਿੱਤੀ ਹੋਈ ਆ, ਪਿਛਲੇ ਕੁਐਸਚਨ ਦੇ ਵਿੱਚ ਆਪਾਂ ਨੂੰ ਇੰਟਰਸਟ ਦਿੱਤਾ ਹੋਇਆ ਸੀ। ਇਹ ਕੈਂਸਲ ਆਊਟ ਹੋ ਜਾਏਗਾ, ਪੀ ਦੇ ਨਾਲ ਪੀ ਕੈਂਸਲ ਆਊਟ ਹੋ ਜਾਏਗਾ। ਟਾਈਮ ਆਪਣੇ ਕੋਲ ਪਿਛਲੇ ਕੁਐਸਚਨ ਦੀ ਤਰ੍ਹਾਂ ਟੀ ਵਿਲ ਬੀ ਇਕੁਅਲ ਟੂ 7/2 ਮਤਲਬ 3.5 ਸਾਲ ਇਸ ਕੇਸ ਦੇ ਵਿੱਚ ਵੀ ਟਾਈਮ ਆ ਜਾਏਗਾ। ਇੱਥੋਂ ਤੱਕ ਕਲੀਅਰ ਕਰ ਲਓ ਪਹਿਲਾਂ। ਫਿਰ ਕੀ ਹੋਏਗਾ ਦੈਨ, ਹੁਣ ਆਪਣੇ ਕੋਲ ਮੈਥਡ ਹੈਗਾ ਆ ਵੀ ਆਪਾਂ ਕਿਵੇਂ ਕਰੀਏ। ਦੇਖੋ ਮੰਨ ਲਓ ਆਪਾਂ ਪੀ ਲਿਆ ਪਹਿਲਾਂ, ਠੀਕ ਹੈ ਜੀ, ਪੀ ਪਲੱਸ ਇੱਥੇ ਮਤਲਬ ਪੀ ਪਲੱਸ ਸਿੰਪਲ ਇੰਟਰਸਟ ਆਏਗਾ, ਇੱਥੇ ਆਪਣੇ ਕੋਲ ਆਏਗਾ ਨਾ ਅਮਾਊਂਟ ਹੈ ਨਾ ਜੀ, ਇਹ ਅਮਾਊਂਟ ਮਤਲਬ ਪੀ ਪਲੱਸ ਸਿੰਪਲ ਇੰਟਰਸਟ। ਸੋ ਪੀ ਪਲੱਸ ਸਿੰਪਲ ਇੰਟਰਸਟ ਵਿਲ ਬੀ ਇਕੁਅਲ ਟੂ ਪੀ ਇੰਟੂ ਆਰ। ਆਰ ਕਿੰਨਾ ਹੈ ਜੀ, ਆਰ ਆਪਾਂ ਨੂੰ ਪਤਾ ਨਹੀਂ, ਆਰ 6% ਲੈ ਲੈਂਦੇ ਹਾਂ ਇੱਥੇ ਪਹਿਲੇ ਕੇਸ ਦੇ ਵਿੱਚ। ਅੱਗੇ ਆਪਾਂ ਲੈ ਲਿਆ 7/2। ਸੋ ਪੀ ਆਰ ਟੀ ਇੱਥੇ ਆਪਣੇ ਕੋਲ ਆ ਗਿਆ 100। ਬਟ ਇਹ ਫਾਰਮੂਲਾ ਕਿਸ ਲਈ ਹੁੰਦਾ ਹੈ, ਇਹ ਫਾਰਮੂਲਾ ਹੁੰਦਾ ਹੈ ਸਿੰਪਲ ਇੰਟਰਸਟ ਦੇ ਲਈ। ਸੋ ਇੱਥੇ ਆਪਾਂ ਸਿੰਪਲ ਪੀ ਪਲੱਸ ਐਸ ਆਈ ਨਹੀਂ ਲਿਖ ਸਕਦੇ, ਇੱਥੇ ਆਪਾਂ ਕੀ ਲਿਖਾਂਗੇ, ਹੁਣ ਦੇਖੋ ਸਿੰਪਲ ਇੰਟਰਸਟ ਆਪਾਂ ਲਿਖਣਾ ਹੁੰਦਾ ਹੈ। ਸਿੰਪਲ ਇੰਟਰਸਟ ਲਈ ਕੀ ਕਰ ਸਕਦੇ ਹਾਂ, ਅਮਾਊਂਟ ਦੇ ਵਿੱਚੋਂ ਪੀ ਨੂੰ ਮਾਈਨਸ ਕਰ ਦਿੰਦੇ ਹਾਂ। ਮਤਲਬ ਇੱਥੇ ਸਿੰਪਲ ਇੰਟਰਸਟ ਨਹੀਂ ਆਪਾਂ ਲਿਖਦੇ, ਅਮਾਊਂਟ ਜਿਹੜੀ ਬਣਦੀ ਹੈ ਅਮਾਊਂਟ ਦੇ ਵਿੱਚੋਂ ਆਪਾਂ ਪੀ ਨੂੰ ਮਾਈਨਸ ਕਰ ਦਿੰਦੇ ਹਾਂ। ਲਾਈਕ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ, ਮੈਂ ਕੀ ਕਰਾਂਗਾ, ਮੈਂ ਇੱਥੇ ਲਿਖਾਂਗਾ 1815 ਰੁਪਏ। ਸੋ 1815 ਰੁਪਏ ਇੱਥੇ ਲਿਖਾਂਗੇ। 1815 ਦੇ ਵਿੱਚੋਂ ਪੀ ਨੂੰ ਮਾਈਨਸ ਕਰ ਦਾਂਗੇ ਸਟੂਡੈਂਟਸ। ਸੋ 1815 ਦੇ ਵਿੱਚੋਂ ਪੀ ਨੂੰ ਮਾਈਨਸ ਕਰਾਂਗੇ, ਫਿਰ ਆਪਣਾ ਜਿਹੜਾ ਆਨਸਰ ਹੈ ਉਹ ਆ ਜਾਏਗਾ। ਸੋ ਥੋੜ੍ਹਾ ਜਿਹਾ ਸੋਲਵ ਕਰ ਲੈਂਦੇ ਹਾਂ ਕੁਐਸਚਨ ਕਿਵੇਂ ਆਏਗਾ। ਇੱਥੇ ਆਪਣੇ ਕੋਲ 7 2 3 ਦਾ 6 ਆ ਜਾਏਗਾ, ਬਾਕੀ ਕੁਝ ਕੈਂਸਲ ਆਊਟ ਇੱਥੋਂ ਨਹੀਂ ਹੋਏਗਾ। ਸੋ ਮਗਰ ਕ੍ਰਾਸ ਮਲਟੀਪਲਾਈ ਕਰ ਲੈਂਦੇ ਹਾਂ। ਸੋ 1,81,500। ਸੋ ਇੱਦਾਂ ਕੈਲਕੂਲੇਸ਼ਨ ਆਏਗੀ 185000 ਮਾਈਨਸ 100 ਪੀ। ਥੋੜ੍ਹੀ ਜਿਹੀ ਕੈਲਕੂਲੇਸ਼ਨ ਲੰਬੀ ਚਲੇਗੀ ਇਸ ਕੁਐਸਚਨ ਦੇ ਵਿੱਚ। ਇਟ ਇਜ਼ ਇਕੁਅਲ ਟੂ 7 3 ਦਾ 21 ਪੀ। ਸੋ ਇਹ 21 ਪੀ ਦੇ ਇਕੁਅਲ ਆ ਜਾਏਗਾ, ਜੋੜ ਦਾਂਗੇ ਤਾਂ 121 ਆ ਜਾਏਗਾ। ਸੋ ਪੀ ਵਿਲ ਬੀ ਇਕੁਅਲ ਟੂ, ਹੁਣ ਦੇਖੋ ਪੀ ਦਾ ਆਖਰੀ ਸਟੈਪ ਹੈ, ਦੇਖਦੇ ਹਾਂ ਇਸ ਨਾਲ ਆਪਣਾ ਆਨਸਰ ਆ ਪਾਉਂਦਾ ਹੈ 181500। ਇਸ ਟਰਮ ਨੂੰ ਆਪਾਂ ਡਿਵਾਈਡ ਕਰਨਾ ਹੈ 121 ਦੇ ਨਾਲ। ਸੋ ਜਦੋਂ ਆਪਾਂ ਇਸ ਨੂੰ 121 ਦੇ ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਪਹਿਲਾਂ ਤਾਂ ਇਹ 1 'ਤੇ ਚਲਾ ਜਾਏਗਾ। ਸੋ 121 ਤੇ 1 'ਤੇ ਗਿਆ ਤਾਂ 121 ਦੇ ਹਿਸਾਬ ਨਾਲ ਪਿੱਛੇ ਬਚੇਗਾ 60 ਤੇ 605 ਆ ਜਾਏਗਾ ਪਿੱਛੇ। ਤੇ ਅਗਰ 21 ਨੂੰ 5 ਦੇ ਉੱਪਰ ਕਰ ਦਾਂਗੇ ਤਾਂ 21 5 ਹੈ 600, 121 ਤੋਂ 5 ਨਾ ਕਰਾਂਗੇ ਤਾਂ 605 ਆ ਜਾਏਗਾ। ਮੀਨਸ ਆਪਣਾ ਆਨਸਰ ਕੀ ਬਣ ਜਾਏਗਾ 1500। ਸੋ ਬਹੁਤ ਹੀ ਇੰਟਰਸਟਿੰਗ ਕੁਐਸਚਨ ਹੁੰਦੇ ਨੇ ਕਈ। ਸੋ ਇਹ ਵੀ ਉੱਦਾਂ ਹੀ ਇੱਕ ਬਹੁਤ ਹੀ ਅੱਛਾ ਕੁਐਸਚਨ ਕਹਿ ਸਕਦੇ ਹਾਂ, ਜਿਸ ਦਾ ਆਨਸਰ ਆਪਣੇ ਕੋਲ ਆਇਆ ਹੈ 1500। ਸੋ ਆਪਾਂ ਨੂੰ ਮਨੀ ਇਨਵੈਸਟਡ ਇਨ ਈਚ ਸਕੀਮ ਪੁੱਛਿਆ ਗਿਆ ਸੀ। ਸੋ ਮਨੀ ਇਨਵੈਸਟਡ ਇਨ ਈਚ ਸਕੀਮ ਵਿਲ ਬੀ ₹1500। ਸੋ 1500 ਰੁਪਏ ਆਪਣਾ ਜਿਹੜਾ ਹੈ ਉਹ ਅਮਾਊਂਟ ਦੀ ਵੈਲਿਊ ਆ ਜਾਏਗੀ। ਬਹੁਤ ਹੀ ਅੱਛਾ ਕੁਐਸਚਨ। ਅਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ, ਆਈ ਥਿੰਕ ਇਹ 3rd ਪਾਰਟ ਹੈ ਸਿੰਪਲ ਇੰਟਰਸਟ ਦਾ, ਅਤੇ ਕਾਫੀ ਕੁਐਸਚਨਸ ਆਪਾਂ ਸਿੰਪਲ ਇੰਟਰਸਟ ਦੇ ਕਵਰ ਕੀਤੇ ਨੇ। ਸੋ ਲਾਸਟ ਕੁਐਸਚਨ ਅੱਜ ਦੀ ਵੀਡੀਓ ਦਾ 56। ਇਸ ਤੋਂ ਬਾਅਦ ਸ਼ਾਇਦ ਹੀ ਆਪਾਂ ਸਿੰਪਲ ਇੰਟਰਸਟ 1-2 ਵਾਰੀ ਜੇ ਜ਼ਰੂਰਤ ਲੱਗੀ ਤਾਂ ਹੀ ਕਰਾਂਗੇ। ਸੋ ਕੁਐਸਚਨ ਨੰਬਰ 56 ਦੇਖਦੇ ਹਾਂ। ਈਜ਼ੀ ਕੁਐਸਚਨ ਹੈ ਅਤੇ ਲਾਸਟ ਕੁਐਸਚਨ ਅੱਜ ਦੀ ਵੀਡੀਓ ਦਾ, ਅੱਜ ਦੇ ਸੈਸ਼ਨ ਦਾ। ਅਤੇ
देखते हैं जी किद्दां किया जाएगा हुण। सो क्वेश्चन दे विच की है, इफ द रेट ऑफ इंटरस्ट इज इक्वल टू टाइम पीरियड इन ईयरस। बिल्कुल उदां दा ही क्वेश्चन जिद्दां दा आपां पहलां भी कर चुके हैं, अज मॉर्निंग दे विच भी इस टाइप का क्वेश्चन आपां कीता सीगा। सो बिल्कुल उस टाइप का क्वेश्चन है। सो उम्मीद करांगे कि तुसीं जरूर इसनूं समझण दी कोशिश करोगे। कह रहा है रेट ऑफ इंटरस्ट इज इक्वल टू टाइम पीरियड, तो मतलब रेट ऑफ इंटरस्ट नूं आपां टाइम पीरियड दे इक्वल लिख लेना है, मतलब आर वी कैन राइट आर इक्वल टू टी। सो अगे की कह रहा है, एंड द अमाउंट इज़ 5/4 टाइम्स ऑफ प्रिंसीपल। तो अमाउंट का मतलब की होंदा है, देखो इत्थे आपां लिखते हैं सिंपल इंटरस्ट लैफ्ट हैंड साइड से। सो सिंपल इंटरस्ट आपां लिखते हैं लैफ्ट हैंड साइड से। तो सिंपल इंटरस्ट नूं की लिखा जा सकता है, अमाउंट माइनस प्रिंसीपल। सो अमाउंट कितनी है 5/4 टाइम्स प्रिंसीपल। सो इत्थे लिखा 5/4 टाइम्स प्रिंसीपल माइनस प्रिंसीपल, दिस इज इक्वल टू सिंपल इंटरस्ट। तो इसे सिंपल इंटरस्ट नूं आपां की लिख सकते हैं, दैट इज इक्वल टू पी इंटू आर। आर आपां नूं गिवन है, आर आपां नूं गिवन नहीं है, बट आर नूं आपां टी दे इक्वल लिख सकते हैं। सो आर नूं मैं टी दे इक्वल लिख लिया, मीनस टी नूं मैं आर दे इक्वल लिख लिया। सो इत्थे आ गया जी आर, पी इंटू आर डिवाइडेड बाय 100। सो एक ही आ जाएगा, इत्थों एलसीएम लवांगे 5p माइनस 4p। सो दिस विल बी इक्वल टू 1/4p। सो 1/4p इक्वल टू p इंटू आर स्केयर डिवाइडेड बाय 100। सो p दे नाल स्टूडेंट्स p कैंसल आउट हो जाएगा। सो p दे नाल p कैंसल आउट हो जाएगा, एंड इत्थे आ जाएगा 25 चौका 100। सो इट विल बी 25 हेयर। दैन अपने को आर स्केयर की वैल्यू की आ जाएगी, आर स्केयर वैल्यू विल बी इक्वल टू 25। आफ्टर दैट यू हैव टू टेक अंडर रूट ऑन द बोथ साइड्स, दोनों साइड अंडर रूट ले लोगे, स्केयर रूट कह दें जिन्होंने आपां। सो आर की वैल्यू थोड़े को आ जाएगी, आर विल बी इक्वल टू 5 ईयरस। रेट ऑफ इंटरस्ट विल बी इक्वल टू 5%। अगर टाइम की भी गल करांगे, टाइम एंड रेट ऑफ इंटरस्ट की सेम वैल्यू है। सो दैट मीनस अगर रेट अपने को 5% आ रहा है, तो टाइम भी अपने को कितना आ जाएगा, टाइम अपने को इस क्वेश्चन के लिए 5 ईयरस आ जाएगा। ठीक है जी। सो इस तरीके नाल तुसीं क्वेश्चन नूं करना है। इस क्वेश्चन का आंसर अपने को बन जाएगा 5%। तो बिल्कुल स्टूडेंट्स आपां 56 क्वेश्चनस जिहड़े ने वो सिंपल इंटरस्ट के कंप्लीट किए हैं, पार्ट 1 एंड 2 सॉरी पार्ट 2 एंड 3 दे विच। उस तो पहले एक सिंपल इंटरस्ट का पार्ट 1 भी आया सीगा। सो तुसीं उस पार्ट नूं भी देख लेना है, उत्थों कोई दिक्कत तुहानूं लगदी है तुसीं वो भी जरूर पुछनी है। सो इस तो बिना पार्ट 2 एंड पार्ट 3 दे विच आपां, मैं तुहानूं दोबारा दस रहा, पार्ट 2 एंड पार्ट 3 दे विच जिहड़ा अज वाला पार्ट है, इसनूं इनकलूड करके आपां 56 क्वेश्चनस जिहड़े हैं वो सिंपल इंटरस्ट के उपर बेसिस जिहड़े ने वो कर चुके हैं। तो बाकी होर क्वेश्चनस भी आपां ट्राई करांगे जिन्ने देर अपने को टाइम हैगा आ। सो जेकर वीडियो चंगी लगी होए तो वीडियो नूं लाइक शेयर एंड जो है चैनल नूं सबसक्राइब जरूर कर लो, ताकि रैगूलर अपडेट्स जिहड़े हैं वो तुहानूं मिलते रहन जदों भी मैं कोई नवीं वीडियो अपलोड करा। सो थैंक यू सो मच इस वीडियो नूं देखण दे लई। जिन्ने भी थोड़े फ्रेंड्स वगैरह तैयारी कर रहे हैं उन्होंने दे नाल शेयर कर दो वीडियो नूं, ते उन्होंने कह दो कि अपने जिहड़े होर उन्हों दे दोस्त मित्र ने हाँ जिन्ने भी ग्रुप ने उन्होंने विच ओह फॉरवर्ड कर देण। थैंक यू सो मच इस वीडियो नूं देखण दे लई। हैव अ नाइस डे, टेक केयर, बाय बाय, थैंक यू सो मच।